ਉਪਦੇਸ਼ ਸ੍ਰੀ ਮੁਖਵਾਕ ਦੇ ਵਿੱਚ ਗੁਰੂ ਮਹਾਰਾਜ ਨੇ ਬਾਣੀਆਂ, 3 ਬਾਣੀਆਂ ਦੇ ਆਪਾਂ ਕਥਾ ਹੁਣ ਤੱਕ ਸ਼ਰਵਣ ਕਰ ਚੁੱਕੇ ਹਾਂ। ਚੌਥੀ ਬਾਣੀ ਜੋ ਹਰ ਰੋਜ਼ ਆਪਣੇ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ। ਪਹਿਲੀ ਬਾਣੀ ਜਪਜੀ ਸਾਹਿਬ ਜੋ ਬ੍ਰਹਮ ਗਿਆਨ ਦੀ ਦਾਤ ਵਾਸਤੇ। ਦੂਸਰੀ ਬਾਣੀ ਵਿੱਚ ਪਰਮੇਸ਼ਰ ਨੂੰ ਨਮਸਕਾਰਾਂ ਕੀਤੀਆਂ ਨੇ, ਤਟਸਥੀ ਲੱਖਣ ਨੇ, ਜਾਪ ਸਾਹਿਬ ਹੈ। ਤੀਸਰੀ ਬਾਣੀ ਹੈ ਸਵਈਏ, ਬੈਰਾਗ ਦਾ ਉਪਦੇਸ਼ ਦਿੰਦੇ ਨੇ। ਚੌਥੀ ਬਾਣੀ ਹੈ ਰੱਖਿਆ ਵਾਸਤੇ, ਚੌਪਈ ਸਾਹਿਬ। ਮਹਾਰਾਜ ਕਿਰਪਾ ਕਰ ਰਹੇ ਨੇ 10ਵੇਂ ਪਾਤਸ਼ਾਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ 10ਵੀਂ। ਪਹਿਲਾਂ ਇਹ ਵਚਨ ਆਉਂਦਾ ਹੈ 10ਵੇਂ ਗ੍ਰੰਥ ਦੇ 1386 ਅੰਗ ਦੇ ਉੱਤੇ ਚੌਪਈ ਸਾਹਿਬ ਦਾ ਪਾਠ। ਕਦੋਂ ਲਿਖਿਆ? 405 ਚਰਿੱਤਰ ਲਿਖ ਕੇ ਅਖੀਰ ਤੇ ਜਾ ਕੇ ਚੌਪਈ ਸਾਹਿਬ ਦਾ ਪਾਠ ਆਉਂਦਾ ਹੈ। ਫਿਰ ਸ਼ੁਰੂ ਇੱਥੋਂ ਹੁੰਦਾ ਕਿ ਬਹੁਰ ਅਸਰ ਕਾ ਕਾਟ ਮਾਥਾ। ਇੱਥੋਂ ਇਹ ਪੌੜੀਆਂ ਪ੍ਰਾਰੰਭ ਹੁੰਦੀਆਂ ਨੇ। ਪਰ ਜਿੱਥੋਂ ਆਪ ਜੀ ਨੇ ਇਹ ਵਚਨ ਲਿਖੇ ਨੇ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ 10ਵੀਂ, ਚੌਪਈ, ਇੱਥੋਂ ਸ਼ੁਰੂ ਹੁੰਦਾ ਪੁਨ ਰਾਛਸ ਕਾ ਕਾਟਾ ਸੀਸਾ, ਸ੍ਰੀ ਸਕੇਤ ਜਗਤ ਕੇ ਈਸਾ। ਅੱਗੇ ਜਾ ਕੇ ਫਿਰ ਵਚਨ ਕਰਨਗੇ ਕਬਿਓ ਬਾਚ ਬੇਨਤੀ ਚੌਪਈ। ਉੱਥੇ ਫਿਰ ਇਹੀ ਮੰਗਲ ਲਾਉਣਾ ਉੱਤੇ ਕਿ ਹਮਰੀ ਕਰੋ ਹਾਥ ਦਾ ਰੱਛਾ। ਉੱਥੋਂ ਪ੍ਰਾਰੰਭ ਕਰਦੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਪਈ ਸਾਹਿਬ ਜੋ ਬਾਣੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ। ਸੋ ਊਨੇ ਤਹਿਸੀਲ ਦੇ ਇੱਕ ਪਿੰਡ ਹੈ, ਹੁਣ ਤਾਂ ਸਾਰੇ ਪਾਸੇ ਮਸ਼ਹੂਰ ਹੈ, ਬਿਧੌਰ ਸਾਹਿਬ। ਸਤਲੁਜ ਦਰਿਆ ਦੇ ਕਿਨਾਰੇ ਤੇ ਇਹ ਬਾਣੀ ਮਹਾਰਾਜ ਨੇ ਉਚਾਰਨਾ ਕੀਤੀ ਹੈ। ਕਿਉਂਕਿ ਕਲਗੀਧਰ ਮਹਾਰਾਜ ਬਿਧੌਰ ਦੇ ਰਾਜੇ ਦਾ ਪ੍ਰੇਮ ਵੇਖ ਕੇ ਇੱਥੇ ਕਈ ਮਹੀਨੇ ਬਿਰਾਜਮਾਨ ਹੋਏ ਸੀ। ਤੋ ਇਸ ਚੌਪਈ ਸਾਹਿਬ ਦਾ ਪਾਠ ਮਹਾਰਾਜ ਨੇ ਉੱਥੇ ਜਾ ਕਰਕੇ ਉਚਾਰਨ ਕੀਤਾ ਹੈ। 376 ਅੰਕ ਤੋਂ ਅੱਗੇ ਚੌਪਈ ਸਾਹਿਬ 1386 ਅੰਕ ਤੇ ਜਦੋਂ ਆਰੰਭ ਕੀਤੀ ਮਹਾਰਾਜ ਨੇ, ਜਦੋਂ ਮਹਾਕਾਲ ਨੇ ਸਵਾਸ ਬੀਰਜ ਰਾਖਸ਼ ਨੂੰ ਮਾਰ ਦਿੱਤਾ ਤੇ ਦੇਵਤਿਆਂ ਨੇ ਪ੍ਰਭੂ ਨੂੰ ਆ ਕੇ ਵਧਾਈ ਦਿੱਤੀ, ਉਹ ਸਾਰਾ ਪ੍ਰਸੰਗ ਇਸ ਵਿੱਚ ਵਰਣਨ ਕੀਤਾ। ਤਾਂ ਹੁਣ ਬਿਧੌਰ ਸਾਹਿਬ ਜੋ ਸਥਾਨ ਹੈ ਉੱਥੇ ਸਤਿਗੁਰੂ ਮਹਾਰਾਜ ਰਹੇ ਬਹੁਤ ਸਮਾਂ ਰਹਿ ਕੇ 13 ਕੁ ਮਹੀਨੇ ਦੇ ਕਰੀਬ ਵੀ ਕਈਆਂ ਦਾ ਖਿਆਲ ਹੈ। ਉੱਥੇ ਰਹਿ ਕੇ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ। ਆਮ ਮਹਾਂਪੁਰਸ਼ਾਂ ਤੋਂ ਇਹ ਵੀ ਬਚਨ ਸੁਣਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਤਲੁਜ ਦੇ ਇੱਧਰਲੇ ਪਾਸੇ ਬਿਧੌਰ ਸਾਹਿਬ ਵਾਲੇ ਗੁਰਦੁਆਰੇ ਸਥਾਨ ਤੇ ਸਜੇ ਹੋਏ ਸਨ। ਸਾਹਮਣੇ ਇੱਕ ਹਰਨੀ ਪਾਣੀ ਪੀਣ ਵਾਸਤੇ ਜਦੋਂ ਆਈ, ਜਦੋਂ ਉਹਨੇ ਮੂੰਹ ਪਾਇਆ, ਉਹਨੇ ਜੀਭ ਬਾਹਰ ਕੱਢੀ, ਇੱਕ ਮੱਛੀ ਨੇ ਉਹਦੀ ਜੀਭ ਪਕੜ ਲਈ। ਉਹਨੇ ਦਰਦ ਦੀ ਮਾਰੀ ਨੇ ਜ਼ੋਰ ਨਾਲ ਮੂੰਹ ਘੁੱਟਿਆ ਤਾਂ ਮੱਛੀ ਵਿੱਚੇ ਦਬ ਗਈ। ਮੱਛੀ ਨੂੰ ਖਾਣ ਵਾਸਤੇ ਉੱਤੋਂ ਇੱਕ ਇੱਲ ਨੇ ਬੜੇ ਜ਼ੋਰ ਦੀ ਡਾਈ ਮਾਰੀ ਥੱਲੇ ਨੂੰ। ਜਦੋਂ ਹਰਨੀ ਨੇ ਆਪਣੇ ਉਤਾਂਹ ਨੂੰ ਸਿੰਗ ਚੱਕੇ ਤਾਂ ਇੱਲ ਸਿੰਗਾਂ 'ਚ ਆ ਕੇ ਫਸ ਕੇ ਮਰ ਗਈ, ਪੇਟ ਵਿੱਚ ਸਿੰਗ ਵੜ ਗਏ। ਇੱਧਰੋਂ ਜਿਹੜਾ ਸ਼ਿਕਾਰੀ ਹਰਨੀ ਦੀ ਭਾਲ ਵਿੱਚ ਸੀ, ਉਸ ਨੇ ਆ ਕਰਕੇ ਜਦੋਂ ਤੀਰ ਚਲਾਇਆ, ਹਰਨੀ ਦੇ ਵੱਜਿਆ। ਹਰਨੀ ਦੇ ਪੇਟ ਵਿੱਚ ਬੱਚਾ ਸੀ, ਉਹਦੇ ਵੀ ਵੱਜਿਆ, ਉਹ ਵੀ ਸਮਾਪਤ ਹੋ ਗਏ। ਤਾਂ ਇੱਧਰੋਂ ਥੱਲਿਓਂ ਸੱਪ ਨਿਕਲ ਆਇਆ। ਉਹਨੇ ਸ਼ਿਕਾਰੀ ਦੇ ਜਦੋਂ ਜਾ ਕਰਕੇ ਡੰਗ ਮਾਰਿਆ ਤਾਂ ਉਹਦੇ ਹੱਥ ਵਿੱਚ ਜਿਹੜੀ ਤਲਵਾਰ ਫਿਰ ਪਕੜੀ ਹੋਈ ਸੀ, ਤੀਰ ਮਾਰ ਕੇ ਫਿਰ ਤਲਵਾਰ ਮਾਰਨਾ ਚਾਹੁੰਦਾ ਸੀ। ਤਲਵਾਰ ਹੱਥ 'ਚੋਂ ਡਿੱਗਣ ਤੇ ਸੱਪ ਦੇ ਗਲ ਤੇ ਵੱਜੀ, ਸੱਪ ਵੀ ਮਰ ਗਿਆ। ਇਹ ਇਕੱਠੀਆਂ ਮੌਤਾਂ ਦੇਖ ਕੇ ਕਾਲ ਚੱਕਰ ਨੂੰ ਦੇਖਦਿਆਂ ਹੋਇਆਂ ਇਹ ਵਚਨ ਵੀ ਕਹੇ ਸੀ ਮਹਾਰਾਜ ਨੇ, ਸੋ ਕਿ ਜੋ ਅਕਾਲ ਪੁਰਖ ਨੇ ਭਈ ਇਹ ਚੱਕਰ ਬਣਾਇਆ ਹੈ ਕਾਲ ਦਾ, ਪਰਮਾਤਮਾ ਦੇ ਹੁਕਮ ਦੇ ਮੁਤਾਬਕ ਹੈ। ਜਲ ਕਹਾਂ ਥਲ ਕਹਾਂ, ਗगन के गौन कहाँ, काल के बनाए सब काल ही चबाएंगे। ਇਹ ਬਚਨ ਮਹਾਰਾਜ ਨੇ ਉਸ ਸਥਾਨ ਦੇ ਉੱਤੇ ਉਚਾਰਨ ਕੀਤਾ ਔਰ ਨਾਲ ਨਾਲ ਅਕਾਲ ਪੁਰਖ ਤੋਂ ਆਪਣੀ ਰੱਖਿਆ ਵੀ ਮੰਗੀ। ਸੋ 405 ਜਿਹੜੇ ਚਰਿੱਤਰ ਲਿਖੇ ਨੇ ਉਹਨਾਂ ਦਾ ਮਤਲਬ ਸੀ ਖਾਲਸੇ ਨੂੰ ਸਾਵਧਾਨ ਕਰਨਾ। ਮੇਰਾ ਖਾਲਸਾ ਸਾਵਧਾਨ ਰਹੇ, ਸੰਸਾਰ ਦੇ ਵਿੱਚ ਇਸ ਨੇ ਵਿਚਰਨਾ ਹੈ। प्रारंभ करते हैं एक
जो परमेश्वर है, ओंकार जो सारिਆਂ ਦਾ प्रकाशक है, श्री जो श्रोमणी है, श्री जो लक्ष्मी है, इसका जो पति है वो कौन है? वाहे। आश्चर्य गो अज्ञान का हनेरा मेट के रूह प्रकाश कर दिंदा है, ਉਹਦਾ नाम है वाहेगुरु। वाहेगुरु जी की फतेह। वाहेगुरु की सदा ही फतेह है, क्योंकि बाकी सारे हार सकते हैं, पर परमेश्वर बारे नहीं कदे सुनिया कि हारदा है, वो नहीं हारदा। वाहेगुरु की कदे हार नहीं, सदा जित है। पातशाही 10वीं, जिस तरह महल्ले लिखे ने, इस तरह महल्ले का अर्थ ही इत्थे लिख दिता है। आप बराबरता नहीं की, पहले पातशाह दूसरे पातशाह, सो महल्ला पहला महल्ला दूजा, उसे महाराज ने इत्थे लिख दिता है पातशाही 10वीं। चौपई, चौपई का मतलब है 4 पौड़ियाँ। ये 4 पौड़ियाँ ते ही चौपई उच्चारण की महाराज ने। सो सारे नालों पहला जिवें वो जंग होया, सवास बीरज राक्षस नूं मारिया सी जदों, तां उदों दा वर्णन लिखण तो बाद अगे जाके फिर बेनतियां करनगे अकाल पुरख दे चरनां च। कौन राक्षस का काटा सीसा, श्री अस्केत जगत के ईसा। श्री अस्केत जगत के मालक ने फिर जदों सवास बीरज राक्षस का सिर कट दिता। भाई कान सिंह जी लिखते हैं महान कोश दे विच चौपई साहब बारे कि एक खास बाणी है जिसकी रचना चौपई छंद विच होण तो ये संग्या पई है दी। तो महाराज सच्चे पातशाह जी ने जो यह प्रसंग लिखिया वो कि सतयुग विच राजा सत्यसंध अते दीर्घ दाड़ दानव का युद्ध होया। फिर कहते ने दोहां दे घोर शस्त्र प्रहार तो जो अगन की लाट निकली, उस विचों दुल्ह देई नाम की इस्त्री प्रगट हुई। दुल्ह देई नूं मन भाउंदा पति कोई ना मिले, इस पर उसने बड़ा कठिन तप करके दुर्गा देवी नूं प्रसन्न किया। देवी ने रीझ के उसनूं वर दिता कि तैनूं अकाल वरेगा, क्योंकि दुल्हा देई की इच्छा सी मैनूं अकाल वरे। रात नूं सुपने विच अकाल ने दुल्हा देई नूं आख्या कि जे तू सवास बीरज दानव नूं जंग विच मारेंगी तद मेरी अर्धांगनी हो सकेगी। इस पर दुल्हा देई ने सवास बीरज नाल घोर जंग कीता। सो जदों चिर तक लड़ाई हुंदी गई, बहुत ज़्यादा थक गई, तदों सहायता लई महाकाल का ध्यान किया। दुल्हा देई की सहायता लई महाकाल ने मैदाने जंग में आके भयंकर जंग किया। दुल्हा देई अते अकाल पुरख ने सवासवीर की सेना का नाश करके पुन राक्षस का काटा शीसा। सो इस अलंकार पूर्त कथा के अंत कव्यवाच बेनती चौपई सिरलेख हेठ एक बेनती महाराज ने अगे जाके फिर लिखी है, पुन राक्षस का काटा शीसा। तो महाराज सच्चे पातशाह ने की किया, उन्हां दा जदों सिर कट दिता। जो अस्केत जगत के मालक ने, अस्केत कौन हुंदा? जिहदे हत्थ विच श्री साहब पकड़ी हुई। ऐसे अकाल पुरख जिन्हां दे हत्थ विच श्री साहब पकड़ी हुई है, जो मालक ने संसार दे, जदों उन्होंने सिर कट दिता, पुन तो भाव फेर पोहपन बृष्ट गगन ते भई, तदों आकाश तो देवतियां वल्लों फुल्लां दी बहुत बरखा हुई। पोहपन फुल्लां दी बृष्ट गगन ते पई बरखा हुई। सब हिन आन बधाई दई, सारे देवतियां ने आके महाकाल जी नूं बधाई दिती। आपने बड़ी कृपा की, साडी जान बचा लई। धन धन लोगन के राजा, दुष्टन दाहा गरीब निवाजा। हुण गुरु जी परमेश्वर के सन्मुख अपने वालों बेनती करने कि हे लोकां दे राजे, प्रभु जी तुसी धन हो, तुसी दुष्टां नूं साड़न विच भाव दंड देण वाले हो, गरीबां नताणियां नूं नवाजण वाले हो, वडियाइयां देण वाले हो। अखिल भवन के सिरजनहारे, दास जान मोहे लिहो बारे। हे वाहिगुरू तुसी सारे लोकां दे अर्थात जगत की साजना करन वाले हो। अखिल तो भाव सारे, भवन जिन्ना जगत है, संसार है, 14 लोक ने, इन्हां दे आप सिरजनहारे हो। महाराज 10वें पातशाह कहते ने दास जान, कहते ने कि जिस तरह सवास बीरज राक्षस का नाश करके देवतियां नूं बचाया, इस तरह मैनूं भी सेवक समझ के इस संसार सागर तो बचा लो, ते मेरे भी दुष्ट दोखियां का आप नाश करो। ये निम्रता है महाराज दी।
ਅਸਲ ਵਿੱਚ ਇਹ ਬਣਾਇਆ ਹੈ ਪਾਠ ਖਾਲਸੇ ਵਾਸਤੇ ਕਿ ਖਾਲਸੇ ਨੇ ਉਹ ਬੇਨਤੀਆਂ ਕਰਤੀਆਂ। ਆਪ ਤਾਂ ਸਰਬ ਕਲਾ ਸਮਰੱਥ ਨੇ ਮਹਾਰਾਜ, ਪਰ ਸਾਨੂੰ ਵੀ ਤਾਂ ਸਿੱਖਿਆ ਦੇਣੀ ਹੈ ਨਾ। ਸਾਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਨੇ ਐਸੇ ਬਚਨ ਕੀਤੇ ਨੇ। ਹੁਣ ਅੱਗੇ 10ਵੇਂ ਪਾਤਸ਼ਾਹ ਮਹਾਕਾਲ ਦੇ ਅੱਗੇ ਬੇਨਤੀ ਰੂਪ ਚੌਪਈ ਕਥਨ ਕਰਦੇ ਨੇ। ਵੈਸੇ ਤਾਂ ਨਿਤਨੇਮ ਦੀਆਂ ਬਾਣੀਆਂ ਵਿੱਚ ਤੇ ਅੰਮ੍ਰਿਤ ਦੀਆਂ 5 ਬਾਣੀਆਂ ਵਿੱਚ ਚੌਪਈ ਸਾਹਿਬ ਦਾ ਪਾਠ ਇੱਥੇ ਕਬਿਓ ਬਾਤ ਬੇਨਤੀ ਤੋਂ ਸ਼ੁਰੂ ਹੁੰਦਾ, ਪਰ ਪਾਠਕਾਂ ਦੀ ਜਾਣਕਾਰੀ ਵਾਸਤੇ ਕਹਿੰਦੇ ਪੁੰਨ ਰਾਖਸ਼ ਕਾ ਕਾਟਾ ਸੀਸਾ ਦੀਆਂ ਇਹ ਜੋ ਚੌਪਈਆਂ ਨੇ ਆਰੰਭ ਕੀਤੀਆਂ ਪਹਿਲਾਂ, ਇਸ ਤੋਂ ਪਹਿਲਾਂ ਵੀ ਹੈ ਬਾਹਰ ਅਸਰ ਕਾ ਕਾਟ ਸਮਾਥਾ, ਇਸ ਤੋਂ ਪਹਿਲਾਂ ਵੀ ਚੌਪਈ ਆ। ਕਿਉਂਕਿ ਅਖੀਰਲੇ ਚਰਿੱਤਰ ਵਿੱਚ ਜਾ ਕੇ ਜਦੋਂ ਅਕਾਲ ਪੁਰਖ ਦਾ ਜੰਗ ਦੱਸਿਆ ਹੋਣਾ, ਉਹ ਫਿਰ ਸਾਰਾ ਪ੍ਰਸੰਗ ਲਿਖਿਆ। ਕਿਉਂਕਿ ਆਪਣੇ ਜ਼ਿਆਦਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗਦੇ ਨੇ, ਸਾਰੇ ਪਾਠ ਕਰਦੇ ਨੇ, ਬਹੁਤੇ ਸੰਥਿਆ ਵੀ ਨਹੀਂ ਕਰਦੇ। ਆਦਿ ਸ੍ਰੀ ਦਸਮ ਗ੍ਰੰਥ ਦਾ ਪਾਠੀ ਬਹੁਤ ਹੀ ਔਖਾ ਮਿਲਦਾ ਹੈ। ਕੋਈ ਹੈ ਜੋ ਆਦਿ ਸ੍ਰੀ ਦਸਮ ਗ੍ਰੰਥ ਜਿਨ੍ਹਾਂ ਨੇ ਪੜ੍ਹਿਆ ਤਾਂ ਉਹਨਾਂ ਨੂੰ ਪਤਾ ਹੈ ਕਿ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਕਿੱਥੇ ਤੱਕ ਕੀ ਲਿਖਿਆ ਹੈ। ਜਦੋਂ ਤੱਕ ਨਹੀਂ ਜਾਣਕਾਰੀ ਉਦੋਂ ਤੱਕ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਉਲਝੇਵੇਂ ਵਿੱਚ ਵੀ ਪੈ ਸਕਦੇ। ਹੁਣ ਅੱਗੇ ਮਹਾਰਾਜ ਪ੍ਰਾਰੰਭ ਕਰਦੇ ਨੇ ਕਬਿਓ ਬਾਚ ਬੇਨਤੀ ਚੌਪਈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਆਪ ਨੂੰ ਕਵੀ ਵਰਣਨ ਕਰਦੇ ਨੇ ਤੇ ਪਰਮੇਸ਼ਰ ਅੱਗੇ ਬੇਨਤੀ ਕਰਦੇ ਨੇ। ਇਹ ਨਿਮਰਤਾ ਹੈ ਉਹਨਾਂ ਦੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਈ ਥਾਂ ਲਿਖਿਆ ਹੁਣ ਢਾਡੀ ਬੇਕਾਰ ਕਾਰੈ ਲਾਇਆ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਕਿਤੇ ਸ਼ਾਇਰ ਲਿਖਿਆ ਹੈ, ਕਿਤੇ ਕਵੀ ਲਿਖਿਆ ਹੈ, ਕਿਤੇ ਢਾਡੀ ਲਿਖਿਆ ਹੈ, ਕਿਤੇ ਕੁਛ ਲਿਖਿਆ। ਆਪ ਮਹਾਰਾਜ ਦੀ ਨਿਮਰਤਾ ਹੈ ਗੁਰੂ ਨਾਨਕ ਸਾਹਿਬ ਦੀ। ਫਿਰ ਇਹ ਵੀ ਲਿਖਿਆ ਕਿ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਇਹ ਨਿਮਰਤਾ ਦੇ ਬਚਨ ਨੇ। ਅਮਰੀ ਕਰੋ ਹਾਥ ਦੈ ਰੱਛਾ। ਇਹ ਮਹਾਕਾਲ ਹੈ ਪ੍ਰਮਾਤਮਾ ਜੀ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੇਰੀ ਰੱਖਿਆ ਕਰੋ ਜੀ। ਅਮਰੀ ਸਾਡੀ ਸਾਰਿਆਂ ਦੀ ਰੱਖਿਆ ਕਰੋ ਜੀ। ਖਾਲਸੇ ਪੰਥ ਦੀ ਰੱਖਿਆ ਕਰੋ, ਸਹਾਇਤਾ ਕਰੋ। ਪੂਰਨ ਹੋਏ ਚਿੱਤ ਕੀ ਇੱਛਾ, ਤਾਂ ਕਿ ਮੇਰੇ ਜਿਹੜੀ ਚਿੱਤ ਦੀ ਇੱਛਾ ਹੈ ਉਹ ਪੂਰਨ ਹੋ ਸਕੇ। ਸਾਡੀ ਕਿਰਪਾ ਰੂਪੀ ਹੱਥ ਦੇ ਕੇ ਆਪ ਰੱਖਿਆ ਕਰੋ। ਮੇਰੇ ਚਿੱਤ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਸਕੇ। ਤਾਂ ਕਿਹੜੀ ਇੱਛਾ ਹੈ ਤੁਹਾਡੇ ਚਿੱਤ ਦੀ? ਤਬ ਚਰਨਨ ਮਨ ਰਹਾ ਹਮਾਰਾ। ਤੁਹਾਡੇ ਚਰਨਾਂ 'ਚ ਹੀ ਸਾਡਾ ਮਨ ਜੁੜਿਆ ਰਹੇ। ਇਹੀ ਇੱਛਾ ਕਰਦੇ ਹਾਂ, ਕਿਉਂਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਮਹਾਰਾਜ ਨੇ ਤਾਂ ਆਪ ਬਚਨ ਕੀਤੇ ਨੇ, ਸਾਡੀ ਸੁਰਤੀ ਤਾਂ ਉੱਥੇ ਜੁੜੀ ਹੋਈ ਸੀ, ਸਾਨੂੰ ਤਾਂ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਸੰਸਾਰ ਵਿੱਚ ਆਉਣਾ ਪਿਆ। ਇਸ ਕਰਕੇ ਤੁਹਾਡੇ ਚਰਨਾਂ 'ਚ ਸਾਡਾ ਮਨ ਜੁੜਿਆ ਰਹੇ। ਆਪਣਾ ਜਾਨ ਕਰੋ ਪ੍ਰਤਪਾਰਾ। ਆਪਣਾ ਦਾਸ ਜਾਣ ਕੇ, ਆਪਣਾ ਜਾਨ ਇਹ ਵਿਸ਼ੇਸ਼ ਅੱਖਰ ਹੈ। ਆਪਣਾ ਜਾਣ ਕੇ ਸਾਡੀ ਆਪ ਪਾਲਣਾ ਕਰੋ। ਇੱਕ ਤਾਂ ਹੁੰਦੇ ਨੇ ਬਗਾਨੇ ਜਾਣ ਕੇ ਪਾਲਣਾ ਕਰਨੀ। ਮਹਾਰਾਜ ਜੀ ਆਪਣੇ ਦਾਸ ਜਾਣ ਕੇ ਸਾਡੀ ਪਾਲਣਾ ਕਰੋ। ਅਸੀਂ ਤੁਹਾਡੇ ਬੱਚੇ ਹਾਂ। ਕਈ ਤਾਂ ਤੁਹਾਨੂੰ ਮੰਨਦੇ ਹੀ ਨਹੀਂ, ਉਹ ਕਹਿੰਦੇ ਮੈਂ ਆਪਣੇ ਆਪ ਹੀ ਸਾਰਾ ਕੁਝ ਕਰ ਲੂੰਗਾ। ਉਹਨਾਂ ਨੂੰ ਤਾਂ ਸੁਤੇ ਸਿੱਧੀ ਰੋਜੀ ਮਿਲਦੀ ਹੈ ਜਿਹੜੀ ਪਰਾਲਬਧ ਲਿਖੀ ਹੋਈ ਹੈ। ਤੇ ਆਪਣੇ ਭਗਤਾਂ ਦੀ ਤੁਸੀਂ ਪੂਰਨ ਰੱਖਿਆ ਕਰਦੇ ਹੋ। ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰਨਾਕਸ਼ ਦੁਸ਼ਟ ਨੂੰ ਤੁਸੀਂ ਮਾਰਿਆ ਤੇ ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਦੀ ਪਾਲਣਾ ਕਰ ਲਈ। ਇਸੇ ਤਰ੍ਹਾਂ ਹੀ ਸਾਡੇ ਤੇ ਵੀ ਕਿਰਪਾ ਕਰੋ, ਜਿਹੜੇ ਅਸੀਂ ਆਪ ਜੀ ਦੇ ਪ੍ਰਹਿਲਾਦ ਵਰਗੇ ਹਾਂ। ਬੇਸ਼ੱਕ ਅਸੀਂ ਇਹੋ ਜਿਹੇ ਬਣਦੇ ਨਹੀਂ, ਸਾਡੇ ਵਿੱਚ ਉਹ ਜਿਹੇ ਸ਼ੁਭ ਗੁਣ ਨਹੀਂ ਹੈ, ਪਰ ਸਾਰੀ ਕਿਰਪਾ ਤਾਂ ਤੁਸੀਂ ਵੀ ਕਰਨੀ ਹੈ, ਸ਼ੁਭ ਗੁਣ ਵੀ ਦੇਣੇ ਨੇ, ਸਾਡੀ ਰੱਖਿਆ ਵੀ ਕਰਨੀ ਹੈ। ਹਮਰੀ ਕਰੋ ਹਾਥ ਦਾ ਰੱਛ। ਕਿੱਥੋਂ ਕੋਈ ਵੀ ਸੰਕਟ ਆ ਜੇ, ਕੋਈ ਦੁਸ਼ਮਣ ਆ ਜੇ, ਔਰ ਕਿਸੇ ਪ੍ਰਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੰਗ ਕਰਦੇ ਹੋਣ, ਤਾਂ ਵੀ ਹਮਰੀ ਕਰੋ ਹਾਥ ਦਾ ਰੱਛਾ। ਕਿਰਪਾ ਕਰਕੇ ਮਹਾਰਾਜ ਸਾਡੀ ਰੱਖਿਆ ਕਰੋ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ, ਇਹ ਸੰਸਾਰ ਦੇ ਧੰਦਿਆਂ ਤੋਂ। ਕਿਸੇ ਪਾਸੇ ਵੀ ਲਾਓ, ਕੋਈ ਚੀਜ਼ ਵੀ ਸੰਕਟ ਦਿੰਦੀ ਹੈ, ਕਿਸੇ ਪਾਸੇ ਦੀ ਵੀ ਰੱਖਿਆ ਲੈ ਲਓ। ਸਾਰੇ ਪਾਸੇ ਰੱਖਿਆ ਕਰਨਗੇ। ਕਲਯੁਗ ਤੋਂ ਰੱਖਿਆ ਕਰੋ, ਮਾਇਆ ਤੋਂ ਰੱਖਿਆ ਕਰੋ, ਵਿਸ਼ਿਆਂ ਤੋਂ ਰੱਖਿਆ ਕਰੋ। ਫਿਰ ਆ ਨੀਂਦ ਆਲਸ ਦਲਿੱਦਰ ਪਿਆ ਹੋਇਆ ਇਹ ਤੋਂ ਰੱਖਿਆ ਸਾਡੀ ਮਹਾਰਾਜ ਆਪ ਹੀ ਕਰੋ। ਹਮਰੇ ਦੁਸ਼ਟ ਸਭੈ ਤੁਮ ਕਾਵਹੋ। हे ਅਕਾਲ ਪੁਰਖ, ਮੇਰੇ ਸਾਰੇ ਜਿੰਨੇ ਦੁਸ਼ਟ ਨੇ ਉਹਨਾਂ ਸਾਰਿਆਂ ਦਾ ਨਾਸ਼ ਕਰ ਦਿਓ। ਕਾਮ ਕ੍ਰੋਧ ਵੀ ਸਾਡੇ ਦੁਸ਼ਮਣ ਨੇ, ਇਹਨਾਂ ਦੀ ਵੀ ਅਸੀਂ ਇਹੀ ਬੇਨਤੀ ਕਰਕੇ ਮੰਗਣੀ, ਮਹਾਰਾਜ ਇਹਨਾਂ ਦਾ ਵੀ ਨਾਸ਼ ਕਰੋ। ਆਪ ਹਾਥ ਦਾ ਮੋਹੇ ਬਚਾਵ। ਕਿਰਪਾ ਕਰੋ, ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਸਹਾਇਤਾ ਕਰੋ, ਮੈਨੂੰ ਇਹਨਾਂ ਦੁਸ਼ਟਾਂ ਤੋਂ ਬਚਾ ਲਓ। ਜੇ ਤਾਂ ਜੰਗ ਦਾ ਸਮਾਂ ਬਣ ਜਾਵੇ ਤਾਂ ਇਹ ਬੇਨਤੀਆਂ ਠੀਕ ਨੇ। ਜੇ ਘਰ ਬੈਠੇ ਪਾਠ ਕਰਨਾ ਤਾਂ ਫਿਰ ਕਾਮ ਕ੍ਰੋਧ ਆਦਿਕ ਦੁਸ਼ਮਣ ਨੇ ਸਾਡੇ,
ਪ੍ਰਤੱਖ ਵੀ ਜੇ ਕੋਈ ਦੁਸ਼ਮਣੀ ਕਰਦਾ ਹੈ ਜਾਂ ਕੋਈ ਖਰਾਬ ਕਰਨ ਲੱਗ ਜਾਏ ਤਾਂ ਫਿਰ ਚੌਪੀ ਦੇ 25 ਕੁ ਪਾਠ ਪਰ ਆਰੰਭ ਕਰੋ, ਆਪੇ ਟਲ ਜਾਊਗਾ ਪਰੇ ਨੂੰ। ਤਾਂ ਮਹਾਰਾਜ ਫਿਰ ਉਹਦੇ ਉੱਤੇ ਬਖਸ਼ਿਸ਼ ਕਰ ਦਿੰਦੇ ਨੇ। ਸੁਖੀ ਬਸੈ ਮੋਰ ਪਰਿਵਾਰਾ, हे ਕਰਤਾਰ, हे ਪਰਮੇਸ਼ਰ ਜੀ, हे ਵਾਹਿਗੁਰੂ ਜੀ, ਕਿਰਪਾ ਕਰੋ, ਇਹ ਮੇਰਾ ਪਰਿਵਾਰ ਹੈ, ਇਹ ਸੁਖੀ ਬਸੇ। ਕਿਹੜਾ ਪਰਿਵਾਰ ਕਿਹਾ ਹੈ? ਸੇਵਕ ਸਿੱਖ ਸਭੈ ਕਰਤਾਰਾ, ਜਿੰਨੇ ਸਿੱਖ ਸੇਵਕ ਨੇ ਇਹ ਮੇਰਾ ਪਰਿਵਾਰ ਹੈ। ਸਿੱਖ ਸੰਗਤਾਂ ਮੇਰੀਆਂ, ਖਾਲਸਾ ਪੰਥ ਮੇਰਾ ਪਰਿਵਾਰ ਹੈ। ਇਹ ਸਾਰੇ ਜਾਣੇ ਹੀ ਸੁਖੀ ਵਸਦੇ ਰਹਿਣ। ਸਾਡੇ ਲਈ ਅਰਦਾਸਾਂ ਆਪ ਕੀਤੀਆਂ ਮਹਾਰਾਜ ਨੇ, 10ਵੇਂ ਪਾਤਸ਼ਾਹ ਨੇ, ਮੇਰਾ ਪੰਥ ਸੁਖੀ ਵਸੇ। ਜਿਵੇਂ ਬਚਨ ਕੀਤਾ ਹੈ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਮੈਂ ਭਾਵੇਂ ਉਜੜ ਜਾ, ਮੇਰੀ ਕੋਈ ਗੱਲ ਨਹੀਂ, ਪਰ ਮੇਰਾ ਪੰਥ ਵਸੇ, ਵਸਦਾ ਰਸਦਾ ਰਹੇ। ਇਹ ਬੇਨਤੀਆਂ ਅਕਾਲ ਪੁਰਖ ਦੇ ਚਰਨਾਂ 'ਚ ਪਹਿਲਾਂ ਹੀ ਕਰ ਦਿੱਤੀਆਂ ਨੇ। ਮੋਰ ਅੱਛਾ ਨਿਜ ਕਰਦਾ ਕਰੀਐ, ਨਿਜ ਕਰਦਾ ਆਪਣਾ ਹੱਥ ਦੇ ਕਰਕੇ ਮੇਰੀ ਰੱਖਿਆ ਕਰੋ। ਸਭ ਬੈਰਿਨ ਕਉ ਆਜ ਸੰਘਰੀਐ, ਮਹਾਰਾਜ ਜੀ ਕਿਰਪਾ ਕਰੋ, ਜਿੰਨੇ ਵੈਰੀ ਨੇ ਮੇਰੇ ਸਾਰੇ ਹੀ ਮਾਰ ਦਿਓ, ਸਮਾਪਤ ਕਰ ਦਿਓ ਉਹਨਾਂ ਨੂੰ, ਕੋਈ ਵੈਰੀ ਉੱਠ ਨਾ ਸਕੇ। ਸੱਸਾ ਉੱਤੇ ਟਿੱਪੀ, ਘੱਗਾ ਰਾਰੇ ਸਿਹਾਰੀ, ਯਈਏ ਨੂੰ ਦੁਲਾਵਾਂ ਆ ਗਈਆਂ। ਸੰਘਰੀਐ, ਹੁਣ ਸੰਘਰਿਆ ਨਹੀਂ ਕਹਿਣਾ ਇਹਨੂੰ, ਕਿਉਂਕਿ ਇਹ ਪਾਠ ਨੇ ਯਈਆ ਲੱਗਣ ਕਰਕੇ ਤਬਦੀਲ ਹੋਣਾ। ਕਰੀਆ ਤੇ ਸੰਘਰੀਆ, ਜਦੋਂ ਆਪਾਂ ਸੰਘਰਿਆ ਕਰਾਂਗੇ ਤਾਂ ਇੱਥੇ ਤਾਂ ਪਾਠ ਸੰਘਰਿਆ ਤਾਂ ਬਣਦਾ ਜੇ ਇੱਥੇ ਐੜੇ ਨੂੰ ਦਲਾਈਆਂ ਲੱਗੀਆਂ ਹੁੰਦੀਆਂ। ਇਸ ਕਰਕੇ, ਕਿਉਂਕਿ ਯਈਆ ਹੈ ਯਈਆ, ਇਸ ਕਰਕੇ ਬੋਲੋ ਰਾਰੇ ਸਿਹਾਰੀ ਤੇ ਯਈਏ ਦਲਾਵਾਂ ਰੀਆ ਸੰਘਰੀਆ। ਪੂਰਨ ਹੋਏ ਹਮਾਰੀ ਆਸਾ, ਮਹਾਰਾਜ ਜੀ ਕਿਰਪਾ ਕਰੋ, ਸਾਡੀ ਇੱਕ ਇੱਛਾ ਹੈ। ਕਿਹੜੀ ਇੱਛਾ ਹੈ? ਜਿਹੜੀ ਪੂਰੀ ਹੋਣ ਨੂੰ ਕਹਿੰਦੇ ਆ। ਤੋਰ ਭਜਨ ਕੀ ਰਹਿ ਪਿਆਸਾ, ਸਾਡੀ ਇੱਛਾ ਹੈ ਕਿ ਬਸ ਤੁਹਾਡੇ ਭਜਨ ਦੀ ਹੋਈ ਪਿਆਸ ਲੱਗੀ ਰਹੇ, ਇਹ ਪਿਆਸ ਨਾ ਜਾਵੇ ਮੇਰੀ, ਦਿਨ ਰਾਤ ਸਿਮਰਨ ਦੇ ਵਿੱਚ ਲੱਗੇ ਰਹੀਏ। ਅਥਵਾ ਕੋਈ ਵੀ ਸਾਡੀ ਆਸਾ ਹੈ, ਕੋਈ ਵੀ ਇੱਛਾ ਹੈ, ਉਹ ਵੀ ਪੂਰੀ ਕਰੋ, ਪਰ ਤੁਹਾਡੇ ਭਜਨ ਦੀ ਆਸਾ ਲੱਗੀ ਰਹੇ। ਇਹ ਲਾਲਚ ਹੋਂ ਗੁਣ ਤਾਉ ਉਚਰੋਂ, ਆਪ ਵੀ ਬੇਨਤੀਆਂ ਕਰਦੇ ਨੇ। ਤੁਮਹੈ ਛਾੜ ਕੋਈ ਅਵਰ ਨਾ ਧਿਆਉ, हे ਅਕਾਲ ਪੁਰਖ ਮਹਾਰਾਜ ਜੀ, ਤੁਹਾਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਵੀ ਧਿਆਵਾਂ ਨਾ। ਮੈਨੂੰ ਇਹ ਵੀ ਬਲ ਬਖਸ਼ੋ ਕਿ ਤੁਹਾਨੂੰ ਛੱਡ ਕੇ ਐਵੇਂ ਇੱਧਰ ਉੱਧਰ ਭਟਕਦਾ ਨਾ ਫਿਰਾਂ। ਅਖੀਰ ਤੇ ਜਾ ਕੇ ਇਹੀ ਬਚਨ ਕਹਿਣਗੇ, ਜੋ ਵਰ ਚਾਹਉ ਸੋ ਤੁਮ ਤੇ ਪਾਉ, ਜਿਹੜਾ ਵੀ ਮੈਨੂੰ ਵਰ ਦੀ ਲੋੜ ਹੋਵੇ, ਚਾਹਉ ਹਾਹੇ ਦੇ ਉੱਤੇ ਕਨੌੜਾ ਲੱਗਿਆ ਹੋਇਆ, ਇਸ ਕਰਕੇ ਚਾਹਉ ਪਾਠ ਕਰੋ। ਜੋ ਵਰ ਚਾਹੂੰ ਨਹੀਂ ਕਰਨਾ, ਜਾਂ ਜੋ ਵਰ ਚਾਹੋ ਹੋ ਨਹੀਂ ਕਹਿਣਾ, ਹਾਓ। ਜੇ ਪਾਠ ਨਹੀਂ ਬੋਲਣਾ ਆਉਂਦਾ ਤਾਂ ਚੱਚੇ ਕੰਨਾਂ ਲਾ ਲਓ ਲਿਖ ਕੇ, ਹਾਹਾ ਊੜੇ ਨੂੰ ਔਂਕੜ, ਚਾਹਾਂ ਉੱਤੇ ਬਿੰਦੀ। ਜੋ ਵਰ ਚਾਹੋਂ ਸੋ ਤੁਮ ਤੇ ਪਾਉਂ, ਜਿਹੜਾ ਵੀ ਵਰ ਦੀ ਲੋੜ ਹੋਵੇ ਤੁਹਾਡੇ ਪਾਸੋਂ ਹੀ ਪ੍ਰਾਪਤ ਕਰਾਂ। ਜਿਵੇਂ 10ਵੇਂ ਪਾਤਸ਼ਾਹ ਦੇ ਪਾਸ ਸਿੱਖ ਚੱਲਿਆ, ਸਰਸਾ ਪਾਰ ਕਰਨ ਲੱਗੇ, 2 ਸੋਹਣੇ ਸੋਹਣੇ ਬੱਚੇ ਨੇ ਪਾਸ। ਇਸਤਰੀ ਨੇ ਕਿਹਾ ਸੀ ਇਹ ਮੇਰੇ ਲਾਲਾਂ ਵਾਲੇ ਨੇ ਮੈਨੂੰ ਦਿੱਤੇ ਨੇ, ਪੀਰ ਨੇ ਬੱਚੇ। ਸਿੱਖ ਕਹਿਣਾ ਨਹੀਂ, 10ਵੇਂ ਪਾਤਸ਼ਾਹ ਨੇ ਦਿੱਤੇ ਨੇ। ਫਿਰ ਭਗਾ ਕੇ ਮਾਰੇ, ਸਰਸਾ 'ਚ ਰੋਂਦੇ ਕਰਲਾਉਂਦੇ, ਉੱਥੇ ਸਿੱਖਣੀ ਨਾਲ ਆ ਗਈ, ਰੌਲਾ ਪਾ ਰਹੀ। ਉਸ ਵਕਤ ਮਹਾਰਾਜ ਨੇ ਪੁੱਛਿਆ, ਬੀਬੀ ਰੋ ਰਹੀ ਹੈ? ਕਹਿੰਦੇ ਮੇਰੇ ਬੱਚੇ ਮਾਰੇ ਭਗਾ ਕੇ, ਮੈਂ ਲਾਲਾਂ ਵਾਲੇ ਪੀਰ ਤੋਂ ਲਏ ਸੀ। ਮਹਾਰਾਜ ਕਹਿੰਦੇ ਕਿਉਂ ਵੀ ਸਿੱਖਾ ਬੱਚੇ ਭਗਾ ਕੇ ਮਾਰੇ? ਕਹਿੰਦੇ ਮਹਾਰਾਜ ਮੈਂ ਤਾਂ ਇੰਨਾ ਹੀ ਕਿਹਾ ਸੀ ਕਿ ਮੈਂ ਬੱਚੇ 10ਵੇਂ ਪਾਤਸ਼ਾਹ ਤੋਂ ਲਏ ਨੇ। ਜੋ ਵਰ ਚਾਹੋ ਸੋ ਤੁਮ ਤੇ ਪਾਉ, ਮਹਾਰਾਜ ਮੈਂ ਤਾਂ ਤੁਹਾਤੋਂ ਹੀ ਲੈਣੇ। ਮਹਾਰਾਜ ਦੇ ਉੱਤੇ ਚਿੱਟੇ ਰੰਗ ਦਾ ਚਾਦਰਾ ਲਿਆ ਹੋਇਆ ਸੀ, ਚਾਦਰਾ ਉਤਾਰ ਦਿੱਤਾ। ਦੋਵੇਂ ਬੱਚੇ ਚਾਦਰੇ ਵਿੱਚੋਂ ਕੱਢ ਕੇ ਪਕੜਾ ਦਿੱਤੇ। ਸਿੱਖ ਨੂੰ ਆ ਲੈ ਭਾਈ, ਜੇ ਤੇਰੀ ਇੱਛਾ ਮੈਥੋਂ ਲੈਣੇ ਮੇਰੇ ਪਾਸੋਂ ਲੈ ਲੈ। ਸੇਵਕ ਸਿੱਖ ਹਮਾਰੇ ਤਾਰੀ ਹੈ, ਇਹ ਵਾਹਿਗੁਰੂ ਮੇਰੇ ਸਾਰੇ ਸਿੱਖਾਂ ਸੇਵਕਾਂ ਨੂੰ ਤੁਸੀਂ ਤਾਰਨਾ। ਸਾਡੇ ਲਈ ਤਾਂ ਪਹਿਲਾਂ ਹੀ ਅਰਦਾਸਾਂ ਕਰਦੇ ਨੇ। ਅਸੀਂ ਜੇ ਸਹੀ ਅਰਥਾਂ 'ਚ ਸੇਵਕ ਸਿੱਖ ਬਣ ਜਾਈਏ, ਅੰਮ੍ਰਿਤ ਛਕ ਲਈਏ ਖੰਡੇ ਬਾਟੇ ਦਾ, ਫਿਰ ਤਾਂ ਜ਼ਰੂਰ ਤਾਰਨਗੇ, ਕਿਉਂਕਿ ਜਦੋਂ ਉਹਨਾਂ ਦਾ ਬਚਨ ਮੰਨਾਂਗੇ। ਚੁਣ ਚੁਣ 70 ਹਮਾਰੇ ਮਾਰੀਆ ਹੈ, ਕਿਰਪਾ ਕਰੋ ਮਹਾਰਾਜ ਜੀ, ਜਿਹੜੇ ਇਹ ਦੁਸ਼ਮਣ ਨੇ ਇਹਨਾਂ ਨੂੰ ਚੁਣ ਚੁਣ ਕੇ ਸਮਾਪਤ ਕਰ ਦਿਓ। ਚੁਣ ਚੁਣ ਕੇ ਕੰਡਿਆਂ ਵਾਂਗੂ ਕੱਢ ਦਿਓ ਇਹਨਾਂ ਸਾਰਿਆਂ ਨੂੰ। ਜਿਤਨੇ ਵੀ ਦੁਸ਼ਟ ਨੇ ਇਹ ਸਾਰੇ ਸਮਾਪਤ ਹੋ ਜਾਣ। ਫਿਰ ਔਰੰਗੇ ਤੱਕ ਦੇਖੋ ਸਾਰੇ ਹੀ ਸਮਾਪਤ ਹੋਏ। ਚੁਣ ਚੁਣ ਕੇ ਪਰਮੇਸ਼ਰ ਨੇ ਸਾਰੇ ਹੀ ਸਮਾਪਤ ਕਰ ਦਿੱਤੇ। ਆਪ ਹਾਥ ਦੇ ਮੁਝੈ ਉਬਰੀਐ, ਆਪ ਕਿਰਪਾ ਕਰੋ, ਕਿਰਪਾ ਰੂਪੀ ਹੱਥ ਦੇ ਕੇ ਮੈਨੂੰ ਉਬਰੀਐ ਤੋਂ ਭਾਵ ਬਚਾ ਲਓ। ਇੱਥੇ ਵੀ ਉਬਰਿਆ ਨਹੀਂ ਕਹਿਣਾ, ਉਬਰੀਐ, ਬਚਾ ਲਓ ਮੈਨੂੰ ਹੱਥ ਦੇ ਕੇ। ਮਰਨ ਕਾਲ ਕਾ ਤਰਾਸ ਨਿਵਰੀਐ,
ਜਿਹੜਾ ਹਰ ਵਕਤ ਮੇਰੇ ਮਰਨ ਦਾ ਡਰ ਰਹਿੰਦਾ ਮਨ ਦੇ ਵਿੱਚ ਕਿ ਮਰਨ ਸਮੇਂ ਮੈਂ ਦੁਖੀ ਨਾ ਹੋਵਾਂ, ਮੈਨੂੰ ਇਉਂ ਨਾ ਹੋਵੇ, ਹੁਣ ਨਾ ਹੋ ਜਾਵੇ, ਇਹ ਮੌਤ ਦਾ ਡਰ, ਇਹ ਵੀ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਿਵਰਤ ਕਰ ਦਿਓ ਜੀ, ਦੂਰ ਕਰ ਦਿਓ। ਪੂਜੋ ਸਦਾ ਹਮਾਰੇ ਪੱਛਾ, ਇਹ ਵਾਹਿਗੁਰੂ ਜੀ ਕਿਰਪਾ ਕਰੋ, ਹਮੇਸ਼ਾ ਸਾਡੀ ਸਹਾਇਤਾ ਕਰੋ ਆਪ। ਪੱਛਾ ਤੋਂ ਭਾਵ ਹੁੰਦਾ ਪੱਖ ਲੈਣਾ ਕਿਸੇ ਦਾ। ਇਹ ਵਾਹਿਗੁਰੂ ਹੋ ਜਾਓ ਸਾਡੇ ਪੱਖ ਵਾਲੇ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ, ਉਹੀ ਬਚਨ ਹੈ ਇਹ। ਸਾਡੀ ਕਿਰਪਾ ਕਰਕੇ ਆਪ ਸਾਡੇ ਪੱਖ ਵਿੱਚ ਹੋਵੋ ਆਪ। ਸ਼੍ਰੀ ਆਸਤੁਜ ਜੂ ਕਰਿਓ ਰੱਛਾ, ਆਸਤੁਜ ਤਲਵਾਰ ਦੀ ਧੁਜਾ ਵਾਲੇ, ਜਿੱਥੇ ਨਿਸ਼ਾਨ ਸਾਹਿਬ ਦੇ ਵਿੱਚ ਤਲਵਾਰ ਦੇ ਨਿਸ਼ਾਨ ਨੇ। ਆਸਤੁਜ ਜੂ ਤੋਂ ਮਤਲਬ ਜੀ, ਜੂ ਉਧਰਲੀ ਬੋਲੀ ਹੋਗੀ ਨਾ, ਅੱਗੇ ਚਲੇ ਜਾਓ ਗਵਾਲੀਅਰ, ਫਿਰ ਅੱਗੇ ਇੱਧਰ ਵੀ ਜੂ ਕਹਿੰਦੇ ਨੇ। ਪਟਨਾ ਸਾਹਿਬ ਰਹੇ ਨੇ ਮਹਾਰਾਜ ਬਿਹਾਰ ਦੇ ਵਿੱਚ, ਇਸ ਕਰਕੇ ਉਧਰ ਜੂ ਜ਼ਿਆਦਾ ਅੱਖਰ ਵਰਦੇ ਜੀ ਦੀ ਥਾਂ ਤੇ। ਹਰ ਜੂ ਰਾਖ ਲਿਓ ਪਤ ਮੇਰੀ, ਇਸ ਕਰਕੇ ਮਹਾਰਾਜ ਨੇ ਉਧਰਲੀ ਬੋਲੀ ਵੀ ਵਿੱਚ ਮਿਲਾਈ, ਸਾਰੇ ਥਾਵਾਂ ਦੀਆਂ ਬੋਲੀਆਂ ਵੀ ਵਿੱਚ ਰੱਖੀਆਂ ਨੇ। ਹਰ ਜੂ ਸ੍ਰੀ ਅਸਤੁਜ ਜੂ ਕਰਿਓ ਰੱਛਾ, हे ਪਰਮੇਸ਼ਰ ਜੀ ਆਪ ਕਿਰਪਾ ਕਰੋ, हे ਤਲਵਾਰ ਦੀ ਧੁਜਾ ਵਾਲੇ ਪ੍ਰਭੂ ਸਾਡੀ ਜ਼ਰੂਰ ਰੱਖਿਆ ਕਰੋ ਆਪ। ਰਾਖ ਲਿਓ ਮੋਹਿ ਰਾਖਣ ਹਾਰੇ, हे ਰੱਖਣ ਵਾਲੇ ਵਾਹਿਗੁਰੂ ਮੈਨੂੰ ਰੱਖ ਲਓ ਜੀ, ਕਿਰਪਾ ਕਰਕੇ ਮੈਨੂੰ ਬਚਾ ਲਓ। ਸਾਹਿਬ ਸੰਤ ਸਹਾਏ ਪਿਆਰੇ, ਇਹ ਪਿਆਰੇ ਸਾਹਿਬ ਤੂੰ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈ, ਸੰਤਾਂ ਦਾ ਮਾਲਕ ਹੈ, ਪਿਆਰਿਆਂ ਦੀ ਸਹਾਇਤਾ ਕਰਨ ਵਾਲਾ ਹੈ। ਦੀਨ ਬੰਧ ਦੁਸ਼ਟਨ ਕੇ ਹੰਤਾ, ਇਹ ਦੀਨਾਂ ਦੁਖੀਆਂ ਦੇ ਸਹਾਇਕ ਵਾਹਿਗੁਰੂ ਤੂੰ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਤੁਮਹੋ ਪੁਰੀ ਚਤੁਰਦਸ ਕੰਤਾ, ਤੁਮਹੋ ਪੁਰੀ ਚਤੁਰਦਸ, 4 ਤੇ 10 14 ਪੁਰੀਆਂ ਵਾਲਾ ਕੰਤਾ ਮਾਲਕ, ਤੁਸੀਂ 14 ਪੁਰੀਆਂ ਦੇ ਮਾਲਕ ਹੋ ਜੀ, ਸਾਰੀ ਸ੍ਰਿਸ਼ਟੀ ਦੇ ਆਪ ਮਾਲਕ ਹੋ ਜੀ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਕੌਣ ਹੈ? ਵਾਹਿਗੁਰੂ। ਵਾਹਿਗੁਰੂ ਅਕਾਲ ਪੁਰਖ ਦੀ ਆਗਿਆ ਨੂੰ ਪਾ ਕੇ ਬ੍ਰਹਮਾ ਨੇ ਸਰੀਰ ਧਾਰਿਆ। ਕਾਲ ਪਾਏ ਸ਼ਿਵਜੂ ਅਵਤਰਾ, ਤੇ ਅਕਾਲ ਪੁਰਖ ਦੀ ਆਗਿਆ ਨੂੰ ਪਾ ਕੇ ਸ਼ਿਵ ਜੀ ਹੋਇਆ, ਪਰਮਾਤਮਾ ਦੇ ਹੁਕਮ ਵਿੱਚ ਹੀ ਹੋਏ ਸਾਰੇ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਵਾਹਿਗੁਰੂ ਦੀ ਆਗਿਆ ਅਨੁਸਾਰ ਹੀ ਵਿਸ਼ਨੂੰ ਨੇ ਪ੍ਰਕਾਸ਼ ਲਿਆ, ਭਾਵ ਜਨਮ ਲਿਆ। ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸਾਰਾ ਤਮਾਸ਼ਾ ਰਚਨਾ ਕਿਹਦਾ ਕੀਤਾ ਹੋਇਆ? ਸਕਲ ਕਾਲ ਕਾ, ਸਾਰਾ ਤਮਾਸ਼ਾ, सकल तमाशा किया काल का, काल की ने वाहिगुरु का किया हुआ तमाशा है सारा है, आज जितना संसार है। जवन काल जोगी शिव कीयो, जिस परमात्मा ने वाहिगुरु ने शिव जी नूं जोगी कीता। वेद राज ब्रह्मा जू थीयो, जिस अकाल पुरख तो ब्रह्मा ने वेदां दा भेद प्राप्त किया। ब्रह्मा नूं वेदां दा ज्ञान कित्थों होया? वेदां दा भेद कित्थों मिलिया? अकाल पुरख तो। ਪਹਿਲਾਂ 4 ਮਹਾਵਾਕ ਉਚਾਰਨ ਕੀਤੇ, ਫਿਰ ਉਹਨਾਂ 4 ਮਹਾਵਾਕਾਂ ਤੋਂ 4 ਵੇਦਾਂ ਦੀ ਰਚਨਾ ਹੋਈ। ਇਸ ਤਰ੍ਹਾਂ ਇੱਥੇ ਵੀ ਵੇਦ ਰਾਜ ਬ੍ਰਹਮਾ ਜੂ ਅੱਖਰ ਆਇਆ, ਮਹਾਰਾਜ ਨੇ ਜੀ ਦੀ ਥਾਂ ਜੂ ਨੂੰ ਵਰਤਿਆ। ਬ੍ਰਹਮਾ ਨੂੰ ਇਹ ਸਾਰਾ ਪ੍ਰਕਾਸ਼ ਪਰਮਾਤਮਾ ਨੇ ਕੀਤਾ। ਜਵਨ ਕਾਲ ਸਭ ਲੋਕ ਸਵਾਰਾ, ਜਿਸ ਅਕਾਲ ਪੁਰਖ ਨੇ ਸਾਰਾ ਸੰਸਾਰ ਸਵਾਰਨਾ ਕੀਤਾ ਹੈ, ਸਾਜਣਾ ਕੀਤਾ ਹੈ। ਨਮਸਕਾਰ ਹੈ ਤਾਹੇ ਹਮਾਰਾ, ਉਸ ਅਕਾਲ ਪੁਰਖ ਨੂੰ ਮੈਂ ਨਮਸਕਾਰ ਕਰਦਾ, ਮੱਥਾ ਟੇਕਦਾ ਬਾਰ-ਬਾਰ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਜਵਨ ਕਾਲ ਸਭ ਜਗਤ ਬਨਾਇਓ, ਜਿਸ ਅਕਾਲ ਪੁਰਖ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ। ਦੇਵ ਦੈਂਤ ਜਛਨ ਉਪਜਾਇਓ, ਦੇਵਤੇ ਦੈਂਤ ਅਤੇ ਜਿਹੜੇ ਯਕਸ਼ ਹੁੰਦੇ ਨੇ, ਯਕਸ਼ ਕਹਿੰਦੇ ਜਿਹਨੂੰ, ਉਹ ਪੈਦਾ ਕੀਤੇ। ਕੁਬੇਰ ਦੇ ਯਕਸ਼, ਇਹ ਸਾਰੇ ਜਿਸ ਨੇ ਬਣਾਏ ਨੇ। ਆਦ ਅੰਤ ਏਕੈ ਅਵਤਾਰਾ, ਆਦ ਤੋਂ ਲੈ ਕੇ ਅੰਤ ਤੱਕ ਜਿਸ ਪਰਮਾਤਮਾ ਦਾ ਇੱਕੋ ਹੀ ਅਵਤਾਰ ਹੈ। ਨਾ ਉਹ ਜੰਮਦਾ ਨਾ ਮਰਦਾ, ਇਹ ਪਿੱਛੇ ਜਾਪ ਸਾਹਿਬ ਦੇ ਵਿੱਚ ਵੀ ਅਰਥ ਹੋ ਚੁੱਕੇ ਨੇ। ਉਸ ਪਰਮਾਤਮਾ ਦਾ ਕੋਈ ਜੰਮਣਾ ਮਰਨਾ ਨਹੀਂ ਹੈ, ਉਹ ਸਦਾ ਹੀ ਰਹਿਣ ਵਾਲਾ ਹੈ। ਸੋਏ ਗੁਰੂ ਸਮਝਿਓ ਹਮਾਰਾ, ਉਸੇ ਅਕਾਲ ਪੁਰਖ ਨੂੰ ਹੀ ਸਾਡਾ ਗੁਰੂ ਸਮਝੋ। ਹੋਰ ਬਥੇਰੇ ਨੇ ਸੰਸਾਰ ਦੇ ਵਿੱਚ, ਪਰ ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਤੁਸੀਂ ਮੰਨਦੇ? ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਭਾਈ ਉਹੀ ਅਕਾਲ ਪੁਰਖ ਨੇ 9 ਸਰੂਪ ਧਾਰੇ ਨੇ ਪਹਿਲਾਂ, ਮੈਂ ਉਹਨਾਂ ਨੂੰ ਤਾਂ ਕਹਿ ਰਿਹਾ ਕਿ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਵਾਹਿਗੁਰੂ ਨੇ ਤਾਂ ਸਰੂਪ ਧਾਰਨ ਕੀਤੇ ਨੇ, ਉਹੀ ਉਸੇ ਨੂੰ ਤਾਂ ਮੈਂ ਕਹਿ ਰਿਹਾ, ਉਸ ਅਕਾਲ ਪੁਰਖ ਦੇ ਤਾਈਂ। ਨਮਸਕਾਰ ਤਿਸਹੀ ਕੋ ਹਮਾਰੇ, ਮੇਰੀ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਹੈ, ਮੈਂ ਮੱਥਾ ਟੇਕਦਾ ਵਾਹਿਗੁਰੂ ਨੂੰ। ਸਕਲ ਪ੍ਰਜਾ ਜਿਨੇ ਆਪ ਸਵਾਰੇ, ਸਾਰੀ ਦੁਨੀਆ ਦੀ ਰਚਨਾ ਜਿਸਨੇ ਆਪ ਪੈਦਾ ਕੀਤੀ ਹੈ। ਉਹ ਰਾਜਾ ਹੈ, ਸੰਸਾਰ ਪ੍ਰਜਾ ਹੈ।
सेवकन को सब गुण सुख देओ। जिस परमात्मा ने सेवकां नूं 100 गुणा सुख दिते ने, इहदा पाठ अंतर की है? सेवकन को शिव गुण सुख दिओ, आम गुटकियां 'ਚ पाठ आउंदा है, पर महापुरुष संत ज्ञानी गोबिंद सिंह जी खालसा महापुरुष और संत ज्ञानी नारायण सिंह जी मजंगा वाले महापुरुषों ने बहुत पुरानी एक 10वें पातशाह के समय की पोथी के दर्शन किए सी। तो ਉਹਦੇ ਵਿੱਚ ਇਹ ਪਾਠ ਸੀ, ਸਿਵਕਨ ਕੋ ਸਵਗੁਣ। ਸਵਗੁਣ ਦਾ ਅਰਥ ਹੈ 100 ਗੁਣਾ, 100 ਗੁਣਾ ਸੁਖ ਦਿੱਤਾ। ਜੇ ਪਾਠ ਕਰੀਏ ਸਿਵਕਨ ਕੋ ਸਿਵਗੁਣ ਸੁਖ ਦਿਓ, ਸਿਵਗੁਣ ਕੀ ਹੋਇਆ? ਸਿਵਗੁਣ ਬਣਦਾ ਨਹੀਂ ਕੁਛ। ਇਸ ਕਰਕੇ ਸਿਵਕਨ ਕੋ ਸਵਗੁਣ ਸੁਖ ਦਿਓ, 100 ਗੁਣਾ ਸੇਵਕਾਂ ਨੂੰ ਸੁਖ ਦਿੱਤੇ ਨੇ। ਜੇ ਸਿਵਗੁਣ ਹੀ ਪੱਕਿਆ ਹੋਇਆ ਤਾਂ ਫਿਰ ਸਿਵਗੁਣ ਜਿਨ੍ਹਾਂ ਦੀ ਜਿੱਥੇ ਕਿ ਟਿਕੀ ਹੋਈ ਬਿਰਤੀ ਉੱਥੇ ਟਿਕਾਈ ਰੱਖੋ, ਪਰ ਇਹ ਅਰਥ ਯਾਦ ਰੱਖਣਾ ਹੈ। 100 ਗੁਣਾ ਸੇਵਕਾਂ ਨੂੰ ਸੁਖ ਦਿੰਦੇ। ਸ਼ੁੱਧ ਪਾਠ ਸਵਗੁਣ ਹੀ ਹੈ। ਸਤਨ ਕੋ ਪਲਮੋ ਬਧ ਕੀਓ, ਅਤੇ ਵੈਰੀਆਂ ਨੂੰ ਇੱਕ ਪਲ ਦੇ ਵਿੱਚ ਹੀ ਤੁਸੀਂ ਮਾਰ ਦਿੱਤਾ। ਸਾਰਿਆਂ ਨੂੰ ਕਿਰਪਾ ਕੀਤੀ ਹੈ ਆਪ ਜੀ ਨੇ, ਜਿਤਨੇ ਵੈਰੀ ਸੀ ਸਾਰਿਆਂ ਦੀ ਸਮਾਪਤੀ ਕਰ ਦਿੱਤੀ। ਜਿਹਨੇ ਆਨੰਦਪੁਰ ਸਾਹਿਬ ਚੜ੍ਹ ਕੇ ਆਏ, ਘਟ ਘਟ ਕੇ ਅੰਤਰ ਕੀ ਜਾਣਤ, ਜੋ ਸਾਰਿਆਂ ਹਿਰਦਿਆਂ ਦੀ ਜਾਣਨ ਵਾਲਾ ਹੈ, ਜਿਹਦੇ ਦਿਲ 'ਚ ਜੋ ਹੈ ਸਭ ਜਾਣ ਲੈਂਦੇ ਨੇ। ਭਲੇ ਬੁਰੇ ਕੀ ਪੀਰ ਪਛਾਨਤ, ਸਾਰੇ ਜਿੰਨੇ ਨੇ ਭਲਾਈ ਕਰਨ ਵਾਲੇ ਬੁਰਾਈਆਂ ਕਰਨ ਵਾਲੇ, ਉਹਨਾਂ ਦੀ ਪੀੜਾ ਕੀ ਆ? ਅੰਤਰੀਵ ਦਸ਼ਾ ਹੁੰਦੀ, ਅੰਦਰੋਂ ਪੀੜਾ ਹੋਣੀ। ਉਹ ਦੱਸਦੇ ਨਹੀਂ ਕਿਸੇ ਨੂੰ, ਪਰ ਮਹਾਰਾਜ ਜਾਣਦੇ ਨੇ ਕਿ ਇਹਦੇ ਅੰਦਰ ਆ ਪੀੜਾ ਛੁਪੀ ਹੋਈ ਹੈ, ਸਭ ਜਾਣਦੇ ਨੇ। ਚੀਟੀ ਤੇ ਕੁੰਚਰਿਆ ਸਥੂਲਾ, ਇਹ ਪ੍ਰਭੂ ਜੀ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਸਾਰੇ ਛੋਟੇ ਵੱਡੇ ਜੀਵਾਂ ਤੇ ਆਪ ਦਇਆ ਕਰਨ ਵਾਲੇ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਦਇਆ ਕਰਕੇ ਫਿਰ ਸਭ ਨੂੰ ਪ੍ਰਫੁੱਲਤ ਕਰਦੇ ਹੋ, ਸਭ ਦੀ ਪਾਲਣਾ ਕਰਦੇ ਹੋ। ਸੰਤਨ ਦੁਖ ਪਾਏ ਤੇ ਦੁਖੀ, ਉਹ ਵਾਹਿਗੁਰੂ ਸੰਤਾਂ ਨੂੰ ਦੁਖੀ ਦੇਖ ਕੇ ਆਪ ਫਿਰ ਦੁਖੀ ਹੋ ਜਾਂਦਾ। ਜਦੋਂ ਦੇਖ ਲਵੇ ਹੁਣ ਸੰਤ ਮਹਾਤਮਾ ਜੱਗ 'ਚ ਦੁਖੀ ਨੇ, ਤਾਂ ਫਿਰ ਉਹ ਵੀ, ਉਹਦਾ ਮਨ ਵੀ ਤੜਫਦਾ ਹੈ ਕਿ ਇਹ ਮੇਰੇ ਪਿਆਰੇ ਦੁਖੀ ਨੇ ਸੰਸਾਰ ਵਿੱਚ, ਮੈਂ ਇਹਨਾਂ ਦੀ ਰੱਖਿਆ ਕਰਾਂ। ਸੁਖ ਪਾਏ ਸਾਧਨ ਕੇ ਸੁਖੀ, ਤੇ ਸੰਤਾਂ ਨੂੰ ਸੁਖ ਨਾਲ ਵਿਚਰਦਾ ਦੇਖ ਕੇ ਪ੍ਰਸੰਨ ਹੁੰਦਾ ਹੈ। ਜੇ ਕੋਈ ਮਹਾਤਮਾ ਨੂੰ ਦੁੱਖ ਦੇਵੇ ਫਿਰ ਪਰਮਾਤਮਾ ਉਹਨੂੰ ਛੱਡਦਾ ਨਹੀਂ ਕਿ ਮੇਰੇ ਪਿਆਰੇ ਨੂੰ ਇਹਨੇ ਦੁੱਖ ਦਿੱਤਾ। ਜੇ ਕੋਈ ਮਹਾਤਮਾ ਨੂੰ ਪ੍ਰਸੰਨ ਕਰ ਦੇਵੇ, ਖੁਸ਼ ਕਰ ਲਵੇ, ਕਿਆ ਮਹਾਤਮਾ ਦੀ ਪ੍ਰਸੰਨਤਾ 'ਚ ਕੀ ਹੁੰਦਾ ਹੈ? ਚੌਥੇ ਪਾਤਸ਼ਾਹ ਨੇ ਬਚਨ ਸੁਣਾਇਆ ਸੰਗਤਾਂ ਨੂੰ। ਸੋ ਕਹਿਣ ਲੱਗੇ, ਜਿਸ ਪ੍ਰਕਾਰ ਕਿਸੇ ਦੇ ਘਰੇ ਬਹੁਤ ਸਾਰੇ ਪੰਛੀ ਆਉਂਦੇ, ਉਹ ਦਾਣੇ ਪਾਉਂਦਾ, ਇੱਕ ਦਿਨ ਅਚਾਨਕ ਉੱਥੇ ਹੰਸ ਆ ਗਏ 2, ਉਹਨੇ ਬੜੇ ਦਾਣੇ ਪਾਏ, ਉਹ ਦਾਣੇ ਖਾਣ ਨਾ। ਕਿਸੇ ਬੰਦੇ ਨੂੰ ਲਿਆ ਕੇ ਦਿਖਾਏ ਵੀ ਇਹ ਜਾਨਵਰ ਕੀ ਖਾਣਗੇ, ਉਹ ਕਹਿੰਦਾ ਇਹ ਹੰਸ ਨੇ ਮੋਤੀ ਖਾਣਗੇ ਔਰ ਦੁੱਧ ਪੀਣਗੇ। ਉਹਨੇ ਦੁੱਧ ਰੱਖਿਆ, ਮੋਤੀ ਰੱਖੇ ਸੁੱਚੇ, ਹੰਸਾਂ ਨੇ ਖਾਧੇ। ਜਾਂਦਿਆਂ ਜਾਂਦਿਆਂ 2 ਲਾਲ ਉਗਲ ਗਏ। ਜਦੋਂ ਲਾਲ ਵੇਚਣ ਗਿਆ ਤਾਂ ਬੜੇ ਬੇਕੀਮਤੇ ਵਿਕੇ। ਇੱਕ ਦਿਨ ਉਹ ਹੰਸਾਂ ਦੀ ਡਾਰ ਲੈ ਕੇ ਆ ਗਏ, 100 ਹੰਸ ਆ ਗਿਆ। 100 ਦੇ 100 ਹੰਸਾਂ ਨੂੰ ਉਹਨੇ ਸੁੱਚੇ ਮੋਤੀ ਅਤੇ ਦੁੱਧ ਛਕਾਇਆ। ਜਾਂਦਿਆਂ ਜਾਂਦਿਆਂ ਇੱਕ ਇੱਕ ਲਾਲ ਸਾਰੇ ਦੇ ਗਏ। ਉਹ ਰਾਜਾ ਮਹਾਰਾਜਾ ਬਣ ਗਿਆ, ਇੰਨਾ ਅਮੀਰ ਹੋ ਗਿਆ। ਚੌਥੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ ਇਹ ਹੈ, ਕੋਈ ਸੰਤ ਮਹਾਤਮਾ, ਕੋਈ ਨਾਮ ਜਪਣ ਵਾਲਾ ਗੁਰਸਿੱਖ ਪ੍ਰੇਮੀ ਹੋਵੇ, ਜਦੋਂ ਉਹਨੂੰ ਅਸੀਂ ਪ੍ਰਸ਼ਾਦਾ ਛਕਾਉਂਦੇ ਕੀ, ਜਿਵੇਂ ਉਹਨੇ ਦੁੱਧ ਤੇ ਮੋਤੀ ਛਕਾਏ ਸੀ ਹੰਸਾਂ ਨੂੰ, ਪ੍ਰਸ਼ਾਦਾ ਛਕਾਇਆ, ਕੋਈ ਬਸਤਰ ਦੇ ਦਿੱਤਾ, ਕੋਈ ਸੇਵਾ ਕਰ ਦਿੱਤੀ, ਬਸ ਉਹ ਜਾਂਦਾ ਜਾਂਦਾ ਜੇ ਇੰਨੀ ਗੱਲ ਵੀ ਕਹਿ ਜਾਵੇ ਭਾਈ ਸੁਖੀ ਰਹੋ, ਬਸ ਉਹ ਫਿਰ ਉਸ ਟੱਬਰ 'ਚ ਕਦੇ ਦੁੱਖ ਆਇਆ ਹੀ ਨਹੀਂ, ਉੱਥੇ ਸੁਖੀ ਸੁਖੀ ਹੋ ਗਏ। ਫਿਰ ਜਾਂਦਾ ਜਾਂਦਾ ਕੋਈ ਕਹਿ ਗਿਆ ਮਹਾਰਾਜ ਸਾਡੇ ਤਾਂ ਔਲਾਦ ਨਹੀਂ ਹੈ, ਚੰਗਾ ਬਈ ਔਲਾਦ ਹੋਵੇਗੀ। ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸਾਖੀ ਆਉਂਦੀ ਹੈ, ਰਮਤੇ ਮਹਾਤਮਾ ਆ ਗਏ, ਉਦਾਸ ਦੇਖ ਕੇ ਕਹਿਣ ਲੱਗੇ ਕੀ ਗੱਲ, ਦੋਵੇਂ ਜਾਣੇ ਸੇਵਾ ਤਾਂ ਕਰ ਰਹੇ ਹੋ ਭਾਈ, ਪਰ ਉਦਾਸ ਜਿਉਂ। ਕਹਿੰਦੇ ਮਹਾਰਾਜ ਘਰ ਦੇ ਵਿੱਚ ਕੋਈ ਪੁੱਤਰ ਹੀ ਨਹੀਂ ਹੈ, ਉਦਾਸ ਤਾਂ ਆਪੇ ਹੋਣਾ। ਕਹਿੰਦੇ ਕੋਈ ਨਹੀਂ, ਇੱਕ ਸੀ ਸ਼ਾਂਤ ਪੁੱਤਰ ਤਾਂ ਬਥੇਰੇ ਹੋ ਜਾਣਗੇ ਤੁਹਾਡੇ ਘਰੇ। ਜਾਂਦੇ ਜਾਂਦੇ ਕਹਿ ਗਏ, ਮਹਾਤਮਾ ਰਮਤੇ ਸੀ ਤੁਰੇ ਜਾਂਦੇ ਆ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਜਿਹੜੇ ਲਾਲ ਨੇ, ਪਿਆਰੇ ਨੇ, ਉਹਨਾਂ ਦੀ ਕਿਰਪਾ ਜਦੋਂ ਉਹ ਖੁਸ਼ ਨੇ ਤਾਂ ਵਾਹਿਗੁਰੂ ਵੀ ਖੁਸ਼ ਹੈ। ਏਕ ਏਕ ਹੀ ਪੀਰ ਪਛਾਨੈ, ਇੱਕ ਇੱਕ ਦੇ ਜੀਵ ਦੇ ਮਨ ਦੀ ਪੀੜਾ ਨੂੰ ਪਹਿਚਾਣ ਲੈਂਦਾ, ਇਹਦੇ ਅੰਦਰ ਕੀ ਪੀੜਾ ਹੈ, ਇਹਦੇ ਅੰਦਰ ਕੀ ਪੀੜਾ ਹੈ, ਜਾਣਦਾ ਸਭ ਦੀਆਂ ਹੈ। ਘਟ ਘਟ ਕੇ ਪਟ ਪਟ ਕੀ ਜਾਣਦਾ ਹੈ, ਅਤੇ ਉਹ ਵਾਹਿਗੁਰੂ ਸਾਰਿਆਂ ਦੇ ਹਿਰਦੇ ਦੇ ਪਰਦਿਆਂ ਦੇ ਅੰਦਰਲੇ ਪਰਦਿਆਂ ਦੀ ਗੱਲ ਨੂੰ ਵੀ ਜਾਣਦਾ ਹੈ। ਘਟ ਘਟ ਕੇ ਹਿਰਦਿਆਂ ਦੇ ਪਟ ਪਟ ਕੀ ਜਾਣਦਾ। ਪਟ ਤੋਂ ਭਾਵ ਪਹਿਲਾ ਪੜਦਾ, ਅੱਗੇ ਫੇਰ ਪਟ, ਅੱਗੇ ਫੇਰ ਦੂਜਾ ਪੜਦਾ। ਹਿਰਦਿਆਂ ਦੇ ਅੰਦਰ ਜਿਹੜਾ ਪੜਦਾ, ਪਰਦੇ ਦੇ ਅੰਦਰ ਫੇਰ ਪੜਦਾ ਹੈ। ਕਈ ਗੱਲਾਂ ਐਸੀਆਂ ਜਿਹੜੀਆਂ ਕੇਵਲ ਆਪਣੇ ਇੱਕ ਸਰੀਰ ਦੇ ਅੰਦਰ ਹੀ ਨੇ, ਦੂਜੇ ਤੱਕ ਨੂੰ ਵੀ ਨਹੀਂ ਪਤਾ, ਇਸਤਰੀ ਨੂੰ ਨਹੀਂ ਪਤਾ, ਰਿਸ਼ਤੇਦਾਰਾਂ ਨੂੰ ਵੀ ਨਹੀਂ ਪਤਾ, ਕਿਸੇ ਮਿੱਤਰ ਨੂੰ ਵੀ ਸਾਡੀ ਉਸ ਪੀੜਾ ਦਾ ਪਤਾ ਨਹੀਂ, ਪਰ ਵਾਹਿਗੁਰੂ ਨੂੰ ਪਤਾ ਹੈ। ਵਾਹਿਗੁਰੂ ਜਾਣਦੇ ਨੇ ਕਿ ਇਹਦੇ ਅੰਦਰ ਕੀ ਪੀੜਾ ਹੈ।
ਜਬ ਉਦ ਕਰਖ ਕਰਾ ਕਰਤਾਰਾ, ਜਦੋਂ ਉਦ ਕਰਖ ਕੀਤਾ ਭਾਵ ਬਾਹਰ ਨੂੰ ਸਵਾਸ ਖਿੱਚਣਾ, ਬਾਹਰ ਨੂੰ ਕੱਢਣਾ। ਜਦੋਂ ਤੂੰ ਆਪਣੇ ਸਵਾਸ ਬਾਹਰ ਨੂੰ ਖਿੱਚਦਾ ਹੈ ਭਾਵ ਸੰਕਲਪ ਕਰਦਾ ਹੈ ਕਿ ਮੈਂ ਇੱਕ ਤੋਂ ਬਹੁਤ ਰੂਪ ਹੋ ਜਾਵਾਂ, ਪਰਜਾ ਧਰਤ ਤਬ ਦੇਹ ਅਪਾਰਾ, ਤਾਂ ਉਸ ਵੇਲੇ ਅਣਗਿਣਤ ਦੇਹਾਂ ਸਾਰੀ ਪਰਜਾ ਤੇ ਆ ਕੇ ਧਰਤੀ ਦੇ ਉੱਤੇ ਆ ਕੇ ਅਣਗਿਣਤ ਹੀ ਦੇਹਾਂ 84 ਲੱਖ ਜੂਨ ਚਾਰੇ ਪਾਸੇ ਫੈਲ ਜਾਂਦੀ ਤੁਹਾਡੇ ਇੱਕ ਸੰਕਲਪ ਨਾਲ। ਜਬ ਆ ਕਰਖ ਕਰਤ ਹੋ ਕਬਹੂ, ਜਦੋਂ ਅੰਦਰ ਨੂੰ ਖਿੱਚਦੇ ਹੋ ਸਵਾਸ, ਜਦੋਂ ਤੁਸੀਂ ਅੰਦਰ ਨੂੰ ਸਵਾਸ ਖਿੱਚਦੇ ਹੋ ਸੰਕਲਪ ਕਰਦੇ ਹੋ ਕਿ ਮੈਂ ਹੁਣ ਇੱਕ ਹੀ ਹੋ ਜਾਵਾਂ ਦੁਬਾਰਾ। ਬਥੇਰਾ ਤਮਾਸ਼ਾ ਦੇਖ ਲਿਆ, ਇਹਨਾਂ ਲੋਕਾਂ ਨੂੰ ਬਥੇਰਾ ਦੇਖ ਲਿਆ, ਇਹ ਨਹੀਂ ਠੀਕ ਆਉਂਦੇ, ਫਿਰ ਇੱਕ ਹੋ ਜਾਓ, ਫਿਰ ਉਸ ਵਕਤ ਇੱਕ ਵੀ ਹੋ ਜਾਂਦੇ ਹੋ। ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਤਾਂ ਸਾਰੀਆਂ ਦੇਹਾਂ ਫਿਰ ਤੁਹਾਡੇ ਵਿੱਚ ਦੁਬਾਰਾ ਮਿਲ ਜਾਂਦੀਆਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰ ਹੈ, ਸਾਰੀ ਸ੍ਰਿਸ਼ਟੀ ਨੇ ਜਿਤਨੇ ਵੀ ਮੂੰਹ ਸਰੀਰ ਧਾਰਨ ਕੀਤੇ ਹੋਏ ਨੇ ਆਪ ਆਪਣੀ ਬੂਝ ਉਚਾਰ ਹੈ। ਇਹ ਵਾਹਿਗੁਰੂ ਉਹ ਸਾਰੇ ਆਪੋ ਆਪਣੀ ਸਮਝ ਅਨੁਸਾਰ ਤੇਰੀ ਸਿਫਤ ਕਰਦੇ ਨੇ। ਕੋਈ ਕਿਸੇ ਤਰ੍ਹਾਂ ਦੀ ਸਿਫਤ ਕਰੀ ਜਾਂਦਾ ਹੈ, ਕੋਈ ਕਿਸੇ ਤਰ੍ਹਾਂ ਦੀ ਕਰੀ ਜਾਂਦਾ ਹੈ, ਆਪੋ ਆਪਣੀ ਬੁੱਧੀ ਦੇ ਮੁਤਾਬਕ ਹੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਪਰ ਆਪ ਜੀ ਸਾਰੀ ਰਚਨਾ ਤੋਂ ਨਿਰਲੇਪ ਰਹਿੰਦੇ ਹੋ, ਪਾਸੇ ਹੋ। ਜਾਣਤ ਵੇਦ ਭੇਦ ਯਾਰ ਆਲਮ, ਗੁੱਝੇ ਰਾਜ ਨੂੰ ਗੁੱਝੇ ਭੇਦ ਨੂੰ ਵੇਦ ਅਤੇ ਆਲਮ ਵਿਦਵਾਨ ਪੁਰਖ ਹੀ ਜਾਣਦੇ ਨੇ ਕਿ ਕੀ ਆਪ ਜਾਣਦੇ ਹੋ। ਇਸ ਦੇ ਤਾਂ ਹੀ ਇਸ ਗੁੱਝੇ ਭੇਦ ਨੂੰ ਕੋਈ ਜਿਹੜੇ ਪੁਰਸ਼ ਨੇ ਨਾ ਪਹੁੰਚੇ ਹੋਏ ਬ੍ਰਹਮ ਗਿਆਨੀ, ਉਹਨਾਂ ਨੂੰ ਹੀ ਆਪ ਜਣਾਉਂਦੇ ਹੋ। ਹੋਰ ਕੋਈ ਇਸ ਆਲਮ ਨੂੰ ਜਾਂ ਸੰਸਾਰ ਦੇ ਤਾਂ ਹੀ ਸਮਝ ਨਹੀਂ ਸਕਿਆ ਕਿ ਕੀ ਭੇਦ ਹੈ, ਕਿਵੇਂ ਬਣਿਆ। ਬ੍ਰਹਮ ਗਿਆਨੀ ਜੇ ਜਾਣਦੇ ਨੇ ਤਾਂ ਉਹ ਦੱਸਦੇ ਨਹੀਂ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਅੰਦਰ ਸਾਰਾ ਕੁਝ ਰੱਖਣਾ ਹੈ। ਉਹਨਾਂ ਨੇ ਪਰਮੇਸ਼ਰ ਦੇ ਸਾਰੇ ਭੇਦ ਕਿਸੇ ਨੂੰ ਦੱਸਣਾ ਹੀ ਨਹੀਂ ਹੈ। ਨਿਰੰਕਾਰ, ਨਿਰਵਿਕਾਰ, ਨਿਰਲੰਭ। ਨਿਰੰਕਾਰ ਦਾ ਮਤਲਬ ਹੁੰਦਾ ਹੈ ਨਿਰਾਕਾਰ, ਜਿਹਦਾ ਕੋਈ ਆਕਾਰ ਹੀ ਨਹੀਂ ਹੈ। ਨਿਰਵਿਕਾਰ ਕੌਣ ਹੈ? ਵਿਕਾਰਾਂ ਤੋਂ ਰਹਿਤ। ਨਿਰਲੰਭ, ਨਿਰ ਅਲੰਭ, ਅਲੰਭ ਨਾਮ ਆਸਰੇ ਦਾ ਹੈ। ਵਾਹਿਗੁਰੂ ਆਸਰੇ ਤੋਂ ਵੀ ਰਹਿਤ ਹੈ। ਆਦ, ਅਨੀਲ, ਅਨਾਦ, ਅਸੰਭ। ਤੇ ਵਾਹਿਗੁਰੂ ਆਦ ਹੈ ਜੋ ਮੁੱਢ ਤੋਂ ਹੀ, ਪਤਾ ਨਹੀਂ ਕਦੋਂ ਕਦਾ, ਇਹ ਤਾਂ ਕਿਸੇ ਨੂੰ ਪਤਾ ਨਹੀਂ। ਆਦ ਰੂਪ ਹੈ ਸਾਰਿਆਂ ਦੀ। ਅਨੀਲ ਜੋ ਗਿਣਤੀ ਤੋਂ ਰਹਿਤ ਹੈ, ਜਿੱਥੇ ਕੋਈ ਗਿਣਤੀ ਨਹੀਂ ਹੈ। ਅਨਾਦ ਜਿਹਦਾ ਕੋਈ ਮੁੱਢ ਵੀ ਨਹੀਂ, ਇਹ ਵੀ ਨਹੀਂ ਪਤਾ ਉਹਦਾ ਮੁੱਢ ਕਦੋਂ ਹੈ, ਕਿਵੇਂ ਹੈ। ਅਸੰਭ। ਅਤੇ ਅਸੰਭ ਕੀ ਹੁੰਦਾ ਹੈ? ਜਿਵੇਂ ਜਾਪ ਸਾਹਿਬ 'ਚ ਵੀ ਆਇਆ ਸੀ ਅਸੰਭ, ਆੜਾ ਮੁਕਤਾ ਪਾਸੇ ਕਰਦੇ ਤਾਂ ਸੰਭ ਨਾਮ ਜਨਮ ਦਾ ਹੈ। ਤੇ ਤੁਸੀਂ ਜਨਮ ਤੋਂ ਵੀ ਰਹਿਤ ਹੋ, ਤੁਹਾਡਾ ਕੋਈ ਜਨਮ ਨਹੀਂ ਹੈ। ਕਦੋਂ ਜਨਮ ਹੋਇਆ? ਤਾ ਕਾ ਮੂੜ ਉਚਾਰਤ ਭੇਦਾ। ਸੋ ਇਹ ਜਿਹੜੇ ਮੂਰਖ ਲੋਕ ਨੇ, ਇਹ ਵਾਹਿਗੁਰੂ ਤੇਰਾ ਭੇਦ ਉਚਾਰਨ ਦਾ ਯਤਨ ਕਰਦੇ ਨੇ। ਬੜੇ ਲੋਕ ਮੈਂ ਦੱਸ ਸਕਦਾ, ਮੈਂ ਕਰ ਸਕਦਾ, ਪਰ ਤੁਹਾਡਾ ਭੇਦ ਕੋਈ ਪਾ ਨਹੀਂ ਸਕਿਆ। ਜਾ ਕੋ ਭੇਵ ਨਾ ਪਾਵਤ ਬੇਦਾ, ਜਦ ਕਿ ਉਹਨਾਂ ਦਾ ਭੇਦ ਵੇਦਾਂ ਨੇ ਵੀ ਨਹੀਂ ਪਾਇਆ। ਨੇਤ ਨੇਤ ਕਥੰਤ ਬੇਦਾ, ਵੇਦ ਵੀ ਜਿਸ ਨੂੰ ਬੇਅੰਤ ਬੇਅੰਤ ਕਹਿ ਕੇ ਪੁਕਾਰਦੇ ਨੇ। ਤਾ ਕਉ ਕਰ ਪਾਹਨ ਅਨੁਮਾਨਤ, ਅੰਦਾਜ਼ਾ ਲਾਉਂਦੇ ਨੇ। ਅਨੁਮਾਨਤ, ਅੰਦਾਜ਼ਾ ਕੀ ਕਹਿੰਦੇ ਨੇ? ਤਾ ਕਉ ਕਰ ਪਾਹਨ, ਅਨੁਮਾਨ ਲਾਉਂਦੇ ਨੇ ਕਿ ਇਹ ਪਰਮੇਸ਼ਰ ਸ਼ਾਇਦ ਪੱਥਰ ਹੋਵੇਗਾ ਜਾਂ ਪੱਥਰ ਵਰਗਾ ਹੋਵੇਗਾ। ਪਾਹਨ ਨਾਮ ਪੱਥਰ ਦਾ ਹੈ ਕਿ ਤੈਨੂੰ ਮੂਰਖ ਲੋਕ ਜਿਹੜੇ ਨੇ ਉਹ ਪੱਥਰ ਸਮਝਦੇ ਨੇ। ਮਹਾ ਮੂੜ ਕਛ ਭੇਦ ਨਾ ਜਾਣਤ, ਮਹਾ ਮੂਰਖਾਂ ਨੇ ਸਾਰੇ ਲੋਕ, ਵਾਸਤਵ ਵਿੱਚ ਉਹ ਤੇਰਾ ਭੇਦ ਨਹੀਂ ਜਾਣ ਸਕੇ, ਤੂੰ ਕੌਣ ਹੈ। ਛੋਟਿਆਂ ਛੋਟਿਆਂ ਨੂੰ ਭਗਵਾਨ ਕਹੀ ਜਾਂਦੇ ਨੇ। ਮਹਾਦੇਵ ਕਉ ਕਹਿਤ ਸਦਾ ਸ਼ਿਵ, ਐਸੇ ਲੋਕ ਮਹਾਦੇਵ ਜੋ ਸ਼ਿਵ ਜੀ ਨੂੰ ਹੀ ਸਦਾ ਸ਼ਿਵ ਮੁਕਤੀ ਦੇਣ ਵਾਲਾ ਕਹਿੰਦੇ ਨੇ। ਇੱਕ ਤਾਂ ਹੈ ਸ਼ਿਵ, ਦੇਹ ਸ਼ਿਵਾ ਬਰ ਮੋਹੇ, ਇਹ ਹੈ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ। ਉਹ ਸ਼ਿਵ ਕਲਿਆਣ ਨੂੰ ਕਹਿੰਦੇ ਨੇ, ਕਲਿਆਣ ਸਰੂਪ ਪਰਮੇਸ਼ਰ ਨੂੰ। ਇੱਕ ਹੈ ਸ਼ਿਵ ਜੀ ਭੋਲੇਨਾਥ। ਇਸ ਕਰਕੇ ਇਹਦੇ ਦੋਨਾਂ ਨਾਵਾਂ ਵਿੱਚ ਵੀ ਇਹ ਫਰਕ ਹੈ। ਇੱਕ ਸ਼ਿਵ ਜੀ, ਇੱਕ ਹੋ ਗਿਆ ਸ਼ਿਵ, ਕਲਿਆਣ ਸਰੂਪ ਪਰਮੇਸ਼ਰ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਮਹਾਦੇਵ ਜੀ ਨੂੰ ਹੀ ਕਦੇ ਸਦਾ ਅਕਾਲ ਪੁਰਖ ਮੰਨੀ ਬੈਠੇ ਨੇ। ਨਿਰੰਕਾਰ ਕਾ ਚਿੰਤ ਨਹਿ ਭਿਵ, ਭਿਵ ਨਾਮ ਹੁੰਦਾ ਭੇਦ ਦਾ। ਨਿਰੰਕਾਰ ਪਰਮੇਸ਼ਰ ਦਾ ਭੇਦ ਜਾਣਦੇ ਹੀ ਨਹੀਂ। ਇਹ ਪਰਮੇਸ਼ਰ ਕੌਣ ਹੈ? ਆ ਛੋਟਿਆਂ ਨੂੰ ਹੀ ਮੰਨੀ ਬੈਠੇ ਨੇ, ਇਹ ਭਗਵਾਨ, ਇਹ ਫਲਾਨਾ ਭਗਵਾਨ। ਉਹਨਾਂ ਸਾਰਿਆਂ ਨੇ ਭਗਵਾਨ ਮੰਨ ਲਿਆ ਲੋਕਾਂ ਨੇ। ਆਪ ਆਪਣੀ ਬੁੱਧ ਹੈ ਜੇਤੇ, ਆਪੋ ਆਪਣੀ ਜਿੰਨੀ ਜਿੰਨੇ ਕਿਸੇ ਦੀ ਬੁੱਧੀ ਹੈ, ਵਾਹਿਗੁਰੂ ਨੇ ਜਿੰਨੀ ਜਿੰਨੀ ਕਿਸੇ ਨੂੰ ਬਖਸ਼ਿਸ਼ ਕੀਤੀ ਹੈ। ਵਰਨਤ ਪਿੰਨ ਪਿੰਨ ਤੋਏ ਤੇ, ਉਹ ਲੋਕ ਤੈਨੂੰ ਉਤਨੀ ਅਕਲ ਅਨੁਸਾਰ ਵੱਖਰੇ ਵੱਖਰੇ ਬੋਲਾਂ ਵਿੱਚ ਵਰਣਨ ਕਰੀ ਜਾਂਦੇ ਨੇ। ਪਰਮਾਤਮਾ ਐਸਾ ਹੋਵੇਗਾ, ਪਰਮਾਤਮਾ ਐਸਾ ਹੋਵੇਗਾ, ਆਪੋ ਆਪਣੀ ਬੁੱਧੀਆਂ ਦੇ ਮੁਤਾਬਕ ਬੋਲਦੇ ਨੇ। ਤੁਮਰਾ ਲਖਾ ਨਾ ਜਾਏ ਪਸਾਰਾ, ਇਹ ਪਰਮਾਤਮਾ ਤੇਰਾ ਜਿਹੜਾ ਸੰਸਾਰ ਹੈ ਰਚਿਆ ਹੋਇਆ, ਇਹਦਾ ਜਿਹੜਾ ਪਸਾਰਾ ਹੈ ਜਾਣਿਆ ਨਹੀਂ ਜਾਂਦਾ ਮਾਇਆ ਕਰਕੇ।
पता नहीं किड्डा क वड्डा है, अगे तो अगे पसारा ही पसारा है। कहे विद सजा प्रथम संसारा, प्रथम तो पहला, प्रथम तो भाव है पहला जो संसार नूं किस ढंग नाल तुसीं बनाया। सिद्धा ने भी यही पूछा किवें बनाया। महाराज कहने कीता पसाओ एको कवाओ, तिसते होए लख दरियाओ। परमेश्वर ने इको बचन नाल दुनिया बना दी। जिदन मिटनी होवेगी उदन भी एक बचन ही करेगा। ਉਹਦੇ एक बचन नाल दुनिया बन जाती है, एक नाल ही मिट जाती है। एक रूप अनूप स्वरूपा, ये वाहिगुरु तू इको रूप है। इको रूप विच भी की है, सुंदर स्वरूप है। इको रूप है, सुंदर स्वरूप है। एक है रूप अनूप स्वरूपा। रंग भयो राव कहीं भूपा, किते तू आप कंगाल बनया बैठा रंग भयो, किते राव राजा बनया बैठा है, किते भूपा वड्डा राजा बनया बैठा है। छोटे रजवाड़े होंदे ने, एक वड्डे राजे, सारियां विच बैठा तू आप ही है। अंडज जेरज सेतज कीनी, अंडज जो आंडिया तो पैदा होने वाले जीव होंदे ने, जेरज जो झिल्ली आदक तो पैदा होंदे जेर तो, फिर सेतज पसीने जां भाप पसीने तो पैदा होने वाले जीव, ते जिवें उल्ली आदक लग जाती है, ये भी जीव ने। और उस तो बाद आउंदे ने उत्पुज खान बहुर रच दीनी। उत्पुज कौन ने? जिवें बनस्पति है, बूटे ने, अबरिछ ने, पर्वत ने। हे वाहिगुरु तू अंडज जेरज सेतज आदि चार खानियां की रचना की है। जिवें अंडियां विचों जीव पैदा होंदे ने, इसे तरह ही होर सारियां चीज़ां चों जिवें पैदा होंदे ने जेर आदक तो फिर मुड़ के तो हो गए, फिर धरती चों पैदा हो गए। ये भी सब तुहाड़ियां बनाईयां होईयां रचनावां ने। कहूँ फूल राजा हवै बैठा, हे करतार जी किते तुसी प्रसन्न चित्त हो के बड़े बड़े राजे बने बैठे हो। कहूँ सिमट भयो संकरे कैठा, किते तां तुसी कमल फूल दे उपर फुल सुशोभित हो के ब्रह्मा रूप हो के बैठे हो। कहूँ फूल राजा हवै बैठा, ਇਹਦਾ दूसरा अर्थ है। किते तां राजे बन के बैठे हो। कहूँ फूल, फिर फुल का अर्थ लाया कमल का फुल, कमल के फुल के उत्ते तुसी बन के बैठे हो ब्रह्मा रूप। कहूँ सिमट भयो संकरे कैठा, ते किते तू संकोच करके रचना नूं समेट के इकट्ठा होया है। शिवजी रूप होया बैठा, कोई रचना ही नहीं। एक बार पार्वती कहन लगे महाराज तुसी तां बस बैल की सवारी करते हो, जिथे देखा दरख्त उहदे थल्ले आसन ला लैंदे हो, कोई अपना मकान भी होना चाहिए। शिव जी महाराज कहन लगे अपना मकान की लोड़ नहीं है, आपां ही चंगे हैं। नहीं जी जरूर आपां नूं मकान बनाउणा चाहिए। चलो ठीक है तुहाडी गल मान लैंदे हैं। विश्वकर्मा नूं सद्दिया, बना बई। विश्वकर्मा पार्वती कहंदी मकान बनाउणा है। विश्वकर्मा कहन लगा महाराज किवें बनावां? कहने अगे अगे तुरिया जा, पिछे पिछे बनदा आऊगा। विश्वकर्मा अगे अगे तुरिया गया, सोने की कंध निकलण लग पई। दूजा तीजा, जो तीन कंधां कढ़ लियां पिछे मुड़ के देखिया, कहा सी भी पिछे ना देखी, जब देखिया तो खड़ गया काम। फिर धक्क के कहने तीन कंधां जोड़ दित्तियां आपस च, ये बन गई तकाउणी लंका। फिर कहंदी मैं प्रशादा भी छकाउणा जी। किस दे ताईं प्रशादा छकाउणा? कहंदे प्रशादा छकाउणा ब्राह्मण दे ताईं। कहंदे लोड़ नहीं है, बस ठीक है ऐं ही छका दे, समुंदर च प्रशादा पा दे, आपे मच्छियां खा लैण। नहीं मैं ब्राह्मणां नूं छकाउणा है प्रशादा। कहण लगे चंगा तेरी मर्जी है। ब्राह्मण भालदे आ रावण मिल गया। रावण लियांदा, बैठ गया बई छक लै। रज के प्रशादा छकिया। हाँ बई दक्षिणा। कहने महाराज थोड़ी लंका बड़ी वधिया ही दे दिओ। चल बई पार्वती चक अपना चिमटा चली आपां अगे। तैन मैं कहा सी अपने कर्मां च नहीं है, आपां तां बाहर ही ठीक है, कैलाश पर्वत ही चंगा अपने वास्ते। इस करके महाराज ने इत्थे बचन लिखिया कहूँ सिमट भयो संकरे कैठा। ये इकट्ठे हो के एक थां बैठना थोड़ा जिहा पसारा, बहुता समान नहीं रखदा अपने नाल। मैं डुग डुगी रख ली, एक बैल रख लिया नाल, सप्पां दी माला। शिवजी भोलेनाथ अपना तुरे फिरदे रहिंदे ने, विचरदे रहंदे, किते गुप्त हो जाते किते प्रगट हो जाते हैं। पर दीन दुनिया की जिन्नियां दुखी है कोई उसकी मदद कर छड्डदे ने, पर करदे ਇਹਦਾ कुछ नहीं, माड़ा नहीं किसी का करते, सबना का भला करते। इस तरह परमेश्वर ने तिना देवतियां नूं बनाया, उन्होंने जिक्र करदे महाराज ने वचन किया सिगरी श्रेष्ठ दिखाए अचंभव। तो ये जितनी हैरान कर देने वाली सारी सृष्टि बना दी। देखो अपने आप को बना दिता, सारा संसार जितना पैदा कर दिता है। दोनों ही पाठ आउंदे ने, सिगरी भी आउंदा सगरी भी आउंदा। सगरी का अर्थ भी सारे है, सिगरी का अर्थ भी सारे ही है। तो इस करके जिथे भी जिवें लिखिया सिगरी भी ठीक है सगरी भी ठीक है, दोनों ही पाठ मंजूर हो गए। तो सारी जितनी सृष्टि है बनाई हुई तुहाडी, कहते आद जुगाद स्वरूप स्वयंभव। जुगां तो शुरू तो ही अपने आप तो पैदा होया होया स्वरूप है वाहिगुरू, अपने आप तो आपे ही पैदा होया होया है, दूसरा कोई वाहिगुरू नूं पैदा करने वाला नहीं। अब रक्षा मेरी तुम करो। हे महाराज जी हुण तुसीं किरपा करो, दुष्टां तो मेरी आप रखिया करो। सिख उबार असिख संघरो,
ਮੇਰੇ ਸਿੱਖਾਂ ਨੂੰ ਤਾਂ ਬਚਾ ਲਓ ਅਤੇ ਉਹਨਾਂ ਦੇ ਵੈਰੀਆਂ ਨੂੰ ਨਾਸ਼ ਕਰ ਦਿਓ। ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤ ਕਰਨ ਵਾਲੇ, ਉਪਦਰ ਕਰਨ ਵਾਲੇ ਜਿਤਨੇ ਵੀ ਦੁਸ਼ਟ ਲੋਕ ਉਪਦਰ ਕਰ ਰਹੇ ਨੇ, ਇਹ ਜਿੰਨੇ ਉੱਠੇ ਨੇ, ਸਕਲ ਮਲੇਛ ਕਰੋ ਰਣ ਘਾਤਾ, ਉਹਨਾਂ ਸਾਰੇ ਵੈਰੀਆਂ ਪਾਪੀਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿਓ। ਇਹ ਮਿਹਰ ਕਰ ਦਿਓ, ਜਦੋਂ ਅਸੀਂ ਜੰਗ ਕਰਨ ਜਾਈਏ ਸਾਰਿਆਂ ਦੀ ਸਮਾਪਤੀ ਤੁਸੀਂ ਕਰ ਦੇਣੀ ਹੈ। ਇਸ ਪ੍ਰਕਾਰ 20 ਪੌੜੀਆਂ ਤੱਕ ਆਪਾਂ ਚੌਪਈ ਸਾਹਿਬ ਦਾ ਪਾਠ ਸ਼ਰਵਣ ਕੀਤਾ। ਮਹਾਰਾਜ ਕੱਲ ਨੂੰ ਕਿਰਪਾ ਕਰਨਗੇ, ਅੱਗੇ ਫਿਰ ਜਿਵੇਂ ਬਖਸ਼ਿਸ਼ ਹੋਵੇਗੀ ਸ਼ਰਵਣ ਕਰਾਂਗੇ। ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਚੌਪਈ ਸਾਹਿਬ ਦਾ ਪਾਠ ਰੱਖਿਆ ਵਾਸਤੇ ਕੋਈ ਵਿਘਨ ਪਵੇ ਕਿਸੇ ਵੀ ਕਾਰਜ ਲਈ, ਅੱਗੇ ਚੱਲ ਕੇ ਹਲੇ ਘਰੇਲੂ ਕਾਰਜਾਂ ਲਈ ਵੀ ਬਚਨ ਕਰਨਗੇ। ਸੇਵਕ ਸਿੱਖ ਸਦਾ ਕਰਤਾਰਾ ਸੁਖੀ ਵਸੈ ਮੋਰੋ ਪਰਿਵਾਰਾ ਵੀ ਬਚਨ ਕੀਤਾ ਹੈ। ਘਰੇਲੂ ਲੋੜ ਪੈ ਜਾਵੇ ਹੋਰ ਕਿਤਨੇ ਹੀ ਵਾਰ ਅੱਗੇ ਜਾ ਕੇ ਬਖਸ਼ਿਸ਼ ਕਰਨਗੇ। ਕੱਲ ਨੂੰ ਸ਼ਰਵਣ ਕਰਾਂਗੇ तो जितना सुने हृदय च वसाइए, इस करके लोग सुखी तो लोग सवेले हो जाइए। वाहिगुरू जी का खालसा। सतगुरु गुरु गरीब नवाज अंतरजामी सतगुरु बाजां वाले कलगियां वाले धन गुरु गोबिंद सिंह साहब जी महाराज हर रोज़ सो साडे उत्ते किरपा करते हैं, जिन्हां दी बख्शिश दा सदका सिख खंडे बाटे दा अमृत छक के पंजां बाणियां दा नितनेम करदा। वो हुक्म कर दिता महाराज ने कि 5 बाणियां पक्के तौर उत्ते हर एक ने पढ़नियां, चाहे ब्रह्म ज्ञान की अवस्था में क्यों ना पहुँच जाए, 5 बाणियां का त्याग नहीं करना। 5 बाणियां की ताकत का ज्ञान नहीं है, इस करके आपां 5 बाणियां कह देंगे कि 5 बाणियां। 5 बाणियां की बहुत वड्डी ताकत है। संत बाबा गुरबचन सिंह जी खालसा महापुरुषों ने ये बचन किया सी कि जिहड़ा जपजी साहब अते आनंद साहब का संपट ला के 3 बाणियां विच रखियां ने, यह मानो एक बहुत वड्डा संपट ला दिता महाराज ने। आई इस संपट की ताकत का कोई अंत नहीं। इस करके 5 बाणियां का नितनेम जरूरी है, जिन्हां विचों चौथी बाणी चौपाई साहब आपां श्रवण कर रहे। सतगुरु महाराज किरपा कर रहे ने, 21वीं पौड़ी श्रवण करिए। बेनतियां करते हैं अकाल पुरख के चरणों च। जे अस तुझ तब सरनी परे अस अते तुझ। तुझ की हुंदा निशान साहब, अस की है श्री साहब, जिहदे झंडे विच तलवार का चिन्ह है। निशान साहब दे विच देखो तलवार, श्री साहब, चक्कर, इन्हां सारियां चीज़ां दे चिन्ह ने। इस करके उहदा नाम ही अस्तुज है, परमात्मा का नाम। जे अस्तुज तब सरनी परे है, झंडे विच तलवार दे निशान वाले वाहिगुरू जो भी आके तुहाडी शरण विच पए ने, तिल के दुष्ट दुखित हवै मरे, उन्हां दे सारे जिन्ने दुश्मन ने दुखी हो के मर खप गए। अपने आप ही चौपई दे पाठ करते रहन नाल दुष्टां दी निवृत्ति अपने आप ही हुंदी। तो हौली हौली कमियां साडे च आ जांदियां ने, फिर उत्थे ही गल आ जाती है। इन्ने पाठ करने वाले भी कई मिले, 11 पाठ करदा मैं, 21 पाठ करदा मैं, पर इहदे नाल नाल बहुत सारियां चीज़ां दी नाल जरूरत है। केवल इंजन ठीक होने नाल गल नहीं बनती, कि 4 टायर ही पैंचर होण तां गड्डी नहीं चलती। तो इस तरह है कि अपने जीवन नूं सारिਆਂ नालों पहलां सुचज्जा बनाइए। जिथे बचन कीता है, भांडा धोए बैस धूप देवो तो दुध है को जाल। जदों तक ये साडा जीवन नहीं चंगा, बहुत सारियां गल्लां जिहड़ियां सानूं सतसंगत विचों ही मिल सकदियां, वो पहलां पता ही नहीं सी जिन्हां गल्लां दा कि संगत विच रह के। भाई जदों नितनेम करन वाले प्रेमियां दे दर्शन कराइए तुहानूं, जदों उन्हां नूं पुछदे आ कि तुहानूं किवें प्राप्ति हुंदी है, तां वो सब तो पहलां अपना जोर खाण पीण वाले पासे नूं पहलां ध्यान कराउंदे। अपना खाना सुधारना, खाने विच इन्नी सूक्ष्मता लियाउणी है, बाहर दी कोई चीज़ नहीं खानी। इस गल का ख्याल रखना, बहुत सावधानता के सहित हो के अपना खाना पीना सुधार के, अपनी कमाई सुधार के। ये बाणी उदों ही असर करती है
ਜਦੋਂ ਆਪਣਾ ਸਾਰਾ ਕੁਝ ਠੀਕ ਹੋਵੇ। ਤਾਂ ਹੁਣ ਜਦੋਂ ਵੀ ਆਪਣੇ ਘਰ ਵਿੱਚ ਕੋਈ ਐਸਾ ਪੈਸਾ ਆ ਜਾਵੇ ਗਲਤ, ਫਿਰ ਤੁਸੀਂ ਭਾਵੇਂ 100 ਪਾਠ ਵੀ ਕਰ ਲਓ, ਫਿਰ ਉਹ ਅਸਰ ਨਹੀਂ ਪੈਂਦਾ ਉਸੇ ਚੀਜ਼ ਦਾ, ਕਿਉਂਕਿ ਆਪਣਾ ਖਾਣਾ ਪੀਣਾ ਸੁਧਾਰਨਾ ਸਭ ਤੋਂ ਵੱਡੀ ਗੱਲ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਉਂਦਿਆਂ ਸਾਰ ਪਹਿਲਾਂ ਭਾਈ ਲਾਲੋ ਦੇ ਘਰ ਚਰਨ ਪਾਏ ਔਰ ਹੱਕ ਦੀ ਕਮਾਈ ਦਾ ਗਿਆਨ ਕਰਾਇਆ ਸੀ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਬੇਸ਼ੱਕ ਹੁਣ ਕੋਈ ਬੰਦਾ ਇਹ ਕਹੇ ਕਿ ਮੈਂ ਮਾਸ ਨਹੀਂ ਖਾਂਦਾ, ਅੰਡਾ ਨਹੀਂ ਖਾਂਦਾ, ਪਰ ਉਹ ਪਰਾਇਆ ਹੱਕ ਖਾ ਰਿਹਾ ਹੈ, ਫਿਰ ਤਾਂ ਉੱਥੇ ਗੱਲ ਆ ਗਈ। ਇੱਕ ਮਾਸ ਛੱਡ ਕੇ ਦੂਸਰਾ ਖਾ ਰਿਹਾ। ਹੁਣ ਇੱਥੇ ਜਿਹੜੇ ਪਹਿਲੇ ਮਾਸ ਖਾਣ ਵਾਲੇ ਨੇ, ਅਸਲੀ ਮਾਸ ਖਾਣ ਵਾਲੇ, ਉਹ ਕਹਿਣਗੇ ਦੇਖਿਆ ਵੀ ਸਾਡੇ ਹੱਕ ਦੀ ਗੱਲ ਹੋ ਗਈ, ਭਈ ਸਾਨੂੰ ਇਹ ਬੇਸ਼ੱਕ ਅਸੀਂ ਖਾਂਦੇ ਹਾਂ ਪਰ ਅਸੀਂ ਦੂਜਾ ਹੱਕ ਨਹੀਂ ਖਾਂਦੇ, ਕਿਸੇ ਦਾ ਇਉਂ ਨਹੀਂ ਕਰਦੇ। ਗੱਲ ਤਾਂ ਉੱਥੇ ਹੀ ਹੈ, ਚਾਹੇ ਉਹ ਮਾਸ ਖਾ ਲਿਆ ਚਾਹੇ ਉਹ ਖਾ ਲਿਆ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਪਰਾਇਆ ਹੱਕ ਖਾਣ ਦਾ ਕੀ ਅਰਥ ਹੈ? ਇਹ ਵੀ ਪਰਾਇਆ ਹੱਕ ਹੈ ਜਿਹੜੀ ਪਰਾਏ ਗਰਦਨਾਂ ਵੱਢ ਕੇ ਖਾ ਜਾਣੀਆਂ। ਪਰਾਇਆ ਹੱਕ ਪਰਾਇਆ ਪੈਸਾ, ਪਰਾਇਆ ਹੱਕ ਪਰਾਈ ਇਸਤਰੀ, ਪਰਾਇਆ ਹੱਕ ਕਿਸੇ ਦੀ ਜ਼ਮੀਨ ਤੇ ਕਬਜ਼ਾ, ਇਹ ਸਾਰੀਆਂ ਚੀਜ਼ਾਂ ਪਰਾਏ ਹੱਕ ਚ ਆਉਂਦੀਆਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਜੇ ਤੁਸੀਂ ਸਹੀ ਅਰਥਾਂ 'ਚ ਖਾਲਸਾ ਬਣ ਕੇ ਕਿਤੇ ਬਾਣੀ ਪੜ੍ਹੋ ਤਾਂ ਮੈਂ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਰਾ ਆਪਣੀਆਂ ਕਮੀਆਂ 'ਚ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਨਿਗਾਹ ਮਾਰਨੀ ਚਾਹੀਦੀ ਹੈ, ਨਹੀਂ ਤਾਂ ਪਾਠ ਤਾਂ ਥੋੜੇ ਬਹੁਤ ਹੁੰਦੇ, ਫਿਰ ਥੋੜਿਆਂ ਨਾਲ ਹੀ ਬਹੁਤ ਵਧੀਆ ਕੰਮ ਬਣ ਜਾਂਦਾ। ਆਪ ਹੀ ਸਤਿਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਨੇ। ਪੁਰਖ ਜਵਨ ਪੱਗ ਪਰੇ ਤਿਹਾਰੇ, ਇਹ ਅਕਾਲ ਪੁਰਖ ਜਿਹੜੇ ਪੁਰਸ਼ ਤੇਰੀ ਸ਼ਰਨ ਵਿੱਚ ਆ ਪਏ ਨੇ। ਪੱਗ ਨਹੀਂ ਕਹਿਣਾ, ਕੱਸ ਕੇ। ਇੱਕ ਤਾਂ ਹੁੰਦੀ ਪੱਗ, ਸਿਰ ਤੇ ਬੰਨ੍ਹਣ ਵਾਲੀ ਪੱਗ, ਜਾਂ ਖਾਲਸੇ ਨੂੰ ਦਸਤਾਰ ਕਹਿਣ ਦਾ ਹੁਕਮ ਹੈ, ਪਗੜੀ। ਤੋ ਬਾਣੀ ਵਿੱਚ ਵੀ ਫਿਰ ਆਪ ਮਹਾਰਾਜ ਨੇ ਕਈ ਥਾਈਂ ਉਚਾਰਨ ਕੀਤਾ, ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ। ਪਰ ਇਹ ਜਿਹੜਾ ਪੱਗ ਹੈ ਇਹ ਤੇ ਪੋਲਾ ਬੋਲਣਾ ਹੈ, ਇੱਥੇ ਪੱਗ। ਪੁਰਖ ਜਵਨ ਪੱਗ ਪਰੇ ਤਿਹਾਰੇ, ਪੱਗ ਨਾਮ ਹੁੰਦਾ ਚਰਨਾਂ ਦਾ। ਜਿਹੜੇ ਵੀ ਆਪ ਜੀ ਦੇ ਚਰਨ ਸ਼ਰਨ ਪੈ ਗਏ ਨੇ, ਤਿਨ ਕੇ ਤੁਮ ਸੰਕਟ ਸਭ ਤਾਰੇ, ਉਹਨਾਂ ਦੇ ਤੁਸੀਂ ਸਾਰੇ ਹੀ, ਸੰਕਟ ਦਾ ਭਾਵ ਹੁੰਦਾ ਦੁੱਖ, ਕਿਸੇ ਤਰ੍ਹਾਂ ਤਾਰੇ ਤੋਂ ਬਹੁਵਾਚਕ ਹੈ, ਬਹੁਤੇ ਜ਼ਿਆਦਾ ਦੁੱਖ ਟਾਲ ਦਿੱਤੇ। ਸਾਰਿਆਂ ਦੁੱਖਾਂ ਦੀ ਨਿਵਰਤੀ ਉਹਨਾਂ ਦੀ ਆਪ ਜੀ ਨੇ ਕਰ ਦਿੱਤੀ। ਜੋ ਕਲ ਕੋ ਇੱਕ ਬਾਰ ਤੇ ਆਇਆ ਹੈ, ਕਲ ਨਾਮ ਅਕਾਲ ਪੁਰਖ ਦਾ। ਜੋ ਅਕਾਲ ਪੁਰਖ ਨੂੰ ਇੱਕ ਬਾਰ ਧਿਆਉਂਦੇ ਨੇ, ਏਕ ਚਿੱਤ ਜੇ ਏਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਉਹਦੇ ਨੇੜੇ ਨਹੀਂ ਆਉਂਦੀ ਮੌਤ। ਮੌਤ ਨੇ ਉਹਦੇ ਕੀ ਨੇੜੇ ਆਉਣਾ, ਜਿਹਨੇ ਅਕਾਲ ਪੁਰਖ ਦਾ ਹੀ ਧਿਆਨ ਕਰ ਲਿਆ। ਰੱਛਾ ਹੋਏ ਤਾਹੇ ਸਭ ਕਾਲਾ, ਉਹਨਾਂ ਦੀ ਹਰ ਸਮੇਂ, ਕਾਲਾ ਤੋਂ ਭਾਵ ਕਾਲ ਦਾ ਮਤਲਬ ਸਮਾਂ ਵੀ ਹੁੰਦਾ, ਉਹਨਾਂ ਦੀ ਹਰ ਸਮੇਂ ਹੀ ਰੱਖਿਆ ਹੁੰਦੀ ਵਾਹਿਗੁਰੂ ਵੱਲੋਂ। ਅਕਾਲ ਪੁਰਖ ਉਹਨਾਂ ਉੱਤੇ ਮਿਹਰ ਕਰਦੇ ਨੇ। ਦੁਸ਼ਟ ਅਰਿਸ਼ਟ ਤਰੈ ਤਤਕਾਲਾ, ਦੁਸ਼ਟ ਤਾਂ ਹੋ ਗਏ ਵੈਰੀ, ਅਤੇ ਅਰਿਸ਼ਟ ਕੀ ਹੁੰਦਾ? ਮੁਸੀਬਤਾਂ ਦੁੱਖ ਆ ਜਾਣੇ। ਇਹ ਸਾਰੇ ਜਿੰਨੇ ਦੁਸ਼ਟ ਅਰਿਸ਼ਟ ਨੇ, ਟਰੇ ਝਟਪਟ ਹੀ, ਤਤਕਾਲਾ ਦਾ ਭਾਵ ਹੈ ਝਟਪਟ ਹੀ ਟਲ ਜਾਂਦੇ ਨੇ। ਸਾਰੇ ਦੁੱਖ ਮੁਸੀਬਤਾਂ ਉਹਨਾਂ ਦੀਆਂ ਦੂਰ ਹੋ ਜਾਂਦੀਆਂ ਨੇ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ, ਇਹ ਅਕਾਲ ਪੁਰਖ ਤੁਸੀਂ ਜਿਸ ਨੂੰ ਵੀ ਮਿਹਰ ਦੀ ਨਿਗਾਹ ਨਾਲ ਤੱਕਦੇ ਹੋ, ਨਿਹਾਰੇ ਹੋ ਦਾ ਮਤਲਬ ਹੁੰਦਾ ਦੇਖਣਾ, ਜਿਹਨੂੰ ਦੇਖਦੇ ਹੋ ਕਿਰਪਾ ਦ੍ਰਿਸ਼ਟੀ ਨਾਲ, ਤਾਂ ਕਿ ਤਾਪ ਤਨਕ ਮਹਿ ਹਰੇ ਹੋ, ਉਹਨਾਂ ਦੇ ਸਾਰੇ ਪਾਪ ਤਨਕ ਤੋਂ ਭਾਵ ਛੇਤੀ ਇੱਕਦਮ ਨਾਲ ਝਟਪਟ ਹੀ ਉਹਨਾਂ ਦੇ ਸਾਰੇ ਪਾਪ ਆਪ ਨਿਵਰਤ ਕਰ ਦਿੰਦੇ ਹੋ, ਖਤਮ ਹੀ ਕਰ ਦਿੰਦੇ ਹੋ। ਰਿੱਧ ਸਿੱਧ ਕਰਮ ਸਭ ਹੋਈ, ਉਸਦੇ ਘਰ ਹਰ ਪ੍ਰਕਾਰ ਦੇ ਧਨ ਪਦਾਰਥ ਆਦਿ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਕਿਸੇ ਚੀਜ਼ ਦੀ ਕਮੀ ਨਾ ਰਹਿਣੀ, ਪੈਸਿਆਂ ਵਿੱਚ ਕਮੀ ਨਾ ਆਉਣੀ, ਪਦਾਰਥਾਂ 'ਚ ਕਮੀ ਨਾ ਆਉਣੀ, ਸਾਰੇ ਪ੍ਰਕਾਰ ਸੇ ਕਿਰਪਾ ਹੁੰਦੀ ਹੈ। ਇਹ ਰਿੱਧੀਆਂ ਸਿੱਧੀਆਂ ਉਹਦੇ ਘਰ 'ਚ ਆਪਣੇ ਆਪ ਹੀ ਆ ਜਾਂਦੀਆਂ ਨੇ। ਇਹ ਚੌਪੀ ਦਾ ਪਾਠ ਕਰਨ ਨਾਲ ਵੀ ਆਉਂਦੀਆਂ ਨੇ, ਕਿਉਂਕਿ ਇਹਦੇ ਵਿੱਚ ਜੋ ਦੇ ਦਿੱਤਾ ਫਿਰ ਇਹੀ ਚੀਜ਼ ਸਾਹਮਣੇ ਆ ਜਾਂਦੀ। ਜਦੋਂ ਚੌਪੀ ਦੇ ਪਾਠ ਕਰੋ ਆਪਣੇ ਆਪ ਹੀ ਸਾਰਾ ਕੁਝ ਸਾਹਮਣੇ ਆ ਜਾਂਦਾ। ਸਦਾ ਸਿੱਧ ਦਾ, ਬੁੱਧ ਦਾ, ਰਿੱਧ ਦਾ, ਜਾਪ ਸਾਹਿਬ ਵਿੱਚ ਵੀ ਬਹੁਤ ਥਾਈਂ ਆਇਆ। ਦੁਸ਼ਟ ਛਾਹ ਛੁਐ ਸਕੈ ਨਾ ਕੋਈ, ਛਾਹ ਕੀ ਹੁੰਦੀ ਹੈ? ਪਰਛਾਵਾਂ, ਛਾਂ। ਕੋਈ ਵੀ ਦੁਸ਼ਟ ਉਹਦਾ ਜਿਹੜਾ ਪਰਛਾਵਾਂ ਹੈ ਉਹਨੂੰ ਛੋਹ ਤੱਕ ਨਹੀਂ ਸਕਦਾ।
ਛੁਐ ਛੱਛੇ ਦੇ ਪੈਰ 'ਚ ਵਾਹਵਾ ਪਿਆ ਹੋਇਆ, ਇਸ ਕਰਕੇ ਛੁਐ। ਇਹ ਛੁਐ ਇਸ ਤਰ੍ਹਾਂ ਬੋਲਣਾ, ਇੱਕ ਤਾਂ ਛੱਛਾ ਤੇ ਵਾਹਵਾ ਪੂਰਾ ਹੋਵੇ ਤਾਂ ਦਲਾਈਆਂ ਲੱਗੀਆਂ ਹੁਣ ਤਾਂ ਛਵੈ ਬਣਦਾ। ਇਹ ਇੰਨਾ ਕੀ ਹੈ, ਜਿਵੇਂ ਆਪਾਂ ਕਹਿੰਦੇ ਛੂਹ ਨਹੀਂ ਸਕਦਾ, ਤਾਂ ਜਿਹੜਾ ਛੂਹ ਹੈ ਉਸੇ ਨੂੰ ਹੀ ਛੋਹ ਨਹੀਂ ਸਕਦਾ। ਤਾਂ ਮਹਾਰਾਜ ਕਹਿੰਦੇ ਨੇ ਛੁਐ ਥੋੜਾ ਜਿਹਾ ਕਰਕੇ ਬੋਲਣਾ, ਛਵੈ ਨਹੀਂ ਕਹਿਣਾ। ਛੁਐ ਨਾ ਸਕੈ ਕੋਈ, ਜਿਹੜਾ ਕੋਈ ਵੀ ਪਰਛਾਵੇਂ ਤੱਕ ਨੂੰ ਛੋਹ ਨਹੀਂ ਸਕਦਾ, ਜਿੰਨਾ ਵੀ ਕੋਈ ਦੁਸ਼ਟ ਦੁਖੀ ਹੈ, ਜਿੰਨਾ ਵੀ ਕੋਈ ਆਸੇ ਪਾਸਿਓਂ ਕੋਈ ਕਈ ਵਾਰ ਐਸੀਆਂ ਅਲਾਮਤਾਂ ਪਾਸੇ ਆਸੇ ਤੋਂ ਹੀ ਪੈ ਜਾਂਦੀਆਂ ਜੀਵ ਨੂੰ, ਉਹ ਵੀ ਨਹੀਂ ਛੋਹ ਸਕਦੀਆਂ। ਏਕ ਬਾਰ ਜਿਨ ਤੁਮੈ ਸੰਭਾਰਾ, ਹੇ ਵਾਹਿਗੁਰੂ ਇੱਕ ਵਾਰ ਵੀ ਜਿਸ ਨੇ ਤੈਨੂੰ ਯਾਦ ਕੀਤਾ ਪਿਆਰ ਨਾਲ, ਕਾਲ ਫਾਸਤੇ ਤਾਹੇ ਉਬਾਰਾ, ਉਸ ਨੂੰ ਤੁਸੀਂ ਮੌਤ ਦੀ ਫਾਹੀ ਤੋਂ ਬਚਾ ਲਿਆ। ਜਿਨ੍ਹਾਂ ਨੇ ਚੌਪੀ ਦੇ ਪਾਠ ਕੀਤੇ ਉਹਨਾਂ ਉੱਤੇ ਆਪ ਨੇ ਕਿਰਪਾ ਕੀਤੀ। ਬਾਣੀ ਤਾਂ ਕੋਈ ਵੀ ਪੜ੍ਹੋ, ਸਾਰੀ ਬਾਣੀ ਰੱਖਿਆ ਵਾਲੀ ਹੈ। ਜਿਸ ਪ੍ਰਕਾਰ ਇੱਕ ਸਧਾਰਨ ਕਾਗਜ਼ ਉੱਤੇ ਲਿਖ ਕੇ ਦਈਏ, ਤਹਿਸੀਲ ਦੇ ਵਿੱਚ ਕੋਈ ਵੀ ਕਾਗਜ਼ ਲਿਖ ਕੇ ਦਿੰਦੇ ਨੇ, ਉਹ ਮੰਨਦੇ ਨਹੀਂ, ਕਹਿੰਦੇ ਇਸ ਸਟਾਮ ਦੇ ਕਾਗਜ਼ ਲੈ ਕੇ ਉਹ 'ਤੇ ਲਿਖ ਕੇ ਲਿਆਓ ਇਹ ਸਾਰਾ। ਹੁਣ ਜਿਹੜੀ ਬੇਨਤੀ ਸਾਦੇ ਕਾਗਜ਼ 'ਤੇ ਲਿਖੀ ਸੀ ਉਹ ਪ੍ਰਵਾਨ ਨਹੀਂ ਹੋਈ, ਇਹ ਸਟਾਮ 'ਤੇ ਲਿਖੀ ਹੋਈ ਪ੍ਰਵਾਨ ਹੋ ਗਈ। ਇਹ ਹੁਣ ਜਿਹੜੀ ਮਹਾਰਾਜ ਨੇ ਚੌਪੀ ਲਿਖਤੀ, ਇਹ ਸਟਾਮ ਵਾਲੀ ਚੌਪੀ ਹੈ, ਸਟਾਮ ਦੀ ਬੇਨਤੀ ਹੈ। ਅਤੇ ਜਿਹੜੀਆਂ ਉਹ ਬੇਨਤੀਆਂ ਆਪਾਂ ਕਰਦੇ ਆਪਾਂ ਨੂੰ ਕਰਨੀਆਂ ਹੀ ਨਹੀਂ ਆਉਂਦੀਆਂ, ਕੀ ਬੇਨਤੀਆਂ ਕਰੀਏ, ਕੀ ਮੰਗੀਏ, ਕਿਸ ਤਰ੍ਹਾਂ ਕਰੀਏ। ਇੱਥੇ ਸਾਰਾ ਕੁਝ ਲਿਖ ਦਿੱਤਾ ਕਿ ਆਹ ਸਿੱਧਾ ਹੀ ਪਾਠ ਕਰੀ ਜਾਓ, ਸਭ ਕੁਛ ਇਹਦੇ ਵਿੱਚ ਹੀ ਆ ਜਾਣਾ। ਜਿਨ ਨਰ ਨਾਮ ਤਿਹਾਰੋ ਕਹਾ, ਹੇ ਵਾਹਿਗੁਰੂ ਜਿਨ੍ਹਾਂ ਨੇ ਤੁਹਾਡਾ ਨਾਮ ਬਚਪਨ ਤੋਂ ਲੈ ਕੇ ਨਾਮ ਜਪਿਆ ਹੈ, ਤੁਹਾਡਾ ਆਪਣੀ ਜ਼ੁਬਾਨ ਦੇ ਨਾਲ ਕਿਹਾ ਹੈ ਸਤਨਾਮ ਸ਼੍ਰੀ ਵਾਹਿਗੁਰੂ, ਜਿਨ੍ਹਾਂ ਨੇ ਇੱਕ ਵਾਰ ਵੀ ਤੁਹਾਡਾ ਸਿਮਰਨ ਕੀਤਾ ਹੈ। ਦਾਰਿਦ ਦੁਸ਼ਟ ਦੋਖ ਤੇ ਰਹਾ, ਉਹ ਦਾਰਿਦ ਕੀ ਹੁੰਦਾ, ਦਲਿੱਦਰ ਕੰਗਾਲੀ, ਦੁਸ਼ਟ ਵੈਰੀ, ਦੋਖ ਪਾਪ, ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਗਿਆ। ਨਾ ਕੋਈ ਉਹਨੂੰ ਦਲਿੱਦਰ ਰਿਹਾ, ਕੰਗਾਲੀ ਰਹੀ, ਨਾ ਕੋਈ ਉਹਦਾ ਵੈਰੀ ਰਿਹਾ, ਨਾ ਉਹਦਾ ਕੋਈ ਪਾਪ ਰਿਹਾ, ਸਾਰੇ ਦੋਸ਼ ਮੁਕਤ ਹੋ ਜਾਂਦਾ। ਖੜਗ ਕੇਤ ਮੈਂ ਸਰਨ ਤਿਹਾਰੀ, ਜਿਸ ਦੇ ਝੰਡੇ ਵਿੱਚ ਤਲਵਾਰ ਦਾ ਚਿੰਨ੍ਹ ਹੈ, ਇਹ ਵੀ ਉਹੀ ਅਰਥ ਹੈ। ਖੜਗ ਨਾਮ ਵੀ ਸ੍ਰੀ ਸਾਹਿਬ ਦਾ ਹੀ ਹੈ ਤੇ ਅਸ ਨਾਮ ਵੀ ਸ੍ਰੀ ਸਾਹਿਬ ਦਾ। ਉੱਥੇ ਅਸ ਧੁਜ ਲਿਖ ਦਿੱਤਾ, ਇੱਥੇ ਖੜਗ ਕੇਤ ਲਿਖ ਦਿੱਤਾ, ਕੇਤ ਨਾਮ ਵੀ ਝੰਡੇ ਦਾ। ਹੇ ਵਾਹਿਗੁਰੂ ਤੇਰੇ ਝੰਡੇ ਵਿੱਚ ਤਲਵਾਰ ਹੈ, ਇਹ ਤਲਵਾਰ ਦੇ ਚਿੰਨ੍ਹ ਵਾਲੇ ਪਰਮੇਸ਼ਰ ਅਕਾਲ ਪੁਰਖ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਆਪ ਹਾਥ ਦਾ ਲੇਹੋ ਉਬਾਰੀ, ਤੁਸੀਂ ਆਪਣਾ ਕਿਰਪਾ ਭਰਿਆ ਹੱਥ ਰੱਖ ਕੇ ਮੈਨੂੰ ਸੰਸਾਰ ਤੋਂ ਬਚਾ ਲਵੋ। ਸਰਬ ਠੌਰ ਮੋ ਹੋ ਸਹਾਈ, ਠੌਰ ਤੋਂ ਭਾਵ ਥਾਵਾਂ, ਜਿੰਨੇ ਟਿਕਾਣੇ ਨੇ, ਜਿੰਨੇ ਵੀ ਥਾਂ ਨੇ ਔਖੇ, ਇਹ ਮਹਾਰਾਜ ਆਪ ਸਾਰੀਆਂ ਥਾਵਾਂ, ਹਰ ਥਾਂ ਦੇ ਉੱਤੇ ਮੇਰੀ ਸਹਾਇਤਾ ਕਰੋ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਤੁਸੀਂ ਹਰ ਥਾਂ ਮੇਰੀ ਸਹਾਇਤਾ ਕਰੋ, ਚਾਹੇ ਇਹ ਲੋਕ ਵਿੱਚ ਹੋਵੇ, ਚਾਹੇ ਉੱਪਰ ਲੋਕ 'ਚ ਹੋਵੇ। ਦੁਸ਼ਟ ਦੋਖ ਤੇ ਲਿਹੋ ਬਚਾਏ, ਵੈਰੀਆਂ ਤੇ ਪਾਪਾਂ ਤੋਂ ਮੈਨੂੰ ਬਚਾ ਲੈਣਾ, ਕਿਉਂਕਿ ਇੱਕ ਤਾਂ ਵੈਰੀ ਅਤੇ ਇੱਕ ਪਾਪ, ਪਾਪ ਵੀ ਵੈਰੀ ਹੋਏ ਸਾਡੇ ਅਤੇ ਵੈਰੀ ਹੀ ਪਾਪ ਹੈ। ਇਹਨਾਂ ਤੋਂ ਕਿਰਪਾ ਕਰਕੇ ਮਹਾਰਾਜ ਵੈਰੀਆਂ ਤੋਂ, ਪਾਪਾਂ ਤੋਂ, ਦੁਸ਼ਟਾਂ ਦੋਖੀਆਂ ਤੋਂ ਮਿਹਰ ਕਰੋ, ਬਚਾ ਲਓ ਸਾਨੂੰ, ਬਿਮਾਰੀਆਂ ਤੋਂ ਬਚਾ ਲਓ। 25 ਪੌੜੀਆਂ ਨੇ, ਹੁਣ ਅੱਗੇ 26ਵੀਂ ਪੌੜੀ ਪਰ ਆਰੰਭ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ 'ਚ। ਕਿਰਪਾ ਕਰੀ ਹਮ ਪਰ ਜਗ ਮਾਤਾ, ਜਗ ਮਾਤਾ ਕੌਣ ਹੈ? ਗੁਰਦੇਵ ਮਾਤਾ, ਗੁਰਦੇਵ ਪਿਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇਹ ਉਸੇ ਨੂੰ ਕਿਹਾ ਅਕਾਲ ਪੁਰਖ। ਜਗਤ ਦੇ ਮਾਤਾ ਪਿਤਾ ਸਰੂਪ ਹੈ ਅਕਾਲ ਪੁਰਖ। ਆਪ ਨੇ ਮੇਰੇ ਉੱਤੇ ਜਦ ਕਿਰਪਾ ਕੀਤੀ, ਗ੍ਰੰਥ ਕਰਾ ਪੂਰਨ ਸੁਭਰਾਤਾ, ਤਾਂ ਮੈਂ ਇਹ ਜਿਹੜਾ ਗ੍ਰੰਥ ਸੀ ਨਾ ਸੁੰਦਰ ਸੋਹਣਾ, ਆਪ ਦੀ ਬਖਸ਼ਿਸ਼ ਦੁਆਰਾ ਇਹ ਪੂਰਾ ਕੀਤਾ। ਆਪ ਨੇ ਮਿਹਰ ਕਰ ਦਿੱਤੀ। ਇਹ ਗ੍ਰੰਥ ਹੈ, ਅੱਗੇ ਚੱਲ ਕੇ ਗ੍ਰੰਥ ਦਾ ਨਿਰਣਾ ਦੇਣਗੇ। ਇਹ ਗ੍ਰੰਥ ਦੇ ਅਖੀਰ ਤੇ ਚੌਪਈ ਹੈ। ਕਿਲ ਬਿਖੋ ਸਕਲ ਦੇਹ ਕੋ ਹਰਤਾ, ਜੋ ਆਪ ਜੀ ਦੀ ਸ਼ਰਨ ਪੈਂਦਾ ਹੈ ਨਾ, ਜੋ ਵਾਹਿਗੁਰੂ ਆਪਣੀ ਕਿਰਪਾ ਦੁਆਰਾ ਦੇਹ ਦੇ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਂਦਾ। ਕਿਲ ਬਿਖ, ਜਿੰਨੇ ਪਾਪ ਹੁੰਦੇ ਨੇ ਸਾਰੇ, ਛੋਟੇ ਵੱਡੇ, ਜਾਂ ਨਿਸ਼ਚੇ ਕਰਕੇ ਕਹਿ ਲਓ ਪਾਪ। ਦੁਸ਼ਟ ਦੋਖੀਆਂ ਕੋ ਛੈ ਕਰਤਾ, ਅਤੇ ਦੁਸ਼ਟਾਂ ਤੇ ਦੁੱਖ ਦੇਣ ਵਾਲਿਆਂ ਦੋਖੀਆਂ ਦਾ ਵੀ ਨਾਸ਼ ਕਰ ਦਿੰਦਾ। ਇੱਕ ਤਾਂ ਹੋ ਗਿਆ ਦੁਸ਼ਟ, ਇੱਕ ਹੋ ਗਏ ਦੋਖੀ। ਦੁਸ਼ਟ ਜਿਹੜੇ ਦੁਸ਼ਟ ਆ, ਦੋਖੀ ਜਿਹੜੇ ਦੁੱਖ ਦੇਣ ਵਾਲੇ, ਦੁੱਖ ਦੇਣ ਵਾਲੇ ਦੋਖੀਆਂ ਦਾ ਵੀ ਨਾਸ਼ ਕਰ ਦਿੰਦਾ। ਸਿਰੇ ਅਸਤੁਜ ਜਬ ਭਏ ਦਇਆਲਾ, ਝੰਡੇ ਵਿੱਚ ਤਲਵਾਰ ਦੇ ਨਿਸ਼ਾਨ ਵਾਲੇ ਅਕਾਲ ਪੁਰਖ
ਮੇਰੇ ਉੱਪਰ ਆਪ ਜਦੋਂ ਦਿਆਲੂ ਹੋ ਗਏ, ਪੂਰਨ ਕਰਾ ਗ੍ਰੰਥ ਤਤਕਾਲਾ, ਤਦੋਂ ਹੀ ਮੈਨੇ ਇਸ ਗ੍ਰੰਥ ਨੂੰ ਮਹਾਰਾਜ ਕਹਿੰਦੇ ਪੂਰਾ ਕੀਤਾ। ਜਦੋਂ ਵਾਹਿਗੁਰੂ ਦੀ ਕਿਰਪਾ ਹੋ ਗਈ, ਇਹ ਗ੍ਰੰਥ ਸੰਪੂਰਨ ਹੋਇਆ। ਤਦੋਂ ਚੌਪਈ ਸਾਹਿਬ ਦਾ ਮਹਾਤਮ ਕਹਿਣ ਲੱਗੇ ਨੇ, ਮਨ ਬਾਛਤ ਫਲ ਪਾਵੈ ਸੋਈ। ਇਸ ਗ੍ਰੰਥ ਨੂੰ ਜੋ ਵੀ ਪੜ੍ਹੇਗਾ ਤੇ ਸੁਣੇਗਾ ਉਹ ਮਨ ਇੱਛਤ ਫਲ ਪਾਵੇਗਾ। ਦੁੱਖ ਨਾ ਤਸੈ ਵਿਆਪਤ ਕੋਈ, ਤੇ ਉਸ ਨੂੰ ਕੋਈ ਵੀ ਦੁੱਖ ਨਹੀਂ ਲੱਗੇਗਾ, ਕਦੇ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਅੜਿਲ, ਅੜਿਲ ਦੋਹਰੇ ਦੀ ਚਾਲ ਦਾ ਹੀ ਛੰਦ ਹੈ, ਜਿਵੇਂ ਦੋਹਰਾ ਕਹਿ ਲਈਏ ਦੋ ਪੰਕਤੀਆਂ, ਇਸੇ ਤਰ੍ਹਾਂ ਹੀ ਅੜਿਲ ਹੈ। ਸੁਨੈ ਗੁੰਗ ਜੋ ਯਾਹੇ ਸੋ ਰਸ ਨਾ ਪਾਵੇ। ਜੇਕਰ ਕੋਈ ਗੂੰਗਾ ਆਦਮੀ ਇਸ ਚੌਪਈ ਸਾਹਿਬ ਦੇ ਪਾਠ ਨੂੰ ਸ਼ਰਧਾ ਨਾਲ ਸੁਣੇਗਾ, ਉਹ ਪੁਰਸ਼ ਰਸਨਾ ਨੂੰ ਪਾ ਲਵੇਗਾ, ਬੋਲਣ ਦੀ ਸ਼ਕਤੀ ਉਹਦੇ ਅੰਦਰ ਆ ਸਕਦੀ। ਪ੍ਰਤੱਖ ਵੀ ਜਿਵੇਂ ਇਹ ਵੀ ਤਾਂ ਗੂੰਗਾ ਹੀ ਹੋ ਗਿਆ। ਹੁਣ ਸੰਗਤ ਮੂਹਰੇ ਕਿਹੜਾ ਬੋਲਣਾ ਸੌਖਾ ਹੁੰਦਾ, ਸਾਰੇ ਨਹੀਂ ਬੋਲ ਸਕਦੇ। ਜਿਵੇਂ ਮਹਾਂਪੁਰਸ਼ਾਂ ਨੇ ਇੱਕ ਵਾਰ ਸਾਰੇ ਸਿੰਘ ਖੜੇ ਕਰ ਲਏ, ਜਿਨ੍ਹਾਂ ਨੇ ਕਥਾ ਸਿੱਖੀ, ਆ ਜਾਓ ਬਈ ਸੰਗਤ ਨੂੰ ਕੇਵਲ ਫਤਿਹ ਬੁਲਾਉਣੀ। 25-30 ਜਣੇ ਸੀ। ਉਹ ਕਈਆਂ ਦੇ ਹੱਥ ਪੈਰ ਕੰਬਣ ਲੱਗ ਗਏ, ਮੁੜਕਾ ਆ ਗਿਆ, ਸੰਗਤ ਨੂੰ ਖੜੇ ਹੋ ਕੇ ਫਤਿਹ ਤੱਕ ਨਾ ਬੁਲਾ ਸਕੇ। ਇੱਕ ਜਾਣਾ ਬਿਲਕੁਲ ਬੋਲ ਹੀ ਨਹੀਂ ਸਕਿਆ, ਉਹ ਰੋਣ ਹੀ ਲੱਗ ਪਿਆ, ਕਹਿੰਦਾ ਮਹਾਰਾਜ ਮੇਰੇ ਤਾਂ ਫਤਿਹ ਵੀ ਨਹੀਂ ਬੁਲਾਈ ਜਾਂਦੀ। ਕਹਿੰਦੇ ਭਾਈ ਤੂੰ ਫਿਰ ਇਉਂ ਕਰਿਆ ਕਰ, ਜਿੰਨੀਆਂ ਸਿੰਘਾਂ ਦੇ ਆਸਣਾਂ ਤੇ ਪੋਥੀਆਂ ਪਈਆਂ ਨੇ, ਇੱਕ ਸਾਫ਼ ਸੁੰਦਰ ਰੁਮਾਲਾ ਲੈ ਕੇ ਸਾਰੀਆਂ ਪੋਥੀਆਂ ਸਾਫ਼ ਕਰਿਆ ਕਰ, ਪੋਥੀਆਂ ਵਾਲੀ ਥਾਂ ਸੁਧਾਰ ਕੇ ਚੌਪਈ ਦੇ ਪਾਠ ਕਰਿਆ ਕਰ। 10ਵੇਂ ਪਾਤਸ਼ਾਹ ਨੇ ਕਿਹਾ ਨਾ ਕਿ ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵੇ, ਇਹ ਫਿਰ ਤੈਨੂੰ ਕਥਾ ਵਾਲੀ ਰਸਨਾ ਮਿਲ ਜਾਊਗੀ। ਇਸ ਤਰ੍ਹਾਂ ਹੁਣ ਉਹ ਸਾਰਿਆਂ ਨਾਲੋਂ ਹੀ ਅੱਗੇ ਹੈ, ਉਹਦੇ ਉੱਤੇ ਬਖਸ਼ਿਸ਼ ਹੋਈ। ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵੇ। ਜੇ ਕੋਈ ਮੂਰਖ ਬੰਦਾ ਚਿੱਤ ਲਾ ਕੇ ਬਾਣੀ ਨੂੰ ਸੁਣੇ ਤਾਂ ਉਹਨੂੰ ਵੀ ਚਤੁਰਤਾ ਹੋ ਜਾਂਦੀ, ਗਿਆਨ ਦੀ ਰੌਸ਼ਨੀ ਪ੍ਰਾਪਤ ਹੋ ਜਾਂਦੀ। ਜਿਹਦਾ ਦਿਮਾਗ ਥੋੜਾ ਉਹ ਵੀ ਪੜ੍ਹ ਸਕਦਾ, ਦਿਮਾਗ ਵੱਧ ਜਾਵੇਗਾ। ਦੁੱਖ ਦਰਦ ਭਉ ਨਿਕ ਨਾ ਤਿੰਨ ਨਰ ਕੇ ਰਹੈ। ਉਹਨਾਂ ਬੰਦਿਆਂ ਦੇ ਕੋਲ ਨਾ ਦੁੱਖ ਰਹੇ, ਨਾ ਦਰਦ ਅਤੇ ਭਉ ਦਾ ਮਤਲਬ ਨਾ ਡਰ ਰਹੇ। ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। ਇਹ ਭਾਈ ਜੋ ਇੱਕ ਵਾਰੀ ਚੌਪਈ ਸਾਹਿਬ ਦਾ ਪਾਠ ਮੁੱਖ ਤੋਂ ਉਚਾਰਨ ਕਰੇਗਾ, ਪੜ੍ਹੇਗਾ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ। ਮਹਾਂਪੁਰਸ਼ ਰਾਮਪੁਰ ਖੇੜਾ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਦਾ ਜੀਵਨ ਜਿਨ੍ਹਾਂ ਨੇ ਪੜ੍ਹਿਆ, ਮਿਲਦਾ ਦੁੱਖ ਨਿਵਾਰਨ ਸਾਹਿਬ ਦੇ ਪਾਸੋਂ 13 ਜਾਂ 15 ਨੰਬਰ ਦੁਕਾਨ ਵਾਲਿਆਂ ਕੋਲ ਵੀ ਹੈ। ਉਹ ਜੀਵਨ ਦਾ ਨਾਮ ਹੈ ਸੇ ਕਨੇਹਿਆ, ਬਸ ਇੰਨਾ ਹੀ ਲਿਖਿਆ ਹੋਇਆ। ਜਿਨ੍ਹਾਂ ਨੇ ਵਿਸਰਿਆ ਨਾਮ ਸੇ ਕਨੇਹਿਆ, ਤੋ ਐਸਾ ਜਿਹੜਾ ਜੀਵਨ ਹੈ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੀਏ ਤਾਂ ਅਸੀਂ ਉਹਨਾਂ ਪਾਸੋਂ ਹੀ ਪੁੱਛਦੇ ਚੌਪਈ ਦਾ ਪਾਠ ਕਿਵੇਂ ਕਰਿਆ ਕਰੀਏ। ਕਹਿੰਦੇ ਬਈ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ 10ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਇਹ ਪਾਠ ਕਿਵੇਂ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਪਹਿਲਾਂ ਤਾਂ ਗਲ 'ਚ ਪਰਨਾ ਹੋਣਾ ਜ਼ਰੂਰੀ ਹੈ, ਕੋਈ ਵੀ ਬਾਣੀ ਪੜ੍ਹੋ। ਦੂਸਰੀ, ਜਦੋਂ ਬਾਣੀ ਕੰਨਾਂ ਨਾਲ ਸੁਣੋਗੇ, 10ਵੇਂ ਪਾਤਸ਼ਾਹ ਨੇ ਬਚਨ ਕੀਤਾ, ਤਾਂ ਮੈਂ ਵੀ ਸੁਣਾਂਗਾ ਉਹ ਬਾਣੀ। ਜੇ ਤੁਸੀਂ ਆਪਣੇ ਕੰਨਾਂ ਨਾਲ ਨਹੀਂ ਸੁਣੋਗੇ ਤਾਂ ਫਿਰ ਮੈਨੂੰ ਪ੍ਰਵਾਨ ਨਹੀਂ ਹੈ। ਕੰਨਾਂ ਨਾਲ ਜ਼ਰੂਰ ਸੁਣੋ ਚੌਪਈ ਦਾ ਪਾਠ। ਹਮਰੀ ਕਰੋ ਹਾਥ ਦਾ ਰੱਖਾ, ਉਹ ਫਿਰ ਪ੍ਰੈਕਟੀਕਲ ਹੀ ਕਰਵਾਉਂਦੇ। ਮਹਾਰਾਜ ਕਿਵੇਂ ਨਿਤਨੇਮ ਕਰਨਾ ਚਾਹੀਦਾ। ਤੜਕੇ 2 ਵਜੇ ਉਹਨਾਂ ਨੇ ਉੱਠ ਖੜਨਾ, 2 ਵਜੇ ਉੱਠਦਿਆਂ ਸਾਰੀ ਜਪਜੀ ਸਾਹਿਬ ਸ਼ੁਰੂ ਕਰ ਲੈਣਾ, ਇਸ਼ਨਾਨ ਤੋਂ ਪਹਿਲਾਂ ਹੀ। ਫਿਰ ਅਸੀਂ ਪੁੱਛਿਆ ਮਹਾਰਾਜ ਇਹ ਇਸ਼ਨਾਨ ਤੋਂ ਪਹਿਲਾਂ ਹੀ ਜਪਜੀ ਸਾਹਿਬ? ਕਹਿੰਦੇ ਮੈਂ ਮਨ ਨੂੰ ਉੱਠਦੇ ਹੀ ਦੱਬ ਲੈਣਾ। ਕਹਿੰਦੇ ਜਦ ਤੱਕ ਇਸ਼ਨਾਨ ਕਰਾਂਗੇ ਕਈ ਸੰਕਲਪ ਕਰ ਜਾਣੇ ਨੇ, ਨਹੀਂ ਉਦੋਂ ਤੱਕ ਮੈਂ ਇਹਨੂੰ ਸੰਕਲਪ ਕਰਨੀ ਨਹੀਂ ਦੇਣਾ। ਮੈਂ ਉੱਠਦਿਆਂ ਸਾਰੇ ਮੂਲ ਮੰਤਰ ਜਾਂ ਜਪਜੀ ਸਾਹਿਬ ਜਾਂ ਗੁਰ ਮੰਤਰ 'ਚ ਚਿੱਤ ਜੋੜ ਦਿੰਦਾ, ਫਿਰ ਇਹਨੂੰ ਉਸੇ ਲੀਹ ਦੇ ਉੱਤੇ ਚੜ੍ਹਾ ਦੇਈਦਾ। ਫਿਰ ਉਹਨਾਂ ਨੇ ਸਾਨੂੰ ਕੋਲ ਬਿਠਾਉਣਾ, ਕੋਲ ਬਿਠਾ ਕੇ ਚੱਲ ਵੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹ। ਜੇ ਤੇਜ਼ ਪੜ੍ਹਨੀ ਤਾਂ ਉਹਨਾਂ ਨੇ ਕਹਿਣਾ ਵੀ ਭਲਿਆ ਹੌਲੀ ਪੜ੍ਹ ਲੈ। ਭਲਿਆ ਲੋਕਾਂ ਬਾਹਲਾ ਕਹਿੰਦੇ ਸੀ, ਭਲਿਆ ਲੋਕਾਂ ਹੌਲੀ ਪੜ੍ਹ ਲੈ, ਇੰਨੀ ਆਪਾਂ ਨੂੰ ਕੀ ਕਾਹਲੀ ਪਈ, ਟਿਕਾਉਣਾ ਤਾਂ ਮਨ ਹੈ। ਫਿਰ ਬਾਣੀ ਵਿੱਚ ਹੀ ਕਾਹਲੀ ਕਰੀ ਜਾਂਦੇ ਤਾਂ ਫਿਰ ਮਨ ਨੇ ਕੀ ਟਿਕਣਾ, ਹੌਲੀ ਪੜ੍ਹ ਲੈ। ਫਿਰ ਉਹਨਾਂ ਨੇ ਆਪ ਇੱਕ ਪੌੜੀ ਪੜ੍ਹਨੀ, ਚੰਗਾ ਮੈਂ ਸ਼ੁਰੂ ਕਰਦਾ, ਫਿਰ ਹੌਲੀ ਹੌਲੀ ਕਰਨਾ। ਹਮਰੀ ਕਰੋ ਹਾਥ ਦਾ ਰੱਛਾ, ਰੁਕ ਜਾਣਾ ਇੱਥੇ। ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਇੱਕ ਇੱਕ ਪੰਕਤੀ ਦੇ ਉੱਤੇ ਇੱਕ ਇੱਕ ਵਾਰ ਰੋਕ ਰੋਕ ਕੇ ਹੌਲੀ ਹੌਲੀ ਫਿਰ ਸਾਨੂੰ ਸਾਰਿਆਂ ਨੂੰ ਸਿੱਖਿਆ ਦੇਣੀ। ਇਸ ਤਰ੍ਹਾਂ ਬਾਣੀ ਪੜ੍ਹਨੀ ਹੈ। ਤੁਸੀਂ ਇੱਕੋ ਸਾਹ 'ਚ ਹੀ ਸਾਰੀਆਂ ਪੰਕਤੀਆਂ ਪੜ੍ਹਨ ਦਾ ਯਤਨ ਕਰਦੇ ਹੋ, ਮਨ ਦੀ ਇਕਾਗਰਤਾ ਚਾਹੁੰਦੇ ਹੋ, ਪਰ ਤੁਸੀਂ ਕਾਹਲੀ ਇੰਨੀ ਕਰਦੇ ਹੋ ਕਿ ਮਨ ਤਾਂ ਪਹਿਲਾਂ ਹੀ ਕਾਹਲਾ। ਜੇ ਮਨ ਪਹਿਲਾਂ ਹੀ ਕਾਹਲਾ ਪਿਆ ਹੋਇਆ ਤੇ ਤੁਸੀਂ ਵੀ ਕਾਹਲੀ ਕਰ ਲਓ, ਫਿਰ ਤਾਂ 2 ਕਾਹਲੇ ਇਕੱਠੇ ਹੋ ਗਏ। ਇੱਕ ਤਾਂ ਤੁਸੀਂ ਨਾਲ ਰਲ ਗਏ, ਇੱਕ ਮਨ ਕਾਹਲਾ, ਫਿਰ ਜ਼ਰੂਰ ਟਿਕ ਗਿਆ ਤੁਹਾਡਾ ਮਨ। ਜੇ ਚੀਜ਼ ਬਹੁਤ ਤੇਜ਼ ਭੱਜੀ ਜਾਂਦੀ ਹੈ, ਉਹਨੂੰ ਜੇ ਰੋਕਣਾ ਹੈ, ਪਿੱਛੋਂ ਧੱਕਾ ਨਹੀਂ ਦੇਣਾ ਉਹਨੂੰ ਰੋਕਣ ਵਾਸਤੇ, ਫਿਰ ਤਾਂ ਪਿੱਛੇ ਨੂੰ ਖਿੱਚਣਾ ਪੈਣਾ। ਤੁਸੀਂ ਤਾਂ ਆਪ ਉਹ ਚੀਜ਼ ਨੂੰ ਧੱਕਾ ਦੇ ਰਹੇ ਹੋ ਮਨ ਨੂੰ ਕਿ ਹੋਰ ਤੇਜ਼ ਚੱਲ, ਹੋਰ ਤੇਜ਼ ਚੱਲ।
ਪਾਠ ਦੇ ਨਾਲ ਤੁਸੀਂ ਮਨ ਨੂੰ ਵੀ ਚੰਚਲ ਬਣਾ ਦਿੱਤਾ, ਹੋਰ ਭਜਾਈ ਜਾ ਰਹੇ ਨੂੰ। ਇਹਨੂੰ ਸੁਣੋ ਧਿਆਨ ਨਾਲ, ਬਾਣੀ ਨੇ ਕੀ ਕਿਹਾ ਹੈ। ਚੌਪਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ 28 ਪੌੜੀਆਂ ਲਿਖਣ ਤੋਂ ਬਾਅਦ 29ਵੀਂ ਪੌੜੀ ਵਿੱਚ ਆ ਕੇ ਹੁਣ ਲਿਖਦੇ ਨੇ, ਮੈਂ ਕਿ ਗ੍ਰੰਥ ਕਿੱਥੇ ਲਿਖਿਆ, ਕਦੋਂ ਲਿਖਿਆ, ਕੀ ਦਿਨ ਸੀ। ਚੌਪਈ। ਚੌਪਈ ਦਾ ਅਰਥ ਹੈ 4 ਪੌੜੀਆਂ। ਸੰਬਤ 17 ਹੈ, 1700 ਸੰਮਤ। ਸਹਿਸ ਭਣੇਜੈ। ਹੁਣ ਇਹਦੇ ਵਿੱਚ ਸਹਿਸ ਕੀ ਹੋ ਗਿਆ, ਸੰਬਤ 17 ਹੈ, 17 ਤੇ ਸਹਿਸ 100, 1700 ਕਹਿ ਲਓ ਸੰਮਤ। ਅਰਧ ਸਹਿਸ, ਫਿਰ ਉਹਦੇ ਵਿੱਚ ਅੱਧਾ 100 ਮਿਲਾਓ, 50 ਹੋਰ ਮਿਲਾ ਦਿਓ। ਫੋਨ 3 ਕਿ ਹਿੱਜਾ, ਉਹਦੇ ਵਿੱਚ 3 ਹੋਰ ਮਿਲਾ ਦਿਓ, ਕਿੰਨੇ ਹੋ ਗਏ। 1753 ਬਿਕਰਮੀ ਸੰਮਤ ਸੀ ਜਦੋਂ ਇਹ ਗ੍ਰੰਥ ਉਚਾਰਿਆ। ਭਾਦਰਵ ਸੁਦੀ ਪੱਖ ਹੁੰਦਾ, ਚਾਨਣ ਪੱਖ ਭਾਦੋਂ ਦੇ ਮਹੀਨੇ ਦਾ। ਅਸ਼ਟਮੀ ਦਾ ਦਿਨ ਸੀ ਉਦਣ, ਜਿੱਦਣ ਚੌਪਈ ਸਾਹਿਬ ਦਾ ਪਾਠ, ਭਾਦੋਂ ਦੀ ਚਾਨਣ ਪੱਖ ਦੀ ਅਸ਼ਟਮੀ। ਮਹਾਰਾਜ ਜੀ ਦਿਨ ਵੀ ਦੱਸ ਦਿਓ ਹੁਣ, ਕਹਿੰਦੇ ਰਵਿਵਾਰਾ, ਐਤਵਾਰ ਦਾ ਦਿਨ ਸੀ। ਤੀਰ ਸਤਦਰਵ ਗ੍ਰੰਥ ਸੁਧਾਰਾ, ਕਹਿੰਦੇ ਮੈਂ ਇਹ ਸਤਲੁਜ ਦੇ ਕਿਨਾਰੇ ਤੇ ਬੈਠ ਕੇ ਇਹ ਜਿਹੜਾ ਗ੍ਰੰਥ ਹੈ, ਤੋ ਉੱਥੇ ਕਿਨਾਰੇ ਤੇ ਬੈਠ ਕੇ ਚਰਿੱਤਰ ਪਖਿਆਨ ਨਾਮੇ ਗ੍ਰੰਥ ਸੁਧਾਰਿਆ। ਇਹ ਸਾਰੇ ਚਰਿੱਤਰ ਲਿਖੇ ਨੇ ਮਹਾਰਾਜ ਨੇ 405। ਉਹਨਾਂ ਦੇ ਅਖੀਰ ਤੇ ਜਾ ਕੇ ਇਹ ਜੋ ਚੌਪਈ ਸਾਹਿਬ ਦਾ ਪਾਠ ਲਿਖਿਆ ਹੈ, ਕਾਲ ਦੀ ਰਚਨਾ ਨੂੰ ਦੇਖ ਕੇ ਵੀ ਲਿਖਿਆ, ਪਰ ਨਾਲ ਬੇਨਤੀਆਂ ਵੀ ਕੀਤੀਆਂ, ਹੈ ਵਾਹਿਗੁਰੂ ਕਿਰਪਾ ਕਰੋ, ਸਾਨੂੰ ਰੱਖ ਲਓ, ਬਚਾ ਲਓ, ਮਿਹਰ ਕਰੋ ਆਪਣੇ ਗੁਰਸਿੱਖਾਂ ਪ੍ਰਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 13 ਮਹੀਨੇ ਦੇ ਕਰੀਬ ਉੱਥੇ ਰਹੇ, ਔਰ ਉਸ ਗੁਰਦੁਆਰੇ ਦਾ ਨਾਮ ਵੀ ਗੁਰਦੁਆਰਾ ਚੌਪਈ ਸਾਹਿਬ ਵੀ ਪਿਆ ਹੋਇਆ। ਤੇ ਚੌਪਈ ਸਾਹਿਬ ਦਾ ਉਚਾਰਨ ਜੋ ਕੀਤਾ, ਫਿਰ ਉੱਥੇ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ, ਆਪ ਬੈਠ ਕੇ ਫਿਰ ਮਹਾਰਾਜ ਨੇ 1.25 ਲੱਖ ਚੌਪਈ ਸਾਹਿਬ ਦਾ ਪਾਠ ਉੱਥੇ ਕੀਤਾ 13 ਮਹੀਨੇ। ਫਿਰ ਚੌਪਈ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਾਨੂੰ ਹੁਕਮ ਕੀਤਾ, ਭਾਈ ਚੌਪਈ ਸਾਹਿਬ ਦਾ ਪਾਠ ਕਰਨਾ ਨਿਤਨੇਮ ਦੇ ਵਿੱਚ ਜ਼ਰੂਰੀ ਕਰ ਦਿੱਤਾ ਮਹਾਰਾਜ ਨੇ। ਮਹਾਂਪੁਰਸ਼ ਹਮੇਸ਼ਾ 2 ਪਾਠ ਕਰਿਆ ਕਰਦੇ ਚੌਪਈ ਸਾਹਿਬ ਦੇ, ਇੱਕ ਪੰਥ ਦੀ ਚੜ੍ਹਦੀ ਕਲਾ ਵਾਸਤੇ, ਇੱਕ ਪਾਠ ਆਪਣੇ ਨਿਤਨੇਮ ਦਾ। ਤੇ ਅੱਗੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ ਉਹ ਚੌਪਈ ਸਾਹਿਬ ਦਾ ਪਾਠ ਬਣਾਇਆ। ਫਿਰ ਉਹਦੇ ਇਹ 29 ਪੌੜੀਆਂ ਤੇ ਇੱਥੇ ਆ ਕੇ 1386 ਅੰਗ ਤੇ ਪੂਰੀਆਂ ਹੋਈਆਂ ਨੇ। ਹੁਣ ਅੱਗੇ ਜੋ ਸਵਈਆ ਤੇ ਦੋਹਰਾ ਹੈ, ਇਹ ਨਾਲ ਬੇਨਤੀ ਵਜੋਂ ਜਿਵੇਂ ਰਹਿ ਰਾਸ ਦੇ ਸ਼ਬਦ ਜੋੜੇ ਸੀ, ਇਸ ਤਰ੍ਹਾਂ ਇਹਨਾਂ ਸ਼ਬਦਾਂ ਨੂੰ ਨਾਲ ਜੋੜ ਦਿੱਤਾ ਗਿਆ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਹੇ ਵਾਹਿਗੁਰੂ ਜਦ ਤੋਂ ਤੇਰੇ ਚਰਨਾਂ ਦਾ ਮੈਂ ਆਸਰਾ ਪਕੜਿਆ ਹੈ, ਗਹੇ ਤੋਂ ਭਾਵ ਪਕੜੇ ਨੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਤਦੋਂ ਤੋਂ ਮੈਂ ਹੋਰ ਕਿਸੇ ਨੂੰ ਵੀ ਅੱਖ ਹੇਠ ਨਹੀਂ ਲਿਆਇਆ। ਅਰਥਾਤ ਤੇਰੀ ਕਿਰਪਾ ਦੀ ਮੈਨੂੰ ਲੋੜ ਹੈ, ਮੈਂ ਹੋਰ ਕਿਸੇ ਨੂੰ ਆਪਣੀ ਅੱਖ ਦੇ ਥੱਲੇ ਨਹੀਂ ਲੈ ਕੇ ਆਇਆ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਰਾਮ ਰਹੀਮ ਪੁਰਾਣ ਤੇ ਕੁਰਾਨ ਨੂੰ ਮੰਨਣ ਵਾਲੇ ਅਨੇਕ ਹੀ ਮਤ ਕਹੇ ਨੇ, ਪਰ ਮੈਂ ਕਿਸੇ ਇੱਕ ਨੂੰ ਵੀ ਨਹੀਂ ਮੰਨਦਾ, ਕਿਉਂਕਿ ਮੈਂ ਜਿੱਥੇ ਖੜਾ ਜਿਸ ਮਤ ਨੂੰ ਮੈਂ ਮੰਨਿਆ ਹੋਇਆ, ਇਹਨੂੰ ਛੱਡ ਕੇ ਮੈਂ ਹੋਰ ਨਾ ਪਾਸੇ ਨੂੰ ਤੁਰਿਆ ਜਾਵਾਂ, ਇਹ ਵੀ ਚੰਗੀ ਗੱਲ ਨਹੀਂ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸਿਮਰਤ ਜਿੰਨੀਆਂ 27 ਸਿਮਰਤੀਆਂ ਨੇ, 6 ਸ਼ਾਸਤਰ ਨੇ, 4 ਵੇਦ ਨੇ ਆਦਿ, ਇਹ ਜਿੰਨੇ ਵੀ ਗ੍ਰੰਥ ਨੇ ਬਹੁਤ ਸਾਰੇ ਬੜੇ ਭੇਦ ਖੋਲਦੇ ਨੇ, ਕਈ ਚੀਜ਼ਾਂ ਦੇ ਭੇਦ ਖੋਲਦੇ ਨੇ। ਆਹ ਭੇਦ ਹੈ, ਇਹਦੇ ਵਿੱਚ ਆਹ ਭੇਦ ਹੈ, ਬੜਾ ਕੁਛ ਹੈ ਵੇਦਾਂ ਦੇ ਵਿੱਚ। ਨਾਨਾ ਪ੍ਰਕਾਰ ਦੇ ਕਰਮਕਾਂਡ ਨੇ, 80,000 ਸੁਰਤੀ ਤਾਂ ਕਰਮਕਾਂਡ 'ਚ ਹੀ ਲਿਖੀ ਹੋਈ ਹੈ। ਫਿਰ 16,000 ਸੁਰਤੀ 'ਚ ਨਾਨਾ ਪ੍ਰਕਾਰ ਦੇ ਕਾਂਡ ਨੇ, 182 ਦੇ ਕਰੀਬ ਆਮ ਸਾਖੀਆਂ ਨੇ ਯੋਧਿਆਂ ਦੀਆਂ, 4,000 ਉਪਾਸਨਾ ਦੇ ਕਾਂਡ ਨੇ। ਮੈਂ ਕੁਛ ਵੀ ਨਹੀਂ ਜਾਣਦਾ, ਬਹੁਤ ਭੇਦ ਹੈ, ਹਮ ਏਕ ਨਾ ਜਾਣਿਓ, ਪਰ ਮੈਂ ਇੱਕ ਨੂੰ ਵੀ ਨਹੀਂ ਜਾਣਦਾ, ਕਿਸੇ ਨੂੰ ਜਾਣਦਾ ਹੀ ਨਹੀਂ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਅਸਪਾਨ ਸੋ ਹੱਥ ਹੁੰਦਾ, ਪਾਨ ਹੱਥ ਵਿੱਚ ਖੰਡਾ ਪਕੜਨ ਵਾਲੇ ਹੀ ਅਕਾਲ ਪੁਰਖ, ਤੇਰੀ ਕਿਰਪਾ ਕਰਕੇ ਇਹ ਗ੍ਰੰਥ ਸੰਪੂਰਨ ਹੋਇਆ ਹੈ। ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਮੈਂ ਆਪਣੇ ਆਪ ਨੂੰ ਕੁਝ ਵੀ ਨਹੀਂ ਉਚਾਰਨ ਕੀਤਾ, ਸਭ ਤੂੰ ਹੀ ਆਪਣਾ ਬਲ ਬਖਸ਼ ਕੇ ਕਥਨ ਕਰਾਇਆ ਹੈ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਕਰ ਤੇ ਵਿਸ਼ਰਾਮ ਆਉਣਾ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਨਹੀਂ ਬਚਨ ਕਰਨਾ। ਦੋਹਰਾ ਸਗਲ ਦਵਾਰ ਕਉ ਛਾੜ ਕੈ ਗਹਿਓ ਤੁਹਾਰੋ ਦਵਾਰ, हे ਵਾਹਿਗੁਰੂ ਮੈਂ ਸਾਰੇ ਦਰ ਛੱਡ ਕੇ ਆਪ ਦਾ ਦਰ ਆਣ ਕੇ ਪਕੜਿਆ ਹੈ, ਮੱਲਿਆ ਹੈ, ਇੱਥੇ ਹੀ ਆ ਕੇ ਮੈਂ ਡਿੱਗਿਆ ਹਾਂ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਅਸੀਂ ਤਾਂ ਹੁਣ ਇੱਥੇ ਹੀ ਆ ਕੇ ਡਿੱਗ ਪਏ,
ਹੁਣ ਹਾਰ ਤੋਂ ਭਾਵ ਥੱਕ ਕੇ ਹੰਭ ਕੇ ਚਾਰੇ ਪਾਸੇ ਘੁੰਮ ਕੇ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੁਹਾਨੂੰ ਹੁਣ ਬਾਹ ਫੜੇ ਦੀ ਡਰ ਢੱਠੇ ਦੀ ਲਾਜ ਅਸ ਤੋਂ ਭਾਵ ਹੈ, ਤੁਹਾਨੂੰ ਲਾਜ ਹੈ ਹੁਣ ਕਿ ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡੇ ਚਰਨਾਂ ਤੇ ਆ ਕੇ ਡਿੱਗਿਆ ਹਾਂ। ਇਹ ਦੋਨੋਂ ਜਿਹੜੇ ਨੇ 63 ਅੰਕ ਸਵਈਏ ਦਾ ਹੈ ਤੇ 64 ਅੰਕ ਦੋਹਰੇ ਦਾ ਹੈ। 63 ਤੇ 64 ਅੰਕ ਇਹ ਮਹਾਰਾਜ ਨੇ ਕਿੱਥੋਂ ਰਚਨਾ ਕੀਤੀ ਹੈ? ਇਹ ਰਚਨਾ ਕੀਤੀ ਹੈ ਆਦਿ ਸ੍ਰੀ ਦਸਮ ਗ੍ਰੰਥ ਦੇ 254 ਅੰਗ ਤੇ। ਇੱਥੋਂ ਇਹ ਸਵਈਆ ਤੇ ਦੋਹਰਾ ਲੈ ਕੇ ਚੌਪੀ ਸਾਹਿਬ ਦੇ ਨਾਲ ਲਾਏ ਨੇ ਤਾਂ ਕਿ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਜਾ ਸਕਣ, ਅਕਾਲ ਪੁਰਖ ਦੀ ਸਾਰਿਆਂ ਤੇ ਬਖਸ਼ਿਸ਼ ਹੋ ਸਕੇ। ਐਸਾ ਮਹਾਰਾਜ ਨੇ ਸਾਡੇ ਤੇ ਚੌਪੀ ਸਾਹਿਬ ਦੀ ਜੋ ਕਿਰਪਾ ਕੀਤੀ ਹੈ। ਅੱਗੇ ਕਿਰਪਾ ਕਰ ਰਹੇ ਨੇ ਆਨੰਦ ਸਾਹਿਬ। ਆਨੰਦ ਸੋ ਅਨ ਦੋ ਨਾਮ ਹੁੰਦਾ ਦਵੈਤ ਦਾ ਤੇ ਅਨ ਹੁੰਦਾ ਰਹਿਤ ਦਾ। ਦਵੈਤ ਤੋਂ ਰਹਿਤ ਹੋ ਜਾਣਾ ਹੀ ਆਨੰਦ ਹੈ, ਦਵੈਸ਼ ਮਨ ਦੇ ਵਿੱਚੋਂ ਮੁੱਕ ਜਾਣੀ। ਤਾਂ ਕਿਰਪਾ ਕਰ ਰਹੇ ਨੇ ਸਤਿਗੁਰੂ ਮਹਾਰਾਜ ਆਨੰਦ ਸਾਹਿਬ ਦੀ 5ਵੀਂ ਬਾਣੀ। ਸਭ ਤੋਂ ਪਹਿਲਾਂ ਆਪਾਂ ਨੂੰ ਜਾਣ ਲੈਣਾ ਜ਼ਰੂਰੀ ਹੈ ਆਨੰਦ ਸਾਹਿਬ ਦੀ ਰਚਨਾ ਕਦੋਂ ਹੋਈ। ਬਖਸ਼ਿਸ਼ ਕਰਦੇ ਨੇ ਪਠਾਨਕੋਟ ਦੀ ਜਿਵੇਂ ਆਉਂਦੀ ਹੈ, ਫਰਮਾਉਂਦੇ ਨੇ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਇੱਕ ਜੋਗੀ ਸੀ, ਉਸਨੇ ਬਚਪਨ ਤੋਂ ਲੈ ਕੇ ਲਗਾਤਾਰ ਕਈ ਸਾਲ ਘੋਰ ਤਪੱਸਿਆ ਕੀਤੀ। ਉਸਨੂੰ ਇਹ ਫਲ ਮਿਲਿਆ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਉਸ ਰਿੱਧੀਆਂ ਸਿੱਧੀਆਂ ਦੁਆਰੇ ਲੋਕਾਂ ਤੋਂ ਬੜੀ ਮਾਨਤਾ ਕਰਵਾਈ, ਆਪਣੀ ਬੜੀ ਪੂਜਾ ਪ੍ਰਤਿਸ਼ਠਾ, ਪਦਾਰਥ ਇਕੱਠੇ ਹੋ ਗਏ, ਪਰ ਮਨ 'ਚ ਸ਼ਾਂਤੀ ਨਾ ਆਈ, ਨਾ ਹੀ ਬ੍ਰਹਮ ਗਿਆਨ ਹੋਇਆ। ਕਿਉਂਕਿ ਤਪੱਸਿਆ ਨਾਲ ਤਾਂ ਨਾ ਸ਼ਾਂਤੀ ਆਵੇ, ਨਾ ਮੁਕਤੀ ਮਿਲੇ, ਕਲਿਆਣ ਨਹੀਂ ਹੋ ਸਕਦੀ। ਤਪੱਸਿਆ ਹੋਰ ਚੀਜ਼ ਹੈ, ਭਗਤੀ ਹੋਰ ਚੀਜ਼ ਹੈ। ਇੱਕ ਆਪਾਂ ਕਹਿੰਦੇ ਘੋਰ ਤਪੱਸਿਆ ਕੀਤੀ, ਇਹ ਜਿਹੜੀ ਘੋਰ ਤਪੱਸਿਆ ਇਹ ਘੋੜੀਆਂ ਦੀ ਤਪੱਸਿਆ ਹੁੰਦੀ ਹੈ। ਘੋਰ ਭਿਆਨਕ ਤਪੱਸਿਆ ਕਰਨੀ, ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਗੰਦਗੀ ਆਦਿ ਖਾਣਾ ਵੀ ਸ਼ਾਮਲ ਹੋ ਜਾਂਦਾ। ਤਾਈਓ ਆਪਾਂ ਘੋਰ ਤਪੱਸਿਆ ਦੀ ਵਰਤੋਂ ਨਹੀਂ ਨਾ ਕਰਦੇ। ਬਹੁਤ ਸਾਰੇ ਲੋਕ ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬਾ ਬਕਾਲਾ ਵਿਖੇ 26 ਸਾਲ 9 ਮਹੀਨੇ 13 ਦਿਨ ਘੋਰ ਤਪੱਸਿਆ ਕੀਤੀ। ਘੋੜੀਆਂ ਦੀ ਤਪੱਸਿਆ ਤਾਂ ਨਹੀਂ ਕੀਤੀ, ਘੋਰ ਤਪੱਸਿਆ ਭਿਆਨਕ ਤਪੱਸਿਆ ਕੀਤੀ। ਇਹ ਭਿਆਨਕ ਅੱਖਰ ਜਿਹੜਾ ਇਹ ਇੱਧਰ ਨਹੀਂ ਜੁੜਦਾ। ਮਹਾਰਾਜ ਨੇ ਤਾਂ ਕੀਤੀ ਭਗਤੀ ਪਰਮੇਸ਼ਰ ਦੀ, ਤਾਂ ਇਸ ਕਰਕੇ ਇਹਨੇ ਕੀਤੀ ਤਪੱਸਿਆ ਤੇ ਇਹਨੂੰ ਮਿਲ ਗਈਆਂ ਰਿੱਧੀਆਂ ਸਿੱਧੀਆਂ। ਚਾਹੁੰਦਾ ਸੀ ਬ੍ਰਹਮ ਗਿਆਨ, ਸ਼ਾਂਤੀ ਟਿਕਾਓ, ਨਾ ਮਿਲ ਸਕਿਆ। ਤਾਂ ਇੱਕ ਦਿਨ ਉਸਦੇ ਮਨ ਨੇ ਵਿਚਾਰਿਆ ਕਿ ਇਹ ਰਿੱਧੀਆਂ ਸਿੱਧੀਆਂ ਤਾਂ ਲੌਕਿਕ ਵਿਹਾਰ ਹੈ, ਇਸ ਕਰਕੇ ਜੰਮਣ ਤੇ ਮਰਨ ਬੰਦੇ ਦਾ ਬਣਿਆ ਹੀ ਰਹਿੰਦਾ। ਹੁਣ ਜੰਮਣ ਅਤੇ ਮਰਨ ਦੀ ਨਿਵਰਤੀ ਦਾ ਕੋਈ ਸਾਧਨ ਮੈਨੂੰ ਸੋਚਣਾ ਚਾਹੀਦਾ। ਆਪਣੇ ਮਨ ਦੇ ਵਿਚਾਰ ਦੁਆਰਾ ਹੀ ਫਿਰ ਉਹ ਸਾਧਨ ਕਰਨ ਲੱਗ ਪਿਆ। ਕਈਆਂ ਦੇ ਕੋਲ ਗਿਆ ਵੀ, ਪਰ ਉਹਦੀ ਤਸੱਲੀ ਨਾ ਹੋਈ। ਜਦੋਂ ਉਹਨੇ ਕਿਸੇ ਪ੍ਰੇਮੀ ਸਿੱਖ ਪਾਸੋਂ ਗੁਰੂ ਸਾਹਿਬ ਦੀ ਮਹਿਮਾ ਸੁਣੀ, ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ, ਉਹਨਾਂ ਦੀ ਮਹਿਮਾ ਸੁਣੀ, ਸ੍ਰੀ ਗੋਇੰਦਵਾਲ ਸਾਹਿਬ ਆ ਕੇ ਮਹਾਰਾਜ ਦੇ ਚਰਨਾਂ ਤੇ ਲੰਮਾ ਪੈ ਗਿਆ, ਚਰਨ ਪਕੜ ਲਏ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਮੈਂ ਜੰਗਲਾਂ ਵਿੱਚ ਰਹਿ ਕੇ ਕਠਨ ਤੋਂ ਕਠਨ ਸਾਧਨ ਕੀਤੇ ਨੇ, ਪਰ ਅੱਜ ਤੱਕ ਮੈਨੂੰ ਨਾ ਕੋਈ ਆਨੰਦ ਆਇਆ, ਨਾ ਕੋਈ ਬ੍ਰਹਮ ਗਿਆਨ ਹੋਇਆ, ਨਾ ਕੋਈ ਸ਼ਾਂਤੀ ਹੈ। ਆਪ ਐਸੀ ਕਿਰਪਾ ਕਰੋ ਜਿਹੜਾ ਮੈਨੂੰ ਹੁਣ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਸਕੇ, ਆਨੰਦ ਆ ਸਕੇ, ਟਿਕਾਓ ਬਣ ਸਕੇ। ਮਹਾਰਾਜ ਨੇ ਬਚਨ ਫਰਮਾਇਆ ਕਿ ਜੋਗੀ ਅਜੇ ਤੇਰਾ ਕੋਈ ਪਰਾਲਬਧ ਦਾ ਕਰਮ ਐਸਾ ਹੈ ਕਿ ਜਿਸ ਨੇ ਤੈਨੂੰ ਇੱਕ ਹੋਰ ਜਨਮ ਦੇਣਾ। ਉਹ ਇੱਕ ਜਨਮ ਜਿਸ ਵੇਲੇ ਹੋ ਜਾਏਗਾ ਫਿਰ ਤੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਕਿਉਂਕਿ ਜਦੋਂ ਤੱਕ ਬੰਦੇ ਦੀ ਪਰਾਲਬਧ ਦੀ ਮੁਕਦੀ, ਕਈਆਂ ਨੂੰ ਬ੍ਰਹਮ ਗਿਆਨ ਹੋ ਸਕਦਾ ਇਸੇ ਜਨਮ 'ਚ, ਪਰ ਕਿਉਂਕਿ ਪਰਾਲਬਧ ਨਹੀਂ ਮੁਕਦੀ, ਪਰਾਲਬਧ ਅਸੀਂ ਆਪਣੇ ਆਪ ਹੀ ਖੜੀ ਕੀਤੀ ਹੋਈ ਹੈ। ਜਦੋਂ ਤੱਕ ਹੁਣ ਇਹ ਨਹੀਂ ਮੁਕਦੀ ਉਦੋਂ ਤੱਕ ਆਪਾਂ ਨੂੰ ਜਨਮ ਮਿਲਦੇ ਹੀ ਰਹਿਣਗੇ, ਕਿਉਂਕਿ ਆਪਾਂ ਸੰਕਲਪ ਜੋ ਇੰਨੇ ਕਰ ਲੈਂਦੇ ਆ। ਜੇ ਕਈ ਵਾਰ ਇਹ ਸੰਕਲਪ ਨਾ ਪੂਰੇ ਹੋਣ ਦਿਨੇ ਤਾਂ ਸੁਪਨੇ 'ਚ ਪੂਰੇ ਹੁੰਦੇ ਨੇ। ਜੇ ਸੁਪਨੇ 'ਚ ਨਾ ਪੂਰੇ ਹੋਣ ਤਾਂ ਉਹ ਅੰਦਰ ਸੰਸਕਾਰਾਂ ਵਾਲੀ ਥਾਂ ਤੇ ਚਲੇ ਜਾਂਦੇ ਨੇ, ਉਹ ਲੁਕ ਛਿਪ ਜਾਂਦੇ ਨੇ, ਅੰਦਰ ਬੈਠੇ ਰਹਿੰਦੇ ਨੇ। ਜਦੋਂ ਫਿਰ ਇਨਸਾਨ ਮਰਦਾ ਹੈ ਉਦੋਂ ਸੰਸਕਾਰ ਖੜੇ ਹੋ ਜਾਂਦੇ ਨੇ, ਉਦੋਂ ਫਿਰ ਉਹ ਫਲ ਦੇਣ ਲਈ ਤਿਆਰ ਹੋ ਜਾਂਦੇ ਨੇ, ਫਿਰ ਇਹਨੂੰ ਉਹਨਾਂ ਦੇ ਮੁਤਾਬਕ ਇਹ ਜਨਮ ਮਿਲਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਉਂਕਿ ਪਹਿਲੇ ਹੀ ਬ੍ਰਹਮ ਗਿਆਨ ਹੋ ਜਾਵੇ ਤਾਂ ਫਿਰ ਜਨਮ ਨਹੀਂ ਪ੍ਰਾਪਤ ਹੁੰਦਾ, ਬ੍ਰਹਮ ਗਿਆਨ ਨਾਲ ਜੰਮਣ ਮਰਨ ਮਿਟ ਜਾਂਦਾ ਹੈ। ਇਸ ਕਰਕੇ ਤੇਰੀ ਪਰਾਲਭ ਤੈਨੂੰ ਭੋਗਣੀ ਪਵੇਗੀ। ਮਹਾਰਾਜ ਕਹਿੰਦੇ ਵੇਦ ਦਾ ਨਿਯਮ ਵੀ ਤੂੰ ਪੜ੍ਹਿਆ ਹੋਇਆ, ਇਸ ਕਰਕੇ ਜੋ ਈਸ਼ਵਰ ਦੀ ਇੱਛਾ ਹੋ ਚੁੱਕੀ ਹੈ ਉਹ ਪਹਿਲੇ ਪੂਰੀ ਹੋ ਲਵੇ ਤਾਂ ਤੈਨੂੰ ਬ੍ਰਹਮ ਗਿਆਨ ਹੋਵੇਗਾ। ਤਾਂ ਗਿਆਨੀ ਦੇ ਜੋ ਸੰਚਿਤ ਕਰਮ ਹਨ ਉਹ ਗਿਆਨ ਕਰਕੇ ਨਾਸ ਹੋ ਜਾਂਦੇ ਨੇ, ਤੇ ਕਿਰੇਮਾਨ ਕਰਮਾਂ ਦਾ ਫਲ ਹੋਵੇ ਨਹੀਂ ਅਤੇ ਪਰਾਲਬਧ ਕਰਮਾਂ ਦਾ ਫਲ ਭੁਗਤ ਜਾਣ ਕੇ ਸੋ ਨਾਸ ਹੋ ਜਾਂਦਾ। ਤਾਂ ਤੇ ਇਹ ਜਿਹੜੇ ਕਿਰੇਮਾਨ ਨੇ ਆਪਾਂ ਪਹਿਲਾਂ ਵੀ ਕਈ ਵਾਰ ਇਹਨਾਂ ਦੀ ਵਿਚਾਰ ਕੀਤੀ ਹੈ
ਕਿਰੇਮਾਨ ਰੋਜ਼ ਦਾ ਕਰਮ ਕਰਨਾ, ਫਿਰ ਉਹ ਇਕੱਠੇ ਹੋ ਜਾਣੇ, ਫਿਰ ਉਹਨਾਂ ਦੀ ਪਰਾਲਬਧ ਬਣ ਜਾਣੀ। ਤਾਂ ਇਸ ਪ੍ਰਕਾਰ ਜੋਗੀ ਦਾ ਜੋ ਮਿਲਾਪ ਹੋਇਆ, ਬੇਨਤੀਆਂ ਕੀਤੀਆਂ, ਤਾਂ ਇਸ ਸਾਰੇ ਪ੍ਰਸੰਗ ਨੂੰ ਜੋ ਕਵੀ ਜੀ ਨੇ ਵੀ ਵਰਣਨ ਕੀਤਾ, ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੀ ਕਥਾ ਦੇ ਵਿੱਚ। ਤਾਂ ਫਿਰ ਜੋਗੀ ਨੇ ਬੇਨਤੀ ਕੀਤੀ, ਦੂਜੇ ਜਨਮ ਵਿਖੇ ਆਪ ਜੀ ਦਾ ਮਿਲਾਪ ਕੈਸੇ ਹੋਵੇਗਾ, ਜਨਮ ਤਾਂ ਮੇਰਾ ਹੋ ਜਾਵੇਗਾ। ਤਾਂ ਮਹਾਰਾਜ ਤੀਸਰੇ ਪਾਤਸ਼ਾਹ ਨੇ ਬਚਨ ਕੀਤਾ, ਤੂੰ ਫਿਕਰ ਨਾ ਕਰ, ਦੂਜਾ ਜਨਮ ਤੇਰਾ ਸਾਡੇ ਗ੍ਰਹਿ ਵਿਖੇ ਹੀ ਹੋਵੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦਾ ਭਲਾ ਕਰਨਾ, ਸਤਿਗੁਰੂ ਮਹਾਰਾਜ ਨੇ ਆਪਣੇ ਗ੍ਰਹਿ ਵਿਖੇ ਹੀ ਉਹਨੂੰ ਜਨਮ ਦੇ ਦਿੱਤਾ। ਫਿਰ ਜਿਸ ਵੇਲੇ ਸ਼ੁਭ ਵਾਸਨਾ ਅਨੁਸਾਰ ਉਹ ਜੋਗੀ ਗੁਰੂ ਦੇ ਘਰ ਆ ਕੇ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਇਆ, ਤੇ ਗੁਰੂ ਸਾਹਿਬ ਨੇ ਜਦੋਂ ਆਪਣੇ ਕੰਨਾਂ ਨਾਲ ਸੁਣਿਆ, ਉਸ ਸਾਰੇ ਪ੍ਰਸੰਗ ਨੂੰ ਕਵੀ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ। ਬੱਲੂ ਸੋ ਫਰਮਾਵਨ ਕੀਓ, ਭਾਈ ਬੱਲੂ ਮਹਾਰਾਜ ਤੀਜੇ ਪਾਤਸ਼ਾਹ ਦਾ ਸੇਵਾਦਾਰ ਸੀ, ਜੋ ਮਹਾਰਾਜ ਦੇ ਹਮੇਸ਼ਾ ਪਾਸ ਰਹਿੰਦਾ, ਸੇਵਾ ਕਰਦਾ। ਉਹਨੂੰ ਬਚਨ ਕੀਤਾ, ਪੁੱਤਰ ਮੋਹਰੀ ਕੋ ਜੋ ਭਇਓ, ਭਾਈ ਜਿਹੜਾ ਸਾਡੇ ਪੁੱਤਰ ਦੇ ਅੱਗੇ ਪੁੱਤਰ ਹੋਇਆ ਹੈ, ਮੋਹਰੀ ਜੀ ਦੇ ਜਿਹਨਾਂ ਬੇਟਾ ਹੋਇਆ ਹੈ, ਤਿਸ ਕੋ ਅਨਹੋ ਨਿਕਟ ਹਮਾਰੇ, ਉਹਨੂੰ ਸਾਡੇ ਪਾਸ ਲੈ ਕੇ ਆਓ। ਬਾਬਾ ਮੋਹਰੀ ਜੀ ਦੇ ਜੋ ਪੁੱਤਰ ਹੋਇਆ ਹੈ, ਜਨਮਿਓ ਜੋ ਆਨੰਦ ਇੱਛ ਧਾਰੇ, ਜਿਹੜਾ ਆਨੰਦ ਦੀ ਇੱਛਾ ਨੂੰ ਲੈ ਕੇ ਜਨਮਿਆ ਸਾਡੇ ਘਰ, ਉਹਨੂੰ ਲੈ ਕੇ ਆਓ। ਸੁਣਤ ਦਾਸ ਗਮਨਿਓ ਤਿਸ ਸਥਾਨਾ, ਸੁਣ ਕੇ ਜਿਹੜਾ ਦਾਸ ਸੀ ਭਾਈ ਬੱਲੂ, ਉਹ ਉਸ ਸਥਾਨ ਦੇ ਉੱਤੇ ਪਹੁੰਚਿਆ। ਗੁਰ ਫਰਮਾਵਨ ਤਿਨਹੋ ਬੁਖਾਨਾ, ਗੁਰਾਂ ਦਾ ਫਰਮਾਇਆ ਹੋਇਆ ਬਚਨ ਜਾ ਕੇ ਉਹਨਾਂ ਨੂੰ ਕਿਹਾ, ਭਈ ਮਹਾਰਾਜ ਜੀ ਨੇ ਇਸ ਬੱਚੇ ਨੂੰ ਆਪਣੇ ਪਾਸ ਮੰਗਵਾਇਆ ਹੈ। ਆਏ ਸਮੇਟ ਸਕੈ ਨਾ ਕੋਈ, ਕੋਈ ਹੁਣ ਕੌਣ ਸੀ ਜਿਹੜਾ ਤੀਜੇ ਪਾਤਸ਼ਾਹ ਦੀ ਆਗਿਆ ਮੇਟ ਸਕਦਾ ਹੋਵੇ, ਕਿ ਨਹੀਂ ਬੱਚਾ ਛੋਟਾ ਹੈ, ਅਸੀਂ ਨਹੀਂ ਦੇਣਾ। ਤੁਰਤ ਪ੍ਰਸੂਤ ਮ੍ਰਿਦਲ ਸਿਸ ਹੋਏ, ਕਿਉਂਕਿ ਬੜਾ ਕੋਮਲ ਸੀ ਨਾ ਬੱਚਾ, ਹਲੇ ਤਾਂ ਜਨਮ ਲਿਆ ਹੀ ਸੀ ਉਸਨੇ। ਤੂਲ ਸੋ ਵਸਤਰ ਸਾਧਨ ਕਰਾਇਓ, ਉਸ ਵਕਤ ਜਿਹੜਾ ਰੂੰ ਦਾ ਲੈ ਕਰਕੇ ਚਾਰੇ ਪਾਸਿਓਂ ਇਸ਼ਨਾਨ ਤਾਂ ਕਰਵਾਇਆ ਹੀ ਸੀ, ਉਹ ਰੂੰ ਦੇ ਵਿੱਚ ਲਪੇਟ ਕਰਕੇ ਉਹ ਬੱਚਾ ਭਾਈ ਬੱਲੂ ਦੇ ਤਾਈਂ ਪਕੜਾ ਦਿੱਤਾ। ਲੈ ਬੱਲੂ ਨਿਜ ਹੱਥ ਨ ਧਰਿਓ, ਭਾਈ ਬੱਲੂ ਨੇ ਉਹ ਬੱਚਾ ਚੁੱਕ ਕੇ ਆਪਣੇ ਹੱਥਾਂ 'ਚ ਰੱਖ ਲਿਆ। ਸਨੈ ਸਨੈ ਸਤਿਗੁਰ ਟੇਗਾ ਆਨਿਓ, ਹੌਲੀ ਹੌਲੀ ਤੁਰਦਿਆਂ ਕਿਤੇ ਡਿੱਗ ਨਾ ਜਾਵੇ, ਕਿਤੇ ਰੂੰ ਦੇ ਵਿੱਚੋਂ ਨਾ ਨਿਕਲ ਜਾਵੇ। ਬੜੇ ਪ੍ਰੇਮ ਦੇ ਨਾਲ ਉਹ ਬੱਚਾ ਮਹਾਰਾਜ ਤੀਸਰੇ ਪਾਤਸ਼ਾਹ ਦੇ ਪਾਸ ਲੈ ਕੇ ਆਏ ਨੇ। ਇਹ ਵੱਡ ਭਾਗ ਸਬਨ ਮਨ ਜਾਣਿਓ, ਭਈ ਇਹ ਵੱਡੇ ਭਾਗਾਂ ਵਾਲਾ ਬੱਚਾ ਹੈ ਜਿਹਨੂੰ ਤੀਜੇ ਪਾਤਸ਼ਾਹ ਨੇ ਆਪਣੇ ਕੋਲ ਬੁਲਾਇਆ ਹੈ। ਜਨਮ ਲੈਂਦਿਆਂ ਸਾਰੇ ਪ੍ਰਭ ਨੇ ਪੋਤਰ ਲਿਓ ਨਿਜ ਗੋਦ, ਫਿਰ ਤੀਜੇ ਪਾਤਸ਼ਾਹ ਨੇ ਆਪਣੇ ਪੋਤਰੇ ਨੂੰ ਆਪਣੇ ਗੋਦ ਦੇ ਵਿੱਚ ਲੈ ਲਿਆ। ਸਭ ਪਰਿਵਾਰ ਮੈਂ ਭਇਓ ਪ੍ਰਮੋਦ, ਸਾਰੇ ਪਰਿਵਾਰ ਵਿੱਚ ਹੀ, ਸਿੱਖ ਸੰਗਤਾਂ ਵਿੱਚ ਵੀ ਬੜੀ ਖੁਸ਼ੀ ਹੋਈ, ਬੜੇ ਸਾਰਿਆਂ ਨੂੰ ਚਾਉ ਚੜੇ ਮਨਾਂ ਦੇ ਵਿੱਚ। ਬੱਲੂ ਸੋ ਬੋਲੇ ਭਗਵੰਤ, ਭਾਈ ਬੱਲੂ ਦੇ ਨਾਲ ਭਗਵੰਤ ਪਰਮੇਸ਼ਰ ਤੀਸਰੇ ਪਾਤਸ਼ਾਹ ਨੇ ਉਹ ਬਚਨ ਕੀਤਾ, ਇਹ ਅਵਤਰਿਓ ਬੜੋ ਸ਼ੁਭ ਸੰਤ, ਇਹ ਬਹੁਤ ਵੱਡਾ ਸੰਤ ਮਹਾਤਮਾ ਆਪਣੇ ਘਰ ਦੇ ਵਿੱਚ ਪੈਦਾ ਹੋਇਆ। ਬੜੀ ਤਪੱਸਿਆ ਹੈ ਇਸ ਦੀ ਪਿਛਲੀ, ਇਹ ਪਿਛਲੇ ਜਨਮਾਂ ਦਾ ਮਹਾਤਮਾ ਹੈ ਬੜਾ ਵੱਡਾ। ਹਿਰਦੇ ਆਨੰਦ ਕੀ ਇੱਛਾ ਜਾਹੂੰ, ਜਿਨ੍ਹਾਂ ਦੇ ਮਨ ਵਿੱਚ ਇੱਛਾ ਹੈ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਇਹ ਭਾਈ ਤਾਂ ਆਪਣੇ ਘਰ 'ਚ ਆਇਆ ਆਨੰਦ ਲੈਣ ਵਾਸਤੇ। ਲੀਨ ਜਨਮ ਹਮਰੇ ਕੁਲ ਮਾਹੂ, ਇਹਨਾਂ ਨੇ ਸਾਡੀ ਕੁਲ ਦੇ ਵਿੱਚ ਆ ਕਰਕੇ ਜਨਮ ਲਿਆ ਹੈ। ਇਸ ਕੋ ਨਾਮ ਆਨੰਦ ਤ੍ਰੀਜਾ, ਇਹਦਾ ਨਾਮ ਹੀ ਭਾਈ ਆਨੰਦ ਰੱਖ ਦਿਓ, ਕਿਉਂਕਿ ਆਨੰਦ ਦੀ ਇੱਛਾ ਜੋ ਲੈ ਕੇ ਆਇਆ, ਇਹਦਾ ਨਾਮ ਰੱਖੋ ਆਨੰਦ ਜੀ। ਇਹ ਬਾਬਾ ਆਨੰਦ ਜੀ ਕਰਕੇ ਹੋਣਗੇ। ਮਹਾਪੁਰਖ ਹੋਏ ਗੁਣ ਸਭ ਲੀਜਾ, ਇਹ ਸਾਰੇ ਜਣੇ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਲਓ ਕਿ ਇਹ ਮਹਾਪੁਰਖ ਹੋਣਗੇ ਬੜੇ ਵੱਡੇ। ਹਮ ਪੀ ਇਸ ਕੋ ਦੇਹੇ ਉਪਾਇਨ, ਅਸੀਂ ਵੀ ਇਹਨੂੰ ਭੇਟਾ ਦੇਵਾਂਗੇ ਆਪਣੇ ਵੱਲੋਂ, ਕਿਉਂਕਿ ਆਮ ਤਾਂ ਲੋਕਾਂ ਨੂੰ ਹੁੰਦਾ 10-5 ਰੁਪਏ ਦੇਣੇ, ਜਾਂ ਕੋਈ ਹੋਰ ਬਹੁਤਾ ਅਮੀਰ ਹੋਵੇਗਾ ਕੋਈ ਹੋਰ ਸੋਨੇ ਦੀ ਚੀਜ਼ ਦੇ ਦੂਗਾ, ਕੋਈ ਹੀਰੇ ਦੀ, ਪਰ ਮਹਾਰਾਜ ਕਹਿੰਦੇ ਅਸੀਂ ਵੀ ਭੇਟਾ ਦੇਵਾਂਗੇ ਆਪਣੇ ਵੱਲੋਂ। ਬਾਣੀ ਸੁੰਦਰ ਕਰਹਿ ਗੁਣਾਇਨ, ਅਸੀਂ ਜਿਹੜੀ ਚੰਗੀ ਬਾਣੀ ਹੈ ਗੁਣਾਂ ਦਾ ਘਰ ਉਹ ਉਚਾਰਨ ਕਰਾਂਗੇ, ਸੁੰਦਰ ਬਾਣੀ ਇਹਦੇ ਪ੍ਰਤੀ ਇਹੀ ਭੇਟਾ ਹੋਵੇਗੀ। ਨਾਮ ਆਨੰਦ ਤਾਹੇ ਕੋ ਰੱਖ ਹੈ, ਉਸ ਬਾਣੀ ਦਾ ਨਾਮ ਹੀ ਆਨੰਦ ਹੋਵੇਗਾ। ਆਨੰਦ ਸਾਹਿਬ ਦਾ ਪਾਠ ਇਹ ਮਹਾਰਾਜ ਨੇ ਨਾਲੇ ਤਾਂ ਉਹਦਾ ਨਾਮ ਵੀ ਆਨੰਦ ਰੱਖਿਆ, ਨਾਲੇ ਉਹਨਾਂ ਦੇ ਨਾਮ ਤੇ ਆਨੰਦ ਸਾਹਿਬ ਬਾਣੀ ਰੱਖੀ, ਆਨੰਦ ਦੇ ਦੇਣ ਵਾਲੇ, ਕਿਉਂਕਿ ਆਨੰਦ ਦੀ ਇੱਛਾ ਧਾਰੀ। ਮਨ ਕਾਮਨ ਦਾਨੀ, ਜੋ ਭੱਖ ਹੈ, ਜੋ ਭੱਖ ਹੈ ਉਚਾਰਨ ਕਰਨਗੇ ਉਹਨਾਂ ਨੂੰ ਕੀ ਦੇਵੇਗੀ ਇਹ ਬਾਣੀ? ਮਨ ਕਾਮਨਾ, ਮਨੋ ਕਾਮਨਾ ਪੂਰੀ ਹੋਵੇਗੀ। ਅਨ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ। ਏਮ ਸਤਿਗੁਰ ਕਹਿ ਬੱਲੂ ਸੰਗ, ਇਸ ਤਰ੍ਹਾਂ ਸਤਿਗੁਰੂ ਜੀ ਨੇ ਭਾਈ ਬੱਲੂ ਦੇ ਨਾਲ ਬਚਨ ਕੀਤੇ ਨੇ। ਲੱਗੇ ਬਨਾਵਨ ਗਿਰਾ ਉਮੰਗ, ਬੜੇ ਉਤਸ਼ਾਹ ਦੇ ਨਾਲ ਫਿਰ ਆਪ ਬਾਣੀ ਰਚਣ ਲੱਗ ਪਏ।
ਪੌਤਰ ਗੋਦ ਚਿੱਤ ਮੋਦ ਧਰੰਤੇ। ਪੋਤਰੇ ਨੂੰ ਗੋਦ ਵਿੱਚ ਲੈ ਕੇ ਮਨ ਦੇ ਵਿੱਚ ਬੜਾ ਮੋਦ ਹੈ, ਖੁਸ਼ ਹੈ। ਇਹ ਸੰਸਾਰੀ ਲੋਕਾਂ ਵਾਲਾ ਉਹ ਖੁਸ਼ੀ ਨਹੀਂ ਹੈ ਕਿ ਸਾਡੇ ਪੋਤਰਾ ਹੋਇਆ, ਨਹੀਂ। ਮਹਾਰਾਜ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਵੱਡੇ ਧਰਮਾਤਮਾ ਮਹਾਤਮਾ ਆਏ ਨੇ, ਬ੍ਰਹਮ ਗਿਆਨੀ ਬਣ ਗਏ, ਇਹ ਮਹਾਂਪੁਰਸ਼ ਹੋਣਗੇ, ਇਹ ਤਾਂ ਜਾ ਕੇ ਮਹਾਰਾਜ ਨੇ ਇੰਨਾ ਲਾਡ ਪਿਆਰ ਕੀਤਾ ਹੈ। ਬਾਣੀ ਕੋ ਰਸਨਾ ਉਚਰੰਤੇ, ਬਾਣੀ ਨੂੰ ਫਿਰ ਰਸਨਾ ਦੇ ਨਾਲ ਉਚਾਰਨ ਕਰਨ ਲੱਗੇ ਨੇ। ਉਸ ਵੇਲੇ ਲੋਕਾਂ ਨੇ ਵੀ ਗੁਰੂ ਸਾਹਿਬ ਜੀ ਨੂੰ ਆ ਕੇ ਵਧਾਈਆਂ ਦਿੱਤੀਆਂ ਤੇ ਕਿਹਾ ਮਹਾਰਾਜ ਇਸ ਵੇਲੇ ਆਪ ਜੀ ਨੂੰ ਤਾਂ ਪੋਤਰੇ ਦੀ ਖੁਸ਼ੀ ਵਿੱਚ ਬਹੁਤ ਆਨੰਦ ਹੈ। ਤਾਂ ਹਜ਼ੂਰ ਨੇ ਹੁਣ ਉਤਕ੍ਰਿਸ਼ਟ ਅਵਸਥਾ ਦਾ ਹੀ ਬਚਨ ਫਰਮਾਉਣਾ, ਥੱਲੇ ਵਾਲੀ ਤਾਂ ਗੱਲ ਹੀ ਨਹੀਂ ਨਾ ਕਰਨੀ, ਕਿਉਂਕਿ ਆਪ ਬ੍ਰਹਮ ਸਰੂਪ ਨੇ। ਸਤਿਗੁਰੂ ਮਹਾਰਾਜ ਕਹਿੰਦੇ ਹੈ ਗੁਰਸਿੱਖੋ, ਆਨੰਦ ਕਦੋਂ ਆਉਂਦਾ ਸਿੱਖ ਨੂੰ? ਆਨੰਦ ਤੋਂ ਇਹ ਬਾਣੀ ਦਾ ਨਾਮ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦ ਰੱਖਿਆ ਹੈ। ਹੁਣ ਇਹਦਾ ਰਾਗ ਕਿਹੜਾ ਹੈ? ਰਾਮ ਕਲੀ ਰਾਗ ਹੈ। ਮਹੱਲਾ ਤੀਜਾ ਤੀਸਰੇ ਪਾਤਸ਼ਾਹ ਦਾ ਇਹ ਉਚਾਰਨ ਕੀਤਾ ਹੋਇਆ ਪਾਠ ਕੀ? ਆਨੰਦ। ਆਨੰਦ ਸਾਹਿਬ ਬਾਣੀ ਆਨੰਦ ਦੇਣ ਵਾਲੀ। ਪਹਿਲਾ ਹੈ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਹੈ। ਜੋ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹੇ ਮੇਰੇ ਭਾਈ, ਆਨੰਦ ਤਾਂ ਉਸੇ ਦਿਨ ਤੋਂ ਹੀ ਸਾਨੂੰ ਪ੍ਰਾਪਤ ਹੋਇਆ ਸੀ ਜਿਸ ਦਿਨ ਦਾ ਅਸੀਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਸੋਂ ਉਪਦੇਸ਼ ਪਾਇਆ, ਸਤਿਗੁਰੂ ਅੰਗਦ ਦੇਵ ਮਹਾਰਾਜ ਦਾ ਦਰਸ਼ਨ ਪਾਇਆ, ਦਰਸ਼ਨ ਕੀਤੇ। ਭਾਈ ਆਨੰਦ ਤਾਂ ਸਾਨੂੰ ਉਦੋਂ ਦਾ ਹੀ ਹੋ ਗਿਆ ਸੀ। ਇਹ ਗੁਰਮੁਖੋ, ਆਨੰਦ ਤਾਂ ਉਦੋਂ ਹੁੰਦਾ ਸਿੱਖ ਨੂੰ ਜਦੋਂ ਸਤਿਗੁਰੂ ਦੀ ਪ੍ਰਾਪਤੀ ਕਰ ਲਵੇ, ਮਰਿਆਦਾ ਅਨੁਸਾਰ ਹੋ ਕੇ, ਜਦੋਂ ਗੁਰਾਂ ਦੀ ਪ੍ਰਾਪਤੀ ਹੋ ਜਾਵੇ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਸਹਿਜ ਸੇਤੀ ਗਿਆਨ ਸੰਯੁਕਤ ਸਤਿਗੁਰਾਂ ਨੂੰ ਪਾਇਆ ਤਾਂ ਮੇਰੇ ਮਨ ਵਿਖੇ ਆਨੰਦ ਦੀਆਂ ਵਧਾਈਆਂ ਵੱਜੀਆਂ। ਬਾਵੇ ਨੂੰ ਕੰਨਾ ਧੱਦੇ ਕੰਨਾ ਵਧਾਈਆਂ। ਜਿਵੇਂ ਜਪਜੀ ਸਾਹਿਬ ਦਾ ਪਾਠ ਹੈ ਨਾ, ਹੁਕਮੀ ਹੋਵਨ ਆਕਾਰ, ਉੱਥੇ ਕੋਈ ਵੀ ਬੰਦਾ ਪਾਠ ਨਹੀਂ ਕਰੇਗਾ ਆਕਾਰ। ਕਿਸੇ ਸੋਝੀ ਵਾਲੇ ਨੂੰ ਪਤਾ ਕਿ ਉੱਥੇ ਆਕਾਰ ਲਿਖਿਆ ਹੋਇਆ, ਨਹੀਂ ਤਾਂ ਸਾਰਿਆਂ ਨੇ ਆਕਾਰ ਹੀ ਕਹਿਣਾ। ਇੱਥੇ ਵੀ ਆਪਾਂ ਹਰ ਰੋਜ਼ ਦੇਖੋ, ਹੁਣ ਵੀ ਤੁਹਾਡੀ ਜ਼ਬਾਨ ਉੱਤੇ ਇਹੀ ਚੜਿਆ ਹੋਣਾ, ਮਨ ਵੱਜੀਆਂ ਵਧਾਈਆਂ। ਵਾਵੇ ਦਾ ਕੰਨਾ ਨਹੀਂ ਲਾਇਆ ਕਦੇ, ਤਾਂ ਉਹ ਕੰਨਾ ਲਾਈਏ ਵਧਾਈਆਂ, ਮਨ ਵੱਜੀਆਂ ਵਧਾਈਆਂ। ਕਹਿੰਦੇ ਨੇ ਸਤਿਗੁਰਾਂ ਦਾ ਉਪਦੇਸ਼ ਪਾਇਆ ਤਾਂ ਸਹਿਜ ਸੇਤੀ ਤੋਂ ਭਾਵ ਹੁੰਦਾ ਹੈ ਗਿਆਨ ਦੇ ਸਹਿਤ ਹੋਏ ਅਤੇ ਮਨ ਦੇ ਵਿੱਚ ਆਨੰਦ ਦੀਆਂ ਵਧਾਈਆਂ ਵੱਜੀਆਂ। ਮਨ ਵਿੱਚ ਵਧਾਈਆਂ ਆਪਣੇ ਆਪ ਹੀ ਵੱਜਣ ਲੱਗ ਪਈਆਂ। ਮਨ ਵੱਜੀਆਂ ਜੀ ਵਧਾਈਆਂ, ਵਧਾਈਆਂ ਹੋ ਗਈਆਂ ਮਨ ਦੇ ਵਿੱਚ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਰਤਨ ਰੂਪ ਜੋ ਰਾਗ ਨੇ, ਪਰਿਵਾਰ ਕੌਣ ਹੈ? ਜੋ ਰਾਗਾਂ ਦੇ ਪੁੱਤਰ ਨੇ। ਕਿਵੇਂ ਕਹਿੰਦੇ ਨੇ? ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲੱਪ ਹੈ ਆਠੋ ਨੰਦਨ। ਰਾਗ ਏਕ ਸੰਗ, ਇੱਕ ਰਾਗ ਦੇ ਨਾਲ ਕੀ ਲਾਵਾਂਗੇ? ਰਾਗ ਏਕ ਸੰਗ ਪੰਚ ਬਰ ਅੰਗਨ। ਬਰ ਸ੍ਰੇਸ਼ਟ ਉਹਨਾਂ ਦੀਆਂ, ਅੰਗਨ ਇਸਤਰੀਆਂ। ਇੱਕ ਇੱਕ ਰਾਗ ਨਾਲ ਪੰਜ ਪੰਜ ਇਸਤਰੀਆਂ ਨੇ ਰਾਗਾਂ ਦੀਆਂ। ਸੰਗ ਅਲੱਪ ਹੈ ਆਠੋ ਨੰਦਨ, ਅੱਠ ਅੱਠ ਉਹਨਾਂ ਦੇ ਪੁੱਤਰ ਕਹੇ ਨੇ ਅੱਗੇ। ਤੇ ਇਸੇ ਤਰ੍ਹਾਂ ਇੱਥੇ ਵੀ ਮਹਾਰਾਜ ਨੇ ਬਚਨ ਕੀਤਾ ਹੈ। ਰਤਨ ਕੌਣ ਹੈ? ਰਤਨ ਰੂਪ ਜੋ ਰਾਗ ਨੇ। ਪਰਿਵਾਰ ਕੌਣ ਹੈ? ਜੋ ਰਾਗਾਂ ਦੇ ਪੁੱਤਰ ਨੇ। ਪਰੀਆਂ ਕੌਣ ਹੈ? ਰਾਗਾਂ ਦੀਆਂ ਇਸਤਰੀਆਂ ਨੇ। ਜੋ ਇਹ ਸਭ ਸ਼ਬਦ ਗਾਉਣੇ ਨੂੰ ਆਈਆਂ ਹੈ ਗੁਰਾਂ ਦੇ ਦਰਬਾਰ ਵਿੱਚ। ਇਹ ਤਾਂ ਹੈ ਸਿੱਧਾ ਅਰਥ। ਹੁਣ ਅੰਤਰੀਵ ਭਾਵ 'ਚ ਕਹਿ ਰਹੇ ਨੇ ਰਾਗ ਕੀ ਹੈ? ਪ੍ਰੇਮ। ਰਤਨ ਕੀ ਹੈ? ਬੈਰਾਗ। ਪਰਿਵਾਰ ਕੌਣ ਹੈ ਇਹਨਾਂ ਦਾ? ਸਤ ਸੰਤੋਖ ਧੀਰਜ ਧਰਮ ਵਿਚਾਰ। ਪਰੀਆਂ ਕੌਣ ਨੇ? ਕਰੁਣਾ ਮੁਦਤਾ ਮੈਤਰੀ ਅਪੇਖਿਆ। ਇਹ ਕਰੁਣਾ ਤੋਂ ਕਿਸੇ ਉੱਤੇ ਕਿਰਪਾ ਕਰਨੀ, ਮੈਤਰੀ ਭਾਵ ਰੱਖਣਾ, ਮੁਦਤਾ ਪ੍ਰਸੰਨਤਾ ਹੋਣੀ, ਜੇ ਕੋਈ ਚੜ੍ਹਦੀ ਕਲਾ 'ਚ ਹੋਵੇ ਤਾਂ ਖੁਸ਼ ਹੋਣਾ, ਗੁੱਸੇ 'ਚ ਨਾ ਹੋਣਾ ਜਾਂ ਈਰਖਾ ਨਾ ਕਰਨੀ। ਅਪੇਖਿਆ ਦੇਖ ਕਰਕੇ ਕਿਸੇ ਦੇ ਔਗਣ ਦੇ ਤਾਂ ਹੀ ਉਹਨੂੰ ਅਣਡਿੱਠ ਕਰ ਦੇਣਾ। ਇਹ ਸਾਰੀਆਂ ਆਈਆਂ ਨੇ। ਇਹ ਗੁਰਾਂ ਦਾ ਸ਼ਬਦ ਗਾਵਣੇ ਨਾਲ, ਗੁਰਾਂ ਦੇ ਸ਼ਬਦ ਗਾਉਣੇ ਤੋਂ ਇਹ ਸਭ ਕੁਛ ਆਇਆ ਹੈ, ਪ੍ਰਾਪਤ ਹੋਇਆ ਹੈ। ਇਹ ਆਨੰਦ ਨੂੰ ਗਾਉਣ ਵਾਸਤੇ ਆਈਆਂ ਨੇ। ਸਾਰੇ ਰਾਗ ਆਏ ਨੇ, ਇਹਨਾਂ ਨੇ ਆ ਕਰਕੇ ਖੁਸ਼ੀਆਂ ਮਨਾਈਆਂ ਨੇ। ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਨ ਵਿੱਚ ਵਸਾਇਆ ਹੈ ਉਹਨਾਂ ਦੁਆਰੇ ਤੁਸੀਂ ਵੀ ਹਰੀ ਦੀ ਪ੍ਰਾਪਤੀ ਦਾ ਸ਼ਬਦ ਕਰੋ। ਜਿਨ੍ਹਾਂ ਨੇ ਆਪਣੇ ਮਨ 'ਚ ਵਸਾ ਲਿਆ ਹੈ ਉਹਨਾਂ ਦੁਆਰੇ ਤੁਸੀਂ ਵੀ ਗਾਓ, ਉਹਨਾਂ ਨਾਲ ਮਿਲ ਕੇ ਰੱਬ ਦੇ ਪਿਆਰਿਆਂ ਨਾਲ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਗੁਰੂ ਸਾਹਿਬ ਆਖਦੇ ਨੇ ਮੈਨੂੰ ਤਾਂ ਉਸ ਦਿਨ ਤੋਂ ਹੀ ਆਨੰਦ ਦੀ ਪ੍ਰਾਪਤੀ ਹੋ ਗਈ ਜਿਸ ਦਿਨ ਦਾ ਮੈਨੂੰ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਉਪਦੇਸ਼ ਦਿੱਤਾ, ਜਿਸ ਦਿਨ ਦਾ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ। ਮੈਂ ਤਾਂ ਬਈ ਉਸੇ ਦਿਨ ਦਾ ਹੀ ਆਨੰਦ ਪੂਰਵਕ ਹੋ ਗਿਆ ਹਾਂ।